जियो। हम अवगुण भरे एक गुण नाही, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। दंडोत बंदन अनेक बार, सर्व कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। सतनाम धन वाहिगुरु साहिब जियो। महला दूजा। सलाम जवाब दोवै करे, मुंडो कुथा जाए। नानक दोवै कूड़िया, थाए ना काई पाए। सलाम जवाब दोवै करे, मुंडो कुथा जाए। नानक दोवै कूड़िया, थाए ना काई पाए। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी हाजरी भर रहे हो। पिछले दो दीवाना गुरु नानक साहब जी दी रसना तो उच्चारण कीती हुई आशा की वार दी 21ਵੀਂ पौड़ी, जिस पौड़ी दे नाल 2 शलोक दर्ज ने। पहले शलोक दा पाठ असी कल शाम दे दीवान च कीता सी।
ਦੂਜੇ ਸ਼ਲੋਕ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਵਿਚਾਰ ਪਹਿਲੇ ਸ਼ਲੋਕ ਦੀ ਚੱਲ ਰਹੀ ਹੈ, ਪਰ ਪਹਿਲੇ ਸ਼ਲੋਕ ਨਾਲ ਦੂਸਰਾ ਸ਼ਲੋਕ ਮਿਲਾਵਾਂਗੇ ਤੇ ਵਿਚਾਰ ਮੁਕੰਮਲ ਹੋਵੇਗੀ। ਦੋਨੋਂ ਸ਼ਲੋਕ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇ। ਅਸੀਂ ਹਜ਼ੂਰ ਦੇ ਇਹ ਬਚਨ ਦੋ ਦੀਵਾਨਾਂ 'ਚ ਵਿਚਾਰੇ ਨੇ। ਇਹ ਕਨੇਹੀ ਆਸ਼ਕੀ ਦੂਜੇ ਲੱਗੈ ਜਾਏ, ਨਾਨਕ ਆਸ਼ਕ ਕਾਂਢੀਏ ਸਦ ਹੀ ਰਹਿ ਸਮਾਏ। ਇਸ ਵਿਚਾਰ ਨੂੰ ਜੋ ਲੜੀ ਸੁਬਹ ਤੱਕ ਆਪਾਂ ਵਿਚਾਰੀ ਹੈ, ਉਸ ਨੂੰ ਅੱਗੇ ਬੇਨਤੀ ਕਰ ਸਕਾਂ। ਮੈਂ ਸਿਰਫ ਸੰਖੇਪ ਜੀ, ਕੋਈ ਸੰਗਤ ਹੋ ਸਕਦੀ ਸੁਬਹ ਨਾ ਆਏ ਹੋਣ। ਹਰਦੇਵ ਸਤਿਗੁਰੂ ਨੇ ਸ਼ਬਦ ਵਰਤੇ ਕਿ ਪਰਮਾਤਮਾ ਦਾ ਸਹੀ ਅਰਥਾਂ ਵਿੱਚ ਆਸ਼ਿਕ ਪ੍ਰੇਮੀ ਉਹ ਹੈ ਜਿਹੜਾ ਸਾਈਂ ਦੇ ਵਿੱਚ ਹਰ ਵਕਤ ਹੀ ਸਮਾਇਆ ਰਹਿੰਦਾ ਹੈ। ਪਰ ਜਿਹੜਾ ਆਸ਼ਿਕ ਪ੍ਰੇਮੀ ਕਹਿ ਲਵਾਂ ਸ਼ਬਦ, ਪਿਆਰੇ ਪ੍ਰਭੂ ਨੂੰ ਪ੍ਰੇਮ ਦਾ ਦਾਅਵਾ ਤਾਂ ਕਰਦਾ ਹੈ, ਪਰ ਸਵਾਰਥ ਦੀ ਖਾਤਰ ਇੱਕ ਖਿਣ ਲੱਗਦਾ ਦੂਜੇ ਪਾਸੇ ਚਲਾ ਜਾਂਦਾ ਹੈ। ਪ੍ਰੇਮੀ ਹੋਵੇ ਸਿਰ ਧੜ ਦੀ ਬਾਜੀ ਲੱਗ ਜਾਏ, ਪਰ ਪਿਆਰੇ ਦਾ ਦਰ ਨਾ ਛੱਡੇ। ਇਸ ਅੰਮ੍ਰਿਤ ਬਚਨ ਨੂੰ ਸੁਬਹ ਮੈਂ ਅਰਜ਼ ਕੀਤੀ ਸੀ, ਕੌਣ ਨੇ ਪ੍ਰੇਮੀ। ਅਸੀਂ ਸੁਬਹ ਵਿਚਾਰਿਆ ਸੀ ਜਿਹੜੇ ਦੁਨਿਆਵੀ ਆਸ਼ਕ ਨੇ, ਲੈਲਾ ਮਜਨੂ ਦਾ ਜ਼ਿਕਰ ਹੋਇਆ। ਇਹ ਸਾਰੇ ਭਾਈ ਗੁਰਦਾਸ ਸਾਹਿਬ ਨੇ ਗਿਣੇ ਹੋਏ ਨੇ, ਉਹਨਾਂ ਦੀ ਰਚਨਾ ਵਿੱਚੋਂ ਅਰਜ਼ ਕੀਤੀ ਸੀ। ਆਓ ਇਸ ਤੋਂ ਅੱਗੇ ਮੈਂ ਇਹਨਾਂ ਦੋ ਸ਼ਲੋਕਾਂ ਨੂੰ ਆਪ ਜੀ ਦੇ ਸਨਮੁਖ ਵਿਚਾਰ ਰਾਹੀਂ ਸੇਵਾ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰੋ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਦਾਸ ਤਾਂ ਕਈ ਵਾਰੀ ਕਹਿੰਦਾ ਕੇਵਲ ਆਪ ਜੀ ਨੂੰ ਨਹੀਂ, ਮੈਂ ਤਾਂ ਆਪਣੇ ਮਨ ਨੂੰ ਵੀ ਕਹਿੰਦਾ, ਮਨਾ ਘੱਟੋ ਘੱਟ ਜਿੰਨਾ ਸਮਾਂ ਗੁਰਦੁਆਰੇ ਬੈਠੇ ਹਾਂ ਓਨਾ ਸਮਾਂ ਹੀ ਇਸ ਮਨ ਨੂੰ ਕੰਟਰੋਲ ਕਰਨ ਦਾ ਯਤਨ ਕਰੀਏ। ਇਉਂ ਸਮਝੋ ਵੀ ਇਹਦੇ ਨਾਲ ਸੰਘਰਸ਼ ਕਰਨਾ ਹੈ, ਕਿਤੇ ਟਿਕ ਜਾਏ। ਆਪ ਕਰੋ ਕਿਰਪਾ ਸਾਧ ਸੰਗਤ, ਅਸੀਸ ਬਖਸ਼ੋ। ਪਿਆਰ ਅਦਬ ਨਾਲ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਬਹ ਹਜ਼ੂਰ ਦੀ ਇਸ ਤੁਕ ਨੂੰ ਆਪਾਂ ਵਿਚਾਰ ਰਹੇ ਸਾਂ। ਨਾਨਕ ਆਸ਼ਿਕ ਕਾਂਢੀਐ ਸਦ ਹੀ ਰਹਿ ਸਮਾਏ। ਅਸਲ 'ਚ ਪ੍ਰਭੂ ਦਾ ਪ੍ਰੇਮੀ, ਗੁਰੂ ਦਾ ਪ੍ਰੇਮੀ, ਸਾਈਂ ਦਾ ਪ੍ਰੇਮੀ ਉਹ ਹੈ ਜਿਹੜਾ ਸਦਾ ਉਹਦੇ ਵਿੱਚ ਸਮਾਇਆ ਹੀ ਰਹਿੰਦਾ ਹੈ। ਉਹਦੀ ਯਾਦ ਵਿੱਚ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਥਾਂ ਨਹੀਂ ਦਿੰਦਾ ਜ਼ਿੰਦਗੀ 'ਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸਲ 'ਚ ਜਿਹੜਾ ਪ੍ਰਭੂ ਪ੍ਰੇਮੀ ਹੈ, ਉਹਦੇ ਬਾਰੇ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਉਹ ਅੱਠੇ ਪੈਰ ਆਪਣੇ ਮਾਲਕ ਦੀ ਯਾਦ ਵਿੱਚ ਹੀ ਜੁੜਿਆ ਰਹਿੰਦਾ ਹੈ। ਮਨ 'ਚ ਬੜਾ ਸਵਾਲ ਉੱਠੇਗਾ ਵੀ ਅੱਠੇ ਪੈਰ। ਸੱਚ ਇਹ ਵੇ ਕਿ ਪ੍ਰੇਮੀ ਨੂੰ ਇੱਕ ਖਿੰਨ ਪਿਆਰੇ ਦੀ ਯਾਦ ਭੁੱਲਦੀ ਏ, ਉਹ ਅੰਦਰੋਂ ਤੜਪ ਉੱਠਦਾ ਹੈ, ਉਹਦੇ ਤੋਂ ਬਰਦਾਸ਼ਤ ਨਹੀਂ ਹੁੰਦਾ। ਹਰ ਵਕਤ ਉਹ ਮਾਲਕ ਦੇ ਚਰਨਾਂ ਜੁੜਦਾ ਹੈ। ਇਸੇ ਕਰਕੇ ਕਿ ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ 'ਚ ਇਹ ਬਚਨ ਬਖਸ਼ਿਸ਼ ਕੀਤੇ ਸਨ ਕਿ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਜਿਹੜੇ ਖੁਦਾ ਦੇ ਪ੍ਰੇਮ 'ਚ ਰੰਗੇ ਨੇ, ਪਰਮਾਤਮਾ ਦੇ ਪ੍ਰੇਮ 'ਚ ਰੰਗੇ ਨੇ, ਮਹਾਰਾਜ ਕਹਿੰਦੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹਨਾਂ ਦਾ ਆਉਣਾ ਸਫਲ ਹੈ। ਬਿਸਰਿਆ ਜਿਨ ਨਾਮ ਤੇ ਭੂਵੇਂ
ਭਾਰਤੀਏ ਜਿਨ੍ਹਾਂ ਨੇ ਪਰਮਾਤਮਾ ਦੀ ਦਿੱਤੀਆਂ ਦਾਤਾਂ ਨੂੰ ਸਾਰੀ ਜ਼ਿੰਦਗੀ ਹੰਡਾਇਆ ਪਰ ਕਦੀ ਸਾਈਂ ਦੀ ਯਾਦ 'ਚ ਨਹੀਂ ਜੁੜੇ, ਉਹ ਬੰਦਿਆਂ ਦਾ ਸਰੀਰ ਤਾਂ ਇਸ ਧਰਤੀ ਦੇ ਇੱਕ ਉੱਪਰ ਕੇਵਲ ਇੱਕ ਬੋਝ ਹੈ। ਉਹ ਜ਼ਮੀਨ ਤੇ ਪਹਾੜ ਨੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰਤੀਏ। ਜਿਹੜਾ ਪ੍ਰਭੂ ਦਾ ਆਸ਼ਿਕ ਹੈ, ਪ੍ਰੇਮੀ ਹੈ, ਉਹਨੂੰ ਪਿਆਰੇ ਦੀ ਹਰ ਚੀਜ਼ ਚੰਗੀ ਲੱਗਦੀ ਹੈ। ਕਦੀ ਤੁਸੀਂ ਦੇਖੋ, ਇਸ ਨੂੰ ਅਸੀਂ ਕਰਮ ਕਾਂਡ 'ਚ ਨਾ ਲੈ ਜਾਈਏ, ਕਿਉਂਕਿ ਅੱਜ ਦਾ ਜ਼ਿਆਦਾਤਰ ਵਿਦਵਾਨ ਪੁਰਸ਼ ਵਿਚਾਰ ਕਰਨ ਵਾਲਾ ਇੰਨਾ ਕੁਰੁੱਖਾ ਹੋ ਗਿਆ, ਉਹ ਕਈ ਵਾਰੀ ਸੰਗਤ ਜਿਹੜਾ ਕੰਮ ਭਾਵਨਾ ਨਾਲ ਕਰਦੀ ਏ ਉਹਦੇ ਤੇ ਵੀ ਚੋਟ ਮਾਰਨ ਦਾ ਯਤਨ ਕਰਦਾ ਹੈ। ਮੰਨ ਲਓ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਨਿਸ਼ਾਨ ਸਾਹਿਬ ਸਾਨੂੰ ਨਜ਼ਰ ਹੀ ਆ ਗਿਆ। ਕਿਤੇ ਵੀ ਆਪਾਂ ਜਾਂਦੇ ਹਾਂ, ਨਿਸ਼ਾਨ ਸਾਹਿਬ ਦਾ ਫਰਰਾ, ਨਿਸ਼ਾਨ ਸਾਹਿਬ ਦਾ ਬਸਤਰ ਸਾਨੂੰ ਝੂਲਦਾ ਦਿਸਦਾ ਹੈ, ਤੇ ਅਸੀਂ ਸਾਰੇ ਹੱਥ ਜੋੜ ਕੇ ਸੀਸ ਕਿਉਂ ਝੁਕਾਉਂਦੇ ਹਾਂ? ਕੱਪੜਾ ਤਾਂ ਉਹ ਦੁਕਾਨ ਤੋਂ ਵੀ ਪਿਆ ਹੈ, ਉਸ ਰੰਗ ਦੇ ਕੱਪੜੇ ਦੇ ਆਪਾਂ ਬਸਤਰ ਵੀ ਸਲਾ ਕੇ ਪਾਉਂਦੇ ਹਾਂ, ਪਰ ਆਪਣੇ ਕੱਪੜੇ ਦੇ ਪੀਲੇ ਰੰਗ ਨੂੰ ਦੇਖ ਕੇ, ਕੇਸਰੀ ਦਸਤਾਰ ਨੂੰ ਦੇਖ ਕੇ ਆਪਾਂ ਨਹੀਂ ਮੱਥਾ ਟੇਕਦੇ। ਕਿਉਂ? ਕਿਉਂਕਿ ਜਿਹੜੀ ਚੀਜ਼ ਮੇਰੇ ਪ੍ਰੀਤਮ ਦੇ ਨਾਲ ਜੁੜ ਜਾਏ, ਯਾਦ ਰੱਖਿਓ, ਪ੍ਰੇਮੀ ਉਸ ਪਿਆਰੇ ਪ੍ਰੀਤਮ ਦੀ ਚੀਜ਼ ਨੂੰ ਵੀ ਨਮਸਕਾਰ ਕਰਦਾ ਹੈ। ਉਹ ਨਿਸ਼ਾਨ ਸਾਹਿਬ ਨੂੰ ਇਸ ਕਰਕੇ ਝੁਕਦਾ ਹੈ, ਇਹ ਮੇਰੇ ਪਿਆਰੇ ਦੀ ਨਿਸ਼ਾਨੀ ਹੈ। ਬੇਨਤੀ ਹੈ ਕਿ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਜਾਂਦਾ ਹੈ, ਤੁਸੀਂ ਦੇਖੋ, ਅਸੀਂ ਦੋਨਾਂ ਹੱਥਾਂ ਨਾਲ, ਮੈਂ ਆਪਣੀ ਗੱਲ ਨਹੀਂ ਕਰਾਂਗਾ, ਆਮ ਸੰਗਤ ਦਾ ਸ਼ਰਧਾਲੂ, ਉਹਨੂੰ ਕਹੋ ਵੀ ਤੂੰ ਗੁਰੂ ਸਾਹਿਬ ਦਾ ਰੁਮਾਲ ਪਕੜੇਗਾ, ਉਹਦਾ ਦੇਖਿਓ ਅੰਦਰ ਕਿੰਨਾ ਕੁ ਭਾਵਨਾ ਚਲਾ ਜਾਂਦਾ ਹੈ। ਉਹ ਕੱਪੜਾ ਪਕੜਦਿਆਂ ਸਾਰ ਅੱਖਾਂ ਭਰ ਲੈਂਦਾ ਹੈ। ਪੁੱਛੀਏ ਕਿਉਂ? ਕਹਿੰਦਾ ਮੈਂ ਕਿੰਨੇ ਭਾਗਾਂ ਵਾਲਾ ਵਾਂ, ਅੱਜ ਸਤਿਗੁਰੂ ਦਾ ਬਸਤਰ ਮੇਰੇ ਹੱਥ 'ਚ ਆਇਆ। ਬਾਣੀ ਉਹਨੂੰ ਨਹੀਂ ਪੜ੍ਹਨੀ ਆਉਂਦੀ, ਸਿਰਫ ਉਹਨੇ ਬਸਤਰ ਦੇਖਿਆ। ਇਹ ਸਾਰੇ ਚਿੰਨ੍ਹ ਨੇ ਅੰਦਰ ਦੇ ਪ੍ਰੇਮ ਦੇ, ਇਹ ਨਿਸ਼ਾਨੀਆਂ ਨੇ ਸਾਰੀਆਂ ਪਿਆਰੇ ਮਹਿਬੂਬ ਨਾਲ ਜੁੜੇ ਖੂਨ ਦੀਆਂ। ਸਿੱਖ ਸਰੀ ਸਾਹਿਬ ਪਾਉਂਦਾ ਹੈ, ਉਹਨੂੰ ਮਸਤਕ ਤੇ ਲਾ ਲੈਂਦਾ ਹੈ, ਕਿਉਂਕਿ ਉਹਨੂੰ ਪਤਾ ਹੈ ਇਹ ਨਿਸ਼ਾਨੀ ਮੇਰੇ ਗੁਰੂਦੇਵ ਦੀ ਹੈ। ਮੈਂ ਅਰਜ਼ ਕਰਾਂਗਾ, ਇਹਨੂੰ ਐਵੇਂ ਖੰਡਨ ਨਾ ਕਰੀ ਜਾਈਏ ਕਿ ਮੰਨ ਲਓ ਸਤਿਗੁਰੂ ਦੇ ਬਸਤਰ ਕਿਤੇ ਪਏ ਨੇ, ਸੰਗਤ ਵਾਲੇ ਨੇ ਉਸ ਬਸਤਰ ਨੂੰ ਨਮਸਕਾਰ ਕਰ ਦਿੱਤੀ, ਤੇ ਮੇਰੇ ਵਰਗਾ ਗਿਆਨੀ ਉਹਨੂੰ ਝਿੜਕਣ ਲੱਗ ਪਵੇ, ਤੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਉਂ ਝੋਗਿਆ, ਤੂੰ ਤਾਂ ਆਹ ਕਰ ਦਿੱਤਾ। ਉਹ ਨਹੀਂ ਪਿਆਰਿਓ, ਭਗਤ ਨਾਮਦੇਵ ਕਹਿੰਦੇ ਧੰਨ ਧੰਨ ਬਨ ਖੰਡ ਬਿੰਦਰਾ ਬਨਾ ਜੇ ਖੇਲੇ ਸ਼੍ਰੀ ਨਾਰਾਇਣਾ। ਇਹ ਗੁਰੂ ਗ੍ਰੰਥ ਸਾਹਿਬ 'ਚ ਬਚਨ ਨੇ। ਕਹਿੰਦੇ ਨੇ ਬਿੰਦਰਾ ਬਨਾ ਉਹ ਜੰਗਲ ਦਾ ਟੁਕੜਾ ਜਿੱਥੇ ਕ੍ਰਿਸ਼ਨ ਜੀ ਨੇ ਲੀਲਾ ਕੀਤੀ, ਜਿੱਥੇ ਖੇਡੇ। ਮੈਂ ਇਹ ਬਾਣੀ ਤੋਂ ਬਾਹਰ ਨਿਕਲ ਕੇ ਕੋਈ ਸ਼ਬਦ ਨਹੀਂ ਕਹਾਂਗਾ। ਉਹਨਾਂ ਨੇ ਧਰਤੀ ਦੇ ਇੱਕ ਟੁਕੜੇ ਨੂੰ ਧੰਨ ਕਿਹਾ, ਧੰਨ ਧੰਨ ਬਨ ਖੰਡ ਬਿੰਦਰਾ ਬਨਾ ਜੇ ਖੇਲੇ ਸ਼੍ਰੀ ਨਾਰਾਇਣਾ, ਜਿੱਥੇ ਉਹਨਾਂ ਨੇ ਖੇਡ ਕੀਤੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਗੁਰੂ ਰਾਮਦਾਸ ਦੇ ਦਰਬਾਰ ਦੀ ਜਦੋਂ ਗੱਲ ਚੱਲਦੀ ਹੈ, ਅਸੀਂ ਇੱਕ ਸ਼ਬਦ ਕਹਿੰਦੇ ਹਾਂ, ਧੰਨ ਸੋ ਤੇਰਾ ਥਾਨ ਹੈ। ਥਾਵਾਂ ਤੇ ਸਾਰੀ ਧਰਤੀ ਆ, ਜ਼ਮੀਨ, ਪਰ ਉਹਨੂੰ ਧੰਨ ਕਿਉਂ ਕਹਿੰਦੇ ਆ? ਕਿਉਂਕਿ ਉਸ ਜ਼ਮੀਨ ਦੇ ਟੁਕੜੇ ਤੇ ਮੇਰੇ ਪ੍ਰੀਤਮ ਦੇ ਆਪਣੇ ਚਰਨ ਪਏ ਹੋਏ। ਸਾਹਿਬ ਦੇ ਬੋਲ ਅਸੀਂ ਰੋਜ਼ ਪੜ੍ਹਦੇ ਹਾਂ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ, ਤੇਰੇ ਪੇਸ਼ਕਾਰੇ ਸੱਚੇ ਨੇ। ਆਪ ਪਟਨਾ ਸਾਹਿਬ ਗਏ ਹੋਗੇ, ਦਰਸ਼ਨ ਕੀਤੇ ਹੋਣੇ ਨੇ ਹਜ਼ੂਰ ਦੇ ਤਖਤ ਤੇ। ਆਪ ਜੀ ਨੂੰ ਪਤਾ ਹੈ ਕਿ ਪਟਨਾ ਸਾਹਿਬ ਦੇ ਇੱਕ ਪਾਸੇ ਇੱਕ ਛੋਟੀ ਜੀ ਗਲੀ ਲੰਘਦੀ ਹੈ, ਇੱਕ ਪਾਸੇ ਜਿਹਨੂੰ ਹਰਮੰਦਰ ਗਲੀ ਕਹਿੰਦੇ ਆ। ਜਿਹੜੇ ਸੱਜਣ ਗਏ ਉਹਨੂੰ ਪਤਾ ਹੈ, ਛੋਟੀ ਜੀ ਗਲੀ ਨੂੰ ਹਰਮੰਦਰ ਗਲੀ ਕਹਿੰਦੇ ਆ। ਕਿਉਂ? ਹਾਲਾਂਕਿ ਤਖਤ ਦਾ ਨਾਮ ਹੈ ਸ਼੍ਰੀ ਹਰਮੰਦਰ, ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ। ਉਹਨੂੰ ਹਰਮੰਦਰ ਸਾਹਿਬ ਨਹੀਂ ਆਪਾਂ ਕਹਿੰਦੇ। ਜੇ ਹਰਮੰਦਰ ਸਾਹਿਬ ਕਹਾਂਗੇ ਤੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵੱਲ ਧਿਆਨ ਜਾਏਗਾ। ਉੱਥੇ ਸ਼ਬਦ ਹੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ। ਇਸ ਕਰਕੇ ਉਸ ਸ਼ਹਿਰ ਨੂੰ ਗਵਰਨਮੈਂਟ ਨੇ ਵੀ ਪਟਨਾ ਸਾਹਿਬ ਨਾਲ ਹੀ ਲਿਖ ਦਿੱਤਾ। ਉਸ ਗਲੀ ਨੂੰ ਹਰਮੰਦਰ ਗਲੀ ਕਿਉਂ ਕਹਿੰਦੇ ਆ? ਉਹ ਇਸ ਕਰਕੇ ਮੇਰਾ ਬਾਲਾ ਪ੍ਰੀਤਮ ਉਸ ਗਲੀ ਦੇ ਵਿੱਚ ਖਿੱਦੂ ਖੁੰਡੀ ਖੇਡਦਾ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਦੇ ਚਰਨ ਪਏ ਨੇ ਉੱਥੇ। ਮੈਂ ਇਸ ਕਰਕੇ ਆਸਥਾ ਬਣਾਉਣ ਲਈ ਅਰਜ਼ ਕਰਾਂਗਾ, ਯਾਦ ਰੱਖਿਓ ਰੂਹਾਨੀਅਤ ਦਾ ਫਲ ਬਹੁਤ ਦੂਰ ਦੀ ਗੱਲ ਏ। ਜਿਸ ਬੰਦੇ ਕੋਲ ਬੀਜ ਨਹੀਂ ਉਹਨੂੰ ਫਲ ਕਦੀ ਨਹੀਂ ਲੱਗਦਾ। ਸ਼ਰਧਾ ਇੱਕ ਜੜ ਹੈ। ਜੇ ਤੁਹਾਡੀ ਆਸਥਾ ਸ਼ਰਧਾ ਨਹੀਂ, ਜੜ ਤੋਂ ਬਿਨਾ ਕਦੀ ਫਲ ਨਹੀਂ ਲੱਗਦੇ। ਤੇ ਸ਼ਰਧਾ ਤੋਂ ਬਿਨਾ ਚੇਤੇ ਰੱਖਿਓ ਰੂਹਾਨੀਅਤ ਦੀ ਮੰਜ਼ਿਲ ਕਦੀ ਨਹੀਂ ਮਿਲਦੀ। ਭਾਵਨਾ ਬਾਹਰ ਸੁਬਾਹ ਮੈਨੂੰ ਇੱਕ ਸੱਜਣ ਮਿਲੇ, ਅਸੀਂ ਘਰ ਵੀ ਬੈਠੇ ਅੱਜ ਗੱਲ ਕਰ ਰਹੇ ਸਾਂ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਬੱਚਿਆਂ ਦੇ ਸਵਾਲਾਂ ਦੇ ਜਵਾਬ। ਪਰ ਮੈਂ ਇੱਕ ਬੇਨਤੀ ਕੀਤੀ ਕਿ ਸਵਾਲ ਤਾਂ ਕਰੋ ਜੇ ਪਹਿਲਾਂ ਪੜ੍ਹ ਚੁੱਕੇ ਹੋਈਏ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਪ ਦੀ ਬਾਣੀ ਨਹੀਂ ਪੜ੍ਹੀ ਹੁੰਦੀ ਤੇ ਪ੍ਰਸ਼ਨ ਕਿੱਥੋਂ ਪੈਦਾ ਹੋ ਜਾਂਦੇ ਨੇ। ਉਹ ਬੜੀ ਚੰਗੀ ਉਹਨਾਂ ਗੱਲ ਕਹੀ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਆਸਥਾ ਹੋਣੀ ਜ਼ਰੂਰੀ ਹੈ। ਆ ਬੱਚੇ ਸਕੂਲ 'ਚ ਪੜ੍ਹਨੇ ਪਾਉਂਦੇ ਆ, ਉਹੀ ਬੱਚਾ ਹੀ ਅੱਗੇ ਕਲਾਸ ਵੀ ਜਾਏਗਾ ਜਿਹਦੇ ਕੋਲ ਆਪਣੀ ਕਿਤਾਬ ਪ੍ਰਤੀ ਆਸਥਾ ਹੈ। ਜਿਸ ਬੱਚੇ ਦੇ ਅੰਦਰ ਪੜ੍ਹਾਈ ਪ੍ਰਤੀ ਸ਼ਰਧਾ ਨਹੀਂ, ਉਹ ਅੱਗੇ ਨਹੀਂ ਪਹੁੰਚੇਗਾ। ਇਹ ਸੁਣਿਓ ਮੇਰੀ ਬੇਨਤੀ। ਦੇਖੋ ਜਿੰਨੇ ਅੱਖਰ ਨੇ, ਅੰਗਰੇਜ਼ੀ ਦੇ 26 ਅੱਖਰ ਨੇ, ਗੁਰਮੁਖੀ ਦੇ 35 ਨੇ, ਸੰਸਕ੍ਰਿਤ ਦੇ ਅਸੀਂ 52 ਅੱਖਰਾਂ ਦੀ ਗੱਲ ਕਰਨੇ ਆ। ਜਿਸ ਦਿਨ ਅਸੀਂ ਬੱਚੇ ਨੂੰ ਸਕੂਲ ਦਾਖਲ ਕਰਾਉਂਦੇ ਹਾਂ ਤੇ ਮਾਸਟਰ ਸਭ ਤੋਂ ਪਹਿਲਾਂ ਉਹਨੂੰ ਅੰਗਰੇਜ਼ੀ ਜੇ ਪੜ੍ਹਾਏਗਾ ਤੇ ਇਹ ਬੋਲਣਾ ਸਿਖਾਏਗਾ। ਚੇਤੇ ਰੱਖਿਓ ਕੱਲਾ ਬੋਲਣਾ ਨਹੀਂ ਸਿਖਾਉਂਦਾ। ਉਹਨੂੰ ਪਤਾ ਹੈ ਵੀ ਜੋ ਮੈਂ ਬੋਲ ਰਿਹਾ ਇਹ ਮੇਰੇ ਪਿੱਛੇ ਬੋਲ ਪਵੇਗਾ। ਪਰ ਇਹ ਤਰੱਕੀ ਤਾਂ ਕਰੇਗਾ ਜੇ ਇਹਦੀਆਂ ਅੱਖਾਂ ਨੂੰ ਉਸ ਚਿੰਨ੍ਹ ਦੀ, ਉਸ ਸਿੰਬਲ ਦੀ ਸਮਝ ਪੈ ਜਾਏ ਕਿ ਇਹਨੂੰ ਇਹ ਕਿਹਾ ਜਾਂਦਾ ਹੈ। ਉਹ ਅੱਖਾਂ ਨਾਲ ਇਹਦਾ ਢਾਂਚਾ ਦਿਖਾਉਂਦਾ ਹੈ ਤੇ ਜ਼ਬਾਨ ਨਾਲ ਉਹਦੇ ਤੋਂ ਬੁਲਾਉਂਦਾ ਹੈ। ਪਰ ਅੱਜ ਤੀਕਰਾ ਮੈਨੂੰ ਦੱਸੋ ਕਦੀ ਕਿਸੇ ਨੇ ਸਵਾਲ ਕੀਤਾ ਕਿ ਇਹ ਹੀ ਕਿਉਂ ਅਸੀਂ ਬੀ ਨੂੰ ਏ ਮੰਨਾਂਗੇ? ਕਦੀ ਕਿਸੇ ਵਿਦਿਆਰਥੀ ਨੇ ਨਹੀਂ ਕਿਹਾ। ਕਦੀ ਕਿਸੇ ਨੇ ਕਿਹਾ ਕਿ ਮੈਂ ਜ਼ੀ ਨੂੰ ਏ ਮੰਨਾਂਗਾ? ਮੈਂ ਨਹੀਂ ਇਹ ਮੰਨਦਾ, ਮੈਂ ਇਸ ਪਰੰਪਰਾ ਨੂੰ ਤੋੜਾਂਗਾ। ਜਿਹੜੀ ਸਦੀਆਂ ਤੋਂ ਇਹ ਲਿਪੀ ਚੱਲ ਰਹੀ ਹੈ ਮੈਂ ਨਹੀਂ ਮੰਨਦਾ। ਯਾਦ ਰੱਖਿਓ ਇੱਕ ਬੱਚੇ ਨੇ ਵੀ ਜੇ ਡਾਕਟਰ ਬਣਨਾ ਹੈ, ਦੁਨਿਆਵੀ ਤਾਲੀਮ ਲੈਣੀ ਹੈ, ਉਹਨੂੰ ਵੀ ਬਲਾਈਂਡ ਫੇਥ ਤੋਂ ਸ਼ੁਰੂ ਹੋਣਾ ਪਏਗਾ। ਜਿਹਨੇ ਗੁਰੂ ਦੀ ਕਿਰਪਾ ਲੈਣੀ ਹੈ ਉਹਨੂੰ ਗੁਰੂ ਤੇ ਪੂਰਨ ਭਰੋਸੇ ਤੋਂ ਸ਼ੁਰੂ ਹੋਣਾ ਪਏਗਾ। ਅੱਜ ਇਹ ਹੀ ਆਉਣਾ, ਬਲਾਈਂਡ ਫੇਥ ਦਾ ਜ਼ਿਕਰ ਹੋਣਾ ਅੱਜ ਦੇ ਸ਼ਲੋਕ 'ਚ। ਭਰੋਸੇ ਨਾਲ ਅੱਗੇ ਪੜ੍ਹਾਈ ਹੋਵੇਗੀ, ਅੱਗੇ ਬੱਚਾ ਤੁਰੇਗਾ। ਅਰਜ਼ ਕਰਾਂਗਾ ਕਿ ਸਤਿਗੁਰੂ ਦਾ ਜਿਹੜਾ ਪਿਆਰਾ ਸਿੱਖ ਹੈ, ਜਿਹੜਾ ਗੁਰੂ ਨੂੰ ਮੁਹੱਬਤ ਕਰਦਾ ਹੈ, ਪਿਆਰੇ ਦੀ ਹਰ ਚੀਜ਼ ਪਿਆਰੀ ਲੱਗਦੀ ਹੁੰਦੀ ਹੈ। ਪਿਆਰੇ ਦੀ ਹਰ ਵਸਤੂ ਚੰਗੀ ਲੱਗਦੀ। ਲੋਕ ਤਾਂ ਰੁਮਾਲ ਸਾਂਭ ਕੇ ਬੈਠੇ ਹੁੰਦੇ ਨੇ, ਬਸਤਰ ਸਾਂਭ ਕੇ ਬੈਠੇ ਹੁੰਦੇ ਨੇ। ਮੈਨੂੰ ਯਾਦ ਹੈ ਕਿ ਮਾਤਾ ਸਾਹਿਬ ਕੌਰ ਜੀ ਨੂੰ ਹਜ਼ੂਰ ਨੇ ਜਦੋਂ ਨੰਦੇੜ ਤੋਂ ਤੋਰਿਆ, ਉਹ ਬਿਰਹਾ ਵਿੱਚ ਆਏ। ਉਹਨਾਂ ਕਿਹਾ ਸਵਾਮੀ ਜੀ ਤੁਹਾਡੇ ਤੋਂ ਬਿਨਾਂ ਜ਼ਿੰਦਗੀ ਕਾਹਦੀ? ਤੇ ਸਤਿਗੁਰਾਂ ਨੇ 5 ਸ਼ਸਤਰ ਦੇ ਕੇ ਕਿਹਾ ਮਾਤਾ ਜੀ ਨੂੰ ਕਿ ਇਹਨਾਂ ਸ਼ਸਤਰਾਂ ਨੂੰ ਸੰਭਾਲ ਲਿਆ ਜੇ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਇਹਨਾਂ ਦੀ ਸੇਵਾ ਕਰਿਓ। ਇਹਨਾਂ ਸ਼ਸਤਰਾਂ ਵਿੱਚੋਂ ਮੇਰੀ ਝਲਕ ਪਏਗੀ। ਕੀ ਚੀਜ਼ ਹੈ? ਅਸੀਂ ਕਹਾਂਗੇ ਸ਼ਸਤਰਾਂ ਦੇ ਅਰਥ ਕੀ? ਨਹੀਂ, ਉਹ ਪਿਆਰੇ ਨੇ ਇੱਕ ਚਿੰਨ੍ਹ ਦੇ ਦਿੱਤਾ ਕਿ ਇਸ ਮੇਰੀ ਨਿਸ਼ਾਨੀ ਨੂੰ ਸਾਂਭ ਲਈ। ਤੇ ਮੈਂ ਕਈ ਵਾਰੀ ਕਹਿਣਾ ਹੁੰਦਾ, ਜਦੋਂ ਸਿੱਖ ਦਾ ਦਾੜਾ ਇਹਦੇ ਬੱਚੇ ਦੇ ਸਿਰ ਤੇ ਜੂੜਾ, ਇਹ ਜਦੋਂ ਕਕਾਰ ਪਾ ਕੇ ਤੁਰਦਾ, ਅਰਥ ਕੁਛ ਵੀ ਹੋਣ, ਸੱਚ ਇਹ ਮੇਰੇ ਪਿਆਰੇ ਮਹਿਬੂਬ ਦੀ ਨਿਸ਼ਾਨੀ ਹੈ, ਮੇਰੇ ਪਿਆਰੇ ਦੇ ਚਿੰਨ੍ਹ ਨੇ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ, ਤਾਂ ਮੈਂ ਇੱਧਰ ਤੁਰਿਆ ਕਿ ਪਿਆਰਾ ਜਦੋਂ ਪਿਆਰੇ ਦੀ ਹਰ ਚੀਜ਼ ਪਿਆਰੀ ਹੈ, ਮੁਹੱਬਤ ਹੋਵੇ ਸੀ। ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਬੋਲ ਹੈ। ਭਾਈ ਸਾਹਿਬ ਕਹਿੰਦੇ ਨੇ, ਸੁਬਾਹ ਮੈਂ ਉਦਾਹਰਨ ਦਿੱਤੀ ਸੀ ਲੈਲਾ ਮਜਨੂ ਦੀ, ਤੇ ਮੈਂ ਸੁਣਨ ਵਾਲਿਆਂ ਨੂੰ ਅਰਜ਼ ਕਰਾਂਗਾ ਇਹ ਨਾ ਸੋਚਿਓ ਭਾਈ ਸਾਹਿਬ ਕਿਉਂ ਉਦਾਹਰਨਾਂ ਦੇਈ ਜਾਂਦੇ। ਉਹਨਾਂ ਦੀ ਰਚਨਾ 'ਚ ਇੱਕ ਪੌੜੀ ਹੈ ਕਿ ਭਾਈ ਮਰਦਾਨਾ ਸਾਹਿਬ ਕੀਰਤਨ ਕਰਦੇ ਨੇ। ਇਹ ਸਭ ਨੂੰ ਪਤਾ ਹੈ ਉਹ ਮਿਰਾਸੀ ਸਨ। ਤੇ ਮਿਰਾਸੀ ਦਾ ਅਰਥ ਜ਼ਾਤ ਨਹੀਂ, ਅਸਲ 'ਚ ਮਿਰਾਸੀ ਲਫ਼ਜ਼ ਜਿਹੜਾ ਇਹ ਮਿਰਾਸ ਸ਼ਬਦ ਤੋਂ ਬਣਿਆ। ਮਿਰਾਸ, ਮਿਰਾਸ਼ੀ ਨਹੀਂ ਕਹਿਣਾ, ਮਿਰਾਸੀ ਮਿਰਾਸ ਤੋਂ ਬਣੇ। ਤੇ ਮਿਰਾਸ ਦਾ ਅਰਥ ਹੈ
ਕਿ ਜਿਹੜਾ ਜ਼ੁਬਾਨੀ ਤੁਹਾਡੇ ਪਰਿਵਾਰ ਦਾ ਕਈ ਪੀੜ੍ਹੀਆਂ ਦਾ ਕੁਰਸੀਨਾਮਾ ਜ਼ਬਾਨੀ ਦੱਸ ਦੇਵੇ। ਜਿਵੇਂ ਹਿੰਦੂਆਂ ਵਿੱਚ ਭੱਟ ਹੁੰਦੇ ਸਨ, ਬ੍ਰਾਹਮਣ ਸਨ, ਭੱਟ ਜਾਤ ਤਾਂ ਨਹੀਂ ਨਾ, ਉਹਨਾਂ ਨੇ ਬੈਠਿਆਂ ਬੈਠਿਆਂ ਸਾਰੇ ਦੱਸ ਦੇਣਾ ਤੇਰਾ ਬਾਪ ਇਹ, ਤੇਰਾ ਦਾਦਾ ਇਹ, ਤੇਰਾ ਪੜਦਾਦਾ ਇਹ। ਜਿਹੜੇ ਮਿਰਾਸੀ ਹੁੰਦੇ ਸਨ ਆਪਣੇ ਜਜ਼ਮਾਨਾਂ ਦਾ ਕੁਰਸੀਨਾਮਾ ਪਿਛੇ ਕਈ ਪੀੜ੍ਹੀਆਂ 2-4 ਮਿੰਟਾਂ 'ਚ ਗਿਣ ਕੇ ਰੱਖ ਦਿੰਦੇ ਸਨ। ਫਲਾਣੇ ਦਾ ਵਲਦ ਇਹ, ਫਲਾਣੇ ਦਾ ਇਹ, ਫਲਾਣੇ ਦਾ ਇਹ। ਭਾਈ ਸਾਹਿਬ ਕੀਰਤਨ ਕਰਦੇ ਨੇ ਤੇ ਸਾਡੇ ਘਰ ਵਿੱਚ ਕੀਰਤਨ ਕਥਾ ਵਾਲੇ ਨੂੰ ਬੜਾ ਸਨਮਾਨ ਦਿੱਤਾ ਜਾਂਦਾ ਗੁਰੂ ਹਜ਼ੂਰੀ 'ਚ। ਭਾਈ ਗੁਰਦਾਸ ਸਾਹਿਬ ਗਏ, ਉਹਨਾਂ ਨੇ ਪੁੱਛ ਲਿਆ ਕਿ ਮੈਨੂੰ ਦੱਸੋ, ਜਦੋਂ ਪੰਡਿਤ ਵਿਦਵਾਨਾਂ ਨਾਲ ਗੱਲਬਾਤ ਹੋਈ, ਬਾਕੀ ਤਾਂ ਸਭ ਠੀਕ ਹੈ, ਪਰ ਤੁਹਾਡੇ ਸਿੱਖ ਡੂਮਾਂ ਤੋਂ ਜਾ ਕੇ ਸ਼ਬਦ ਕਿਉਂ ਸੁਣਦੇ ਨੇ? ਡੂਮ ਸ਼ਬਦ ਵਰਤਿਆ। ਮੇਰੀ ਬੇਨਤੀ ਵੱਲ ਤੁਸੀਂ ਧਿਆਨ ਦਿਆ ਜੀ। ਤੇ ਉੱਥੇ ਜਿਹੜੇ ਲਫ਼ਜ਼ ਭਾਈ ਸਾਹਿਬ ਨੇ ਲਿਖੇ ਨੇ, ਇਹ ਵਾਰਕ ਹੈ ਭਾਈ ਸਾਹਿਬ ਦੀ ਇੱਕ ਪੌੜੀ। ਕਹਿੰਦੇ ਨੇ ਬਾਕੀ ਸਭ ਠੀਕ, ਪਰ ਸਿੱਖ ਡੂਮਾਂ ਤੋਂ ਜਾ ਕੇ ਸ਼ਬਦ ਕਿਉਂ ਸੁਣਦੇ ਨੇ ਮਿਰਾਸੀਆਂ ਤੋਂ? ਭਾਈ ਸਾਹਿਬ ਕਹਿੰਦੇ ਨੇ ਉਹ ਸਾਨੂੰ ਚੰਗੇ ਲੱਗਦੇ ਨੇ। ਉਹਨਾਂ ਕਿਹਾ ਵਰਨ ਵੰਡ ਮੁਤਾਬਕ ਅਸੀਂ ਸ਼ੂਦਰ ਸਮਝਨੇ ਆ, ਅਸੀਂ ਸ਼ੂਦਰ ਨੂੰ ਚੌਕੇ 'ਚ ਨਹੀਂ ਜਾਣ ਦਿੰਦੇ, ਪਰ ਤੁਸੀਂ ਉਹਨੂੰ ਉੱਚੀ ਬਿਠਾ ਕੇ ਤੁਹਾਡੇ ਘਰ 'ਚ ਡੂਮਾਂ ਤੋਂ ਸ਼ਬਦ ਸੁਣੇ ਜਾਂਦੇ ਨੇ। ਭਾਈ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਸੁਣਿਓ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਲੈਲਾ ਦੇ ਘਰ ਵਿੱਚੋਂ, ਉਹਦੇ ਮੁਕਾਮ ਵਿੱਚੋਂ, ਇਹ ਬਾਣੀ ਜੇ ਭਾਈ ਸਾਹਿਬ ਦੀ, ਕੁੱਤਾ ਬਾਹਰ ਨਿਕਲਿਆ। ਉਹ ਕੁੱਤਾ ਲੈਲਾ ਦੇ ਕੋਲ ਰਹਿੰਦਾ ਸੀ। ਲੈਲਾ ਉਹਨੂੰ ਪੁਚਕਾਰਦੀ ਹੈ, ਪਰ ਜਦੋਂ ਉਹ ਕੁੱਤਾ ਬਾਹਰ ਨਿਕਲਿਆ ਤੇ ਮਜਨੂ ਨੇ ਉਸ ਕੁੱਤੇ ਨੂੰ ਦੇਖ ਲਿਆ। ਉਹਦੇ ਅੰਦਰ ਇੱਕ ਉਬਾਲ ਉੱਠਿਆ। ਉਹ ਇੱਕੋ ਦਮ ਸਭ ਕੁਝ ਭੁੱਲ ਕੇ ਕੁੱਤੇ ਦੇ ਪਿੱਛੇ ਦੌੜਨ ਲੱਗ ਪਿਆ। ਕੁੱਤਾ ਅੱਗੇ, ਮਜਨੂ ਪਿੱਛੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਇਨਸਾਨ ਹੋ ਕੇ ਕੁੱਤੇ ਦੇ ਪੈਰਾਂ ਨੂੰ ਨਮਸਕਾਰਾਂ ਕਰੀ ਜਾਏ। ਕੁੱਤਾ ਡਰਦਾ ਦੌੜੇ। ਕਿਸੇ ਪੁੱਛਿਆ, ਉਹ ਕਮਲੇ ਬੰਦਿਆ ਝੱਲਿਆ, ਇਸ ਕੁੱਤੇ ਦੇ ਜਾਨਵਰ ਦੇ ਪੈਰਾਂ 'ਚ ਡਗਣਾ ਖੋਸ਼ ਤੋਂ ਕੰਮ ਲੈ ਮੂਰਖਾ। ਮਜਨੂ ਦੀਆਂ ਅੱਖਾਂ ਭਰ ਆਈਆਂ। ਉਹ ਕਹਿੰਦਾ ਜਾਨਵਰ ਕੌਣ? ਕਹਿੰਦਾ ਆਹ ਕੁੱਤਾ ਜਿਹਦੇ ਪਿੱਛੇ ਦੌੜਨਾ ਹੈ। ਉਹ ਕਹਿੰਦਾ ਮੈਨੂੰ ਮਹਿਬੂਬ ਨੂੰ ਦੇਖਿਆ ਕਈ ਦਿਨ ਹੋ ਗਏ ਨੇ, ਇਹ ਕੁੱਤਾ ਮੇਰੇ ਮਹਿਬੂਬ ਦੇ ਘਰ 'ਚੋਂ ਆਇਆ, ਇਹਦੀਆਂ ਅੱਖਾਂ ਨੇ ਮਹਿਬੂਬ ਦੇਖਿਆ, ਮੈਂ ਇਹਦੇ ਪੈਰਾਂ ਤੇ ਝੁਕਣਾ ਚਾਹੁੰਦਾ ਹਾਂ। ਭਾਈ ਸਾਹਿਬ ਨੇ ਦੇਖੋ ਉਦਾਹਰਨ ਕੈਸੀ ਦਿੱਤੀ। ਕਹਿਣ ਲੱਗੇ ਜੇ ਇੱਕ ਮਿਜਾਜੀ ਇਸ਼ਕ ਕਰਨ ਵਾਲਾ ਉਹ ਆਪਣੇ ਪਿਆਰੇ ਦੇ ਘਰ 'ਚੋਂ ਕੁੱਤਾ ਨਿਕਲੇ, ਉਹਦੇ ਪੈਰਾਂ 'ਚ ਡਿੱਗਦਾ ਹੈ, ਉਹ ਜਿੰਨੇ ਮੇਰੇ ਗੁਰੂ ਨਾਨਕ ਦੇ ਚਰਨਾਂ 'ਚ ਬੈਠ ਕੇ ਰਬਾਬ ਚਲਾਈ ਵਜਾਈ, ਉਹਦੇ ਚਰਨ ਮਿਲ ਜਾਣ, ਅਸੀਂ ਆਪਣੇ ਮੂੰਹ ਨਾਲ ਉਹਦੇ ਚਰਨ ਵੀ ਚੁੰਮ ਲਵਾਂ। ਉਹ ਮੇਰੇ ਪਿਆਰੇ ਦਾ ਪਿਆਰਾ ਹੈ। ਭਾਈ ਸਾਹਿਬ ਦੀ ਰਚਨਾ 'ਚ ਬੋਲ ਹੈ ਜੀ, ਮੈਂ ਪੜ੍ਹ ਦੇਣਾ 4 ਸਤਰਾਂ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ। ਇਹ ਜ਼ਿਆਦਾ ਔਖੇ ਸ਼ਬਦ ਨਹੀਂ ਕਿ ਦਰਗਾਹ ਦਾ ਅਰਥ ਵੈਸੇ ਕਚਹਿਰੀ ਹੁੰਦਾ ਹੈ, ਅਸੀਂ ਅਰਥ ਕਰਾਂਗੇ ਘਰ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹਿੜ ਹਿੜ ਹੱਸੇ ਲੋਕ ਵਿਡਾਣਾ। ਲੋਕ ਹੈਰਾਨ ਹੋ ਕੇ ਹੱਸਦੇ ਨੇ, ਮਜ਼ਾਕ ਉਡਾਉਂਦੇ ਨੇ, ਬੰਦਾ ਬਣ ਕੇ ਕੁੱਤੇ ਸਾਹਮਣੇ ਝੁਕਣਾ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹਿੜ ਹਿੜ ਹੱਸੈ ਲੋਕ ਵਿਡਾਣਾ। ਅੱਗੇ ਉਹ ਲਿਖਦੇ ਨੇ ਕਿ ਮੇਰਾਸੀ ਮੇਰਾਸੀਆਂ, ਇਹਦਾ ਅਰਥ ਮਿਰਾਸੀਆਂ ਵਿੱਚੋਂ ਨਿੱਕਾ ਜਿਹਾ ਮਿਰਾਸੀ। ਨਾਮ ਧਰੀਕ ਮੁਰੀਦ ਬਬਾਣਾ, ਗੁਰੂ ਨਾਨਕ ਦਾ ਨਾਮ ਧਰੀਕ ਸਿੱਖ ਭਾਈ ਮਰਦਾਨਾ। ਮੇਰਾਸੀ ਮੇਰਾਸੀਆਂ, ਨਾਮ ਧਰੀਕ ਮੁਰੀਦ ਬਬਾਣਾ। ਕੁੱਤਾ ਡੂਮ ਵਖਾਣੀਐ, ਕੁੱਤਿਆਂ ਵਿੱਚ ਕੁੱਤਾ ਨਹੀਂ ਵਾਣਾ। ਪਰ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਆਸ਼ਿਕ ਸ਼ਬਦ ਦੇ। ਫਿਰ ਬੇਨਤੀ ਸੁਣਿਓ, ਨਾਨਕ ਆਸ਼ਿਕ ਕਾਂਡੀਆਂ ਸਾਦਗੀ ਰਹੇ ਸਮਾਏ। ਕਹਿੰਦੇ ਗੁਰਸਿੱਖ ਆਸ਼ਿਕ ਸ਼ਬਦ ਦੇ। ਸਾਨੂੰ ਨਹੀਂ ਪਤਾ ਹੈ ਮਰਾਸੀ ਹੈ, ਸਾਨੂੰ ਨਹੀਂ ਪਤਾ ਹੈ ਇਹ ਕੌਣ ਹੈ। ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਕਹਿੰਦੇ ਨੇ ਅਸੀਂ ਤਾਂ ਸ਼ਬਦ ਦੇ ਆਸ਼ਿਕ ਹਾਂ। ਜਿਹੜਾ ਸ਼ਬਦ ਮੇਰੇ ਮਹਿਬੂਬ ਦੇ ਮੁਖ ਤੋਂ ਨਿਕਲਿਆ ਤੇ ਜਿਹੜਾ ਪ੍ਰੇਮ ਨਾਲ ਭਿੱਜ ਕੇ ਗਾਉਂਦਾ ਹੈ, ਅਸੀਂ ਉਹਦੇ ਚਰਨਾਂ 'ਚ ਆਪਣੇ ਆਪ ਨੂੰ ਫਿਦਾ ਕਰਾਂਗੇ। ਕਿਉਂਕਿ ਸਾਨੂੰ ਤਾਂ ਮਰਦਾਨੇ ਤੋਂ ਨੀਵੀਂ ਜ਼ਾਤ ਵੀ ਕੋਈ ਮਿਲੇ, ਅਸੀਂ ਉਹਦੇ ਚਰਨਾਂ ਵਿੱਚ ਬੈਠ ਕੇ ਵੀ ਸ਼ਬਦ ਸੁਣਾਂਗੇ, ਕਿਉਂਕਿ ਅਸੀਂ ਆਪਣੇ ਪਿਆਰੇ ਦੇ ਸ਼ਬਦ ਨੂੰ ਪਿਆਰ ਕਰਨੇ। ਫਿਰ ਬੇਨਤੀ ਹੈ ਮੇਰਾਸੀ ਮੇਰਾਸੀਆਂ,
ਨਾਮ ਧੀਕ ਤਰੀਕ ਮੁਰੀਦ ਬਿਬਾਣਾ, ਕੁੱਤਾ ਡੂਮ ਵਖਾਣੀਐ, ਕੁੱਤਿਆਂ ਵਿੱਚ ਕੁੱਤਾ ਨਿਮਾਣਾ, ਗੁਰਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ। ਮੈਂ ਬੇਨਤੀ ਕੀਤੀ, ਅਸਲ 'ਚ ਪਿਆਰੇ ਦੀ ਹਰ ਵਸਤੂ ਪਿਆਰੀ ਲੱਗਣ ਲੱਗ ਪੈਂਦੀ ਹੈ ਜਦੋਂ ਉਹਨੂੰ ਕੋਈ ਪਿਆਰ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮੈਂ ਬੇਨਤੀ ਕਰਾਂਗਾ, ਆਸ਼ਿਕ, ਪ੍ਰਭੂ ਆਸ਼ਿਕ, ਗੁਰੂ ਦਾ ਆਸ਼ਿਕ, ਪਰਮਾਤਮਾ ਦਾ ਪ੍ਰੇਮੀ ਸਾਧੀ ਰਹਿ ਸਮਾਏ, ਉਹ ਹਰ ਵਕਤ ਉਹ ਸਮਾਇਆ ਰਹਿੰਦਾ ਹੈ। ਪਰ ਪ੍ਰੇਮੀ ਸਭ ਤੋਂ ਪਹਿਲਾਂ ਆਪਣੀ ਪਹਿਰੇਦਾਰੀ ਦਿੰਦਾ ਹੈ। ਮੈਂ ਇਹ ਵੀ ਤੁਹਾਨੂੰ ਬੇਨਤੀ ਕਰ ਦਿਆਂਗਾ, ਬਾਣੀ ਦੇ ਸ਼ਬਦ ਨੇ, ਕਦੀ ਕਿਸੇ ਨੂੰ ਦਰਬਾਨ ਬੰਦ ਦੀ ਜਾਚ ਆ ਜਾਏ। ਦਿਰਵਾਨ ਆਪਾਂ ਕਹਿੰਦੇ ਆ ਜਿਹੜਾ ਕਿਸੇ ਦੇ ਬੂਹੇ ਅੱਗੇ ਖਲੋ ਕੇ ਪਹਿਰਾ ਦਿੰਦਾ ਹੈ, ਜਿਹਨੂੰ ਆਪਾਂ ਸਿਕਿਉਰਿਟੀ ਗਾਰਡ ਵੀ ਸ਼ਬਦ ਵਰਤਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਪਿਆਰੇ ਵਾਹਿਗੁਰੂ ਦਾ ਆਸ਼ਿਕ ਹੈ, ਪ੍ਰੇਮੀ ਹੈ, ਸਭ ਤੋਂ ਪਹਿਲਾਂ ਉਹ ਆਪਣੀ ਸਿਕਿਉਰਿਟੀ, ਆਪਣੀ ਦਰਵਾਨੀ ਕਰਦਾ ਹੈ। ਰੱਬ ਨੂੰ ਇਸ਼ਕ ਕਰਨ ਵਾਲਾ ਆਪਣੇ ਉੱਤੇ ਨਜ਼ਰ ਰੱਖਦਾ। ਮੈਂ ਫਿਰ ਅਰਜ਼ ਕਰਾਂਗਾ, ਇਹਨੂੰ ਸੁਣਿਓ। ਕਿਉਂ ਨਹੀਂ ਰਸ ਪੈਦਾ ਹੁੰਦਾ? ਕਿਉਂਕਿ ਜ਼ਬਾਨ ਪਾਠ ਕਰਦੀ ਹੁੰਦੀ ਹੈ, ਦਿਲ ਲੋਕਾਂ ਦੇ ਪਹਿਰੇ ਦਿੰਦਾ ਹੁੰਦਾ। ਜਪਜੀ ਸਾਹਿਬ ਮੈਂ ਪੜ੍ਹ ਰਿਹਾ ਵਾਂ ਤੇ ਪਹਿਰਾ ਮੈਂ ਲੋਕਾਂ ਦੇ ਬੂਹੇ ਅੱਗੇ ਦੇ ਰਿਹਾ, ਉਹ ਫਲਾਣੇ ਦਾ ਕੰਮ ਕਿਵੇਂ ਚੱਲਦਾ ਹੈ? ਮੈਂ ਲੋਕਾਂ ਦੇ ਸਰੀਰਾਂ ਦਾ ਪਹਿਰਾ ਦੇ ਰਿਹਾ, ਲੋਕਾਂ ਦੀਆਂ ਫੈਕਟਰੀਆਂ ਅੱਗੇ ਰਾਤ ਖਲੋਤਾ ਵਾਂ, ਲੋਕਾਂ ਦੀਆਂ ਦੁਕਾਨਾਂ ਦੇ ਪਹਿਰੇ ਦੇ ਰਿਹਾ। ਗੁਰੂ ਸਾਹਿਬ ਕਹਿੰਦੇ ਨੇ ਰੱਬ ਨੂੰ ਇਸ਼ਕ ਕਰਨ ਵਾਲਾ ਉਹ ਆਪਣੇ ਦਿਲ ਦਾ ਪਹਿਰਾ ਦਿੰਦਾ ਹੈ, ਕਿ ਜਿਵੇਂ ਸਿਕਿਉਰਿਟੀ ਗਾਰਡ, ਦਰਵਾਨ ਜਾਂ ਪਹਿਰੇਦਾਰ, ਚੌਕੀਦਾਰ ਕੋਈ ਘਰ ਵਿੱਚ ਵੜੇ ਤਾਂ ਉਹ ਧਿਆਨ ਦਿੰਦਾ ਤੂੰ ਕੌਣ? ਰੱਬ ਨੂੰ ਪ੍ਰੇਮ ਕਰਨ ਵਾਲਾ ਫੁਰਨਿਆਂ ਤੇ ਵੀ ਪਹਿਰਾ ਦਿੰਦਾ, ਮੇਰੇ ਅੰਦਰ ਕਿਤੇ ਮੈਲੇ ਫੁਰਨੇ ਨਾ ਪੈਦਾ ਹੋ ਜਾਣ। ਉਹ ਪਹਿਰੇਦਾਰ ਹੈ ਆਪਣੇ ਆਪ ਦਾ। ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਤੁਕਾਂ ਨੇ ਜੀ। ਦਿਲ ਦਰਵਾਨੀ ਜੋ ਕਰੈ, ਜਿਹੜਾ ਆਪਣੇ ਦਿਲ ਦੀ ਪਹਿਰੇਦਾਰੀ ਦੇ ਰਿਹਾ। ਦਿਲ ਦਿਰਵਾਨੀ ਜੋ ਕਰੈ, ਦਰਵੇਸ਼ੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾਂ ਕਰਤੇ ਪਾਸ। ਇਸ਼ਕ ਮੁਹੱਬਤ ਨਾਨਕਾ, ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਨੂੰ ਇਸ਼ਕ ਕਰਦਾ, ਮੁਹੱਬਤ ਕਰਦਾ, ਸਭ ਤੋਂ ਪਹਿਲੀ ਗੱਲ ਆਸ਼ਿਕ ਆਪਣਾ ਪਹਿਰਾ ਦਿੰਦਾ ਵੀ ਮੇਰਾ ਅੰਦਰ ਕਿੱਥੇ ਟਿਕਿਆ। ਅਗਲੀ ਬੇਨਤੀ ਕਰਾਂ, ਸਾਧੀ ਰਹਿ ਸਮਾਏ ਦੇ ਅਰਥ ਕੀ ਨੇ? ਉਹ ਪਿਆਰੇ ਵਿੱਚ ਸਦਾ ਕਿਵੇਂ ਸਮਾਇਆ ਰਹਿੰਦਾ ਹੈ? ਆਓ ਗੁਰੂ ਗ੍ਰੰਥ ਸਾਹਿਬ 'ਚੋਂ ਉਹਨਾਂ ਮਹਾਂਪੁਰਖਾਂ ਦੀ ਬਾਣੀ 'ਚੋਂ ਦਰਸ਼ਨ ਕਰੀਏ ਜਿਹੜੇ ਸਦਾ ਪਿਆਰੇ ਵਿੱਚ ਸਮਾਏ ਨੇ, ਕਦੀ ਯਾਦ ਵਿਸਰਦੀ ਨਹੀਂ। ਹਰ ਵਕਤ ਉਹਨਾਂ ਦੇ ਅੰਦਰ ਪਿਆਰੇ ਦੀ ਯਾਦ ਹੈ। ਸਾਧੀ ਹੀ ਰਹਿ ਸਮਾਏ ਦੇ ਵਿੱਚ ਮੈਂ 2-3 ਬਚਨ ਕਬੀਰ ਸਾਹਿਬ ਦੇ ਅਰਜ਼ ਕਰਨਾ ਚਾਹਨਾ, ਜਿਹੜੇ ਸਮਾਜਨ ਸਾਧੀ ਰਹਿ ਸਮਾਏ। ਉਹਨਾਂ ਵਿੱਚ ਤੇ ਪਿਆਰੇ ਵਿੱਚ ਅੰਤਰ ਹੀ ਕੋਈ ਨਹੀਂ। ਸਿੱਖੀ ਦੀ ਮੰਜ਼ਿਲ ਇਹ ਹੈ ਕਿ ਪਿਆਰ ਕਰਦਿਆਂ ਕਰਦਿਆਂ ਇੱਕ ਦਿਨ ਪ੍ਰੇਮੀ ਆਪਣੇ ਪਿਆਰੇ ਦਾ ਰੂਪ ਹੋ ਜਾਂਦਾ ਹੈ। ਇਸ ਨੁਕਤੇ ਨੂੰ ਧਿਆਨ ਨਾਲ ਸੁਣਿਓ। ਪ੍ਰੇਮੀ ਪਿਆਰ ਕਰਦਾ ਕਰਦਾ ਇੱਕ ਦਿਨ ਆਪਣੇ ਪ੍ਰੇਮੀ ਦਾ, ਪਿਆਰੇ ਦਾ ਰੂਪ ਹੋ ਜਾਂਦਾ ਹੈ। ਇਹ ਦੁਨਿਆਵੀ ਤੌਰ ਤੇ ਵੀ ਇੱਕ ਸ਼ਬਦ ਕਹਿੰਦੇ ਹੁੰਦੇ ਸਨ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ। ਇਹ ਜੇ ਬੁੱਲੇ ਨੇ ਕਿਹਾ, ਉਹਨੇ ਗੱਲ ਕੁਝ ਹੋਰ ਕਹੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜਦੋਂ ਕੋਈ ਪਿਆਰੇ ਵਾਹਿਗੁਰੂ ਨੂੰ ਭਿੱਜ ਕੇ ਪੁਕਾਰਦਾ ਹੈ, ਇੱਕ ਦਿਨ ਪਿਆਰਾ ਇੰਨੀ ਕਿਰਪਾ ਕਰ ਦਿੰਦਾ ਹੈ, ਪੁਕਾਰਨ ਵਾਲੇ ਵਿੱਚ ਤੇ ਜਿਹਨੂੰ ਪੁਕਾਰਦਾ ਦੋਨਾਂ ਵਿੱਚ ਫਰਕ ਹੀ ਕੋਈ ਨਹੀਂ ਰਹਿੰਦਾ। ਪਿਆਰੇ ਦਾ ਰੂਪ ਹੋ ਜਾਂਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਦੇ ਜ਼ਿੰਦਗੀ ਨਾਮੇ 'ਚ 2 ਸ਼ੇਰ ਨੇ। ਉਹ ਕਹਿੰਦੇ ਨੇ, ਇਸ਼ਕ ਮੌਲਾ ਮਰ ਤੁਰਾ ਮੌਲਾ ਕੁਨਦ। ਇਸ਼ਕ ਮੌਲਾ ਮਰ ਤੁਰਾ ਮੌਲਾ ਕੁਨਦ। ਤੂੰ ਮੌਲਾ ਨੂੰ, ਰੱਬ ਨੂੰ ਇਸ਼ਕ ਕਰ। ਦੁਨੀਆ ਦਾ ਇਸ਼ਕ ਦੁੱਖ ਦੇ ਕੇ ਜਾਂਦਾ ਹੈ, ਪਰਮਾਤਮਾ ਨੂੰ ਇਸ਼ਕ ਕਰ। ਇਸ਼ਕ ਕਰਨ ਵਾਲਿਆਂ ਨੂੰ ਰੱਬ ਆਪਣੇ ਵਰਗਾ ਬਣਾ ਲੈਂਦਾ। ਇਸ਼ਕ ਮੌਲਾ ਮਰ ਤੁਲਾ ਮੌਲਾ ਕੁਨਦ, ਦਰਦੋ ਗਮਹਾ ਬੇਤਰੋ ਔਲਾ ਕੁਨਦ। ਜਿੰਨੀਆਂ ਮਰਜ਼ੀ ਤੈਨੂੰ ਬਿਮਾਰੀਆਂ ਚੰਬੜੀਆਂ ਹੋਣ, ਤੂੰ ਪਿਆਰੇ ਮਹਿਬੂਬ ਨੂੰ ਪੁਕਾਰ, ਉਹ ਤੇਰੇ ਅੰਦਰ ਦੇ ਦੁੱਖਾਂ ਨੂੰ ਕੱਟ ਕੇ ਤੈਨੂੰ ਤੰਦਰੁਸਤੀ ਬਖਸ਼ ਦੇਵੇਗਾ। ਪਰ ਇਸ਼ਕ ਨੂੰ ਕਰ। ਇਸ਼ਕ ਮੌਲਾ ਮਰ ਤੁਰਾ ਮੌਲਾ ਕੁਨਦ, ਦਰਦੋ ਗਮਹਾ, ਦਰਦ ਦੁੱਖ, ਗਮ ਆਪਾਂ ਸਮਝ ਗਏ ਚਿੰਤਾਵਾਂ। ਦਰਦੋ ਗਮਹਾ ਬੇਤਰੋ, ਤੇਰੇ ਦਰਦ ਨੂੰ, ਤੇਰੀ ਬਿਮਾਰੀ ਨੂੰ, ਤੇਰੇ ਦੁੱਖ ਨੂੰ ਚੰਗਿਆਂ ਕਰ ਦੇਵੇਗਾ। ਦਰਦੋ ਗਮਹਾ ਬੇਤਰੋ ਔਲਾ ਕੁਨਦ, ਤੈਨੂੰ ਔਲੀਆ ਬਣਾ ਦੇਗਾ ਜੇ ਤੂੰ ਪਿਆਰੇ ਨੂੰ ਪਿਆਰ ਕਰੇਗਾ ਤਾਂ। ਮੈਂ ਬੇਨਤੀ ਕਰਾਂਗਾ,
कि ये मत समझना भी प्यारा पुकारदा है ते की एक दो सारी जिंदगी पुकारदी रहिंदा नहीं, उहदे विच ते प्यारे विच फिर कोई अंतर नहीं रहिंदा। ये मैं बाणी चो अर्ज करनी है, मेरी गल तुसीं ध्यान नाल सुनियो। जिन्हों इश्क करोगे उहदे वर्गे बन जाओगे। सच ये ईवन कि कई बंदियां दी बिरती कुत्तियां नूं डंगरां नूं प्यार करदे आ, इन्ना को लुगाव बन जाता, उन्होंने अपने विचों भी जानवर महसूस होने लग पैंदा है जिधर साडा लगाव होवेगा। कबीर साहब की रचना च एक बोल है, वो 3 अवस्थावां ने, असल च श्लोक 3 ने, पर 3 श्लोकां दे अर्थ मैं 3-4 मिनट च कर जांगा, पर अवस्थावां लई पता नहीं किन्ने कुछ सालां दा पैंदा है। किरपा होवे ते फिर कोई वड्डी गल नहीं। पहला श्लोक है कि नीचे लोयन कर रहूं ले साजन घट माखे। अर्थ एक बार कीते सने दे में कहंदे ने अपनियां अखां बंद कर लियां, नीवियां पा लियां ते पखंड करके नहीं कीतियां। नीचे लोयन कर रहूं ले साजन घट माखे, अपने सज्जन नूं हिरदे च टिकाया, अखां नहीं खोलियां। एक अखां हुंदियां ने परपंच करके बंद। चेते रखियो, वासना भी बंदे दियां नेत्रां नूं बंद करा जांदी है। जिन्हों अंदर दा रस नाम दा आउण लग पए, अखां बंद धक्के नाल नहीं आप करिंदियां, वो अपने आप ही हो जांदियां। कहने सज्जन नूं हिरदे च वसाया, नेत्र बंद हो गए। जे किसे पुछया भी तुसी बाहर क्यों नहीं देखदे, कहंदे ने हिरदे विच प्यारा आ गया, हुण ओनूं वेखण तो बिना वक्त होवे ते किसे होर नूं वेखां। पहला श्लोक है जी, नीचे लोयन कर रहूं ले साजन घट माहे, सब रस खेलू पी सो, प्यारे नाल रस मगन खां, किसों लखावूं नाखे, किसे नूं क्यों दिखावां। हुण दूसरी अवस्था की बनी, अपने आप नूं देखण तो बाद ओही भगत महापुरख बाहर देखण लग पे। पुछया कि वो सज्जन हिरदे चो चले गए। मैं बेनती कर रहा, नानक आशिक काढ़ियां साधी रहे समाए। कहते वो सज्जन चले गए, हुण तुसीं 4 चुफेरे झाकदे हो। कहते नहीं, वो चले नहीं गए, असल च उन्हें किरपा उन्नी कर दी, मेरे अंदर इन्नी कोई सोझी दे दी। कह लगे हुण अखां खोल के 4 चुफेरे देखा कर, जिधर झाती मेर मारेगा मैं तेनू ही दिसांगा, जां तेरे नाल बचन कीता तेरा ते मेरा कदी विछोड़ा पएगा ही नहीं। तू अखां खोल के देख, तू अखां बंद करके देख, साधी रह समाए। अगला श्लोक है जी, 8 जाम 64 घड़ी, 8 पैर ते 64 घड़ियां, तो नरख तरह जियो। निरखण दा अर्थ आपां समझने ना, देखना। तो निरख तरह जियो, नीचे लोयन क्यों करूं, सब घट देखूं, पीओ खुण क्यों अखां बंद करां, केड़ा थां है जिथे दाता नहीं। उन्हां पुछया कबीर साहब खुण। अगला तीजा श्लोक सुनो, की है अभेदता प्रेमी दी। वो कहंदे ने खुण सच ये वे, लोग कहंदे ने शरीर विच जिंद रहिंदी, असीं सारे कहने कि जियो पाए पिंड जिन साजिया दिता पैनन खान। ए शरीरा मेरिया हर तुम में जोत रखी, ता तू जग में आया। पर कबीर साहब कहते हुण उस अवस्था ते पहुँच गया, हुण ये नहीं पता मेरे शरीर विच जी रहिंदा कि पी रहिंदा है। जी दा अर्थ है जिंद, ते पी दा अर्थ है पति परमात्मा। एक है साधी रह समाए। कबीर साहब कहते सुन सखी जी मैं पी बसै। सुनो, मेरी जिंद च प्यारा महबूब रहिंदा है, पी मैं बसै के जियो। ये नहीं पता कि पति विच जिंद रहिंदी है कि जिंद विच पति रहिंदा, दोनों अभेद हो गए। सुन सखी जी मैं पी बसै, पी मैं बसै के जियो। जियो पियो बूझो नहीं, घट में जियो कि पियो पता ही नहीं हुण घट विच जियो रहिंदा है कि पियो रहिंदा है। प्रभु नूं इश्क करन वाला वो एक दिन अभेदता तक पहुँचदा। आ जिहड़ा शब्द मृतक ते पढ़िया जाता है, प्यारिओ चलो अज भी आ गुरमुख प्यारे कह रहे सन, मैं ये नहीं कि कीर्तन एक भगती बड़ी वड्डी, कीर्तन ने बाबा जी दे ने दुनिया चेंज कर दी। बाबा जी कीर्तन करते सन, कवि संतोख सिंह कहते उस रुख के पत्तियां विचों भी रस चौंदा सी, जिस रुख तले मेरा बाबा कीर्तन करता सी। तरवर ते रस नुचरन लागो, बिसरियो सब अपाना। पर कई बारी प्रकरण दे शब्द नहीं हुंदे,
ਮ੍ਰਿਤਕ ਤੇ ਇੱਕ ਸ਼ਬਦ ਪੜਿਆ ਜਾਂਦਾ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਨਹੀਂ, ਇਹ ਮ੍ਰਿਤਕ ਨਾਲ ਸੰਬੰਧਿਤ ਨਹੀਂ, ਇਹ ਸ਼ਬਦ ਅਭੇਦਤਾ ਨਾਲ ਸੰਬੰਧਿਤ ਹੈ। ਨਾਨਕ ਆਸ਼ਕ ਕਾਢੀਆਂ ਸਾਧੀ ਰਹੇ ਸਮਾਏ। ਜਦੋਂ ਪ੍ਰੇਮੀ ਪਿਆਰੇ ਦੇ ਵਿੱਚ ਮਿਲ ਜਾਂਦਾ ਹੈ, ਉਦੋਂ ਅਵਸਥਾ ਆਉਂਦੀ ਹੈ ਕਿ ਜਿਵੇਂ ਬਰਫ਼ ਹੈ ਤਾਂ ਪਾਣੀ ਨਾ ਜੀ, ਬਰਫ਼ ਪਾਣੀ ਜੰਮ ਜਾਏ ਤੇ ਬਰਫ਼ ਬਣ ਗਈ ਕਠੋਰ ਹੈ, ਪੱਥਰ ਦੀ ਤਰ੍ਹਾਂ। ਸੂਰਜ ਦਾ ਸੇਕ ਲੱਗੇ ਫਿਰ ਪਾਣੀ ਦਾ ਪਾਣੀ ਬਣ ਜਾਂਦੀ ਏ। ਕਹਿੰਦੇ ਨੇ ਅੰਦਰ ਖੌਮੇ ਕਰਕੇ ਠੋਸ ਬਣ ਚੁੱਕਾ ਸੀ, ਜਦੋਂ ਸ਼ਬਦ ਦਾ ਸੇਕ ਲੱਗਾ ਇਹ ਰਾਮ ਕੀ ਅੰਸ਼ ਰਾਮ ਵਿੱਚ ਅਭੇਦ ਹੋ ਗਿਆ। ਜਿਵੇਂ ਬਰਫ਼ ਢਲ ਕੇ ਪਾਣੀ ਵਿੱਚ ਮਿਲ ਜਾਂਦੀ ਏ, ਆਤਮਾ ਪ੍ਰਵਾਹਿਤ ਹੋ ਕੇ ਪਰਮਾਤਮਾ ਵਿੱਚ ਮਿਲ ਜਾਂਦੀ ਹੈ। ਇਹ ਸ਼ਬਦ ਅਭੇਦਤਾ ਦਾ ਗੁਰਮੁਖੋ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਦੋਨੋਂ ਮਿਲ ਗਏ। ਭਾਵੇਂ ਇਹਦੇ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਕਿ ਸੂਰਜ ਦੀ ਕਿਰਨ ਜਦੋਂ ਬਰਫ਼ ਨੂੰ ਮਿਲਦੀ ਏ, ਪਾਣੀ ਦਾ ਪਾਣੀ ਬਣ ਜਾਂਦਾ ਹੈ। ਉਂਝ ਵੈਸੇ ਚੇਤੇ ਰੱਖਿਓ, ਮੈਂ ਸੁਬਾਹ ਅਰਜ਼ ਕੀਤੀ ਸੀ ਕਿ ਇੱਕ ਚੰਗਿਆੜੀ ਵੀ ਆਪਣੇ ਸ਼ੌਚ ਮਿਲਦੀ ਏ। ਪਾਣੀ ਦੀ ਇੱਕ ਇੱਕ ਬੂੰਦ ਜਿਹਨੂੰ ਕਹਿੰਦੇ ਆ ਸੁੱਕ ਗਿਆ, ਕਦੀ ਨਹੀਂ ਸੁੱਕਦਾ, ਉਹ ਵੀ ਅਭੇਦ ਹੁੰਦਾ ਹੈ। ਇਹ ਐਸਾ ਸਿਸਟਮ ਪ੍ਰਭੂ ਦਾ। ਸੂਰਜ ਦੀ ਕਿਰਨ ਮਿਲੇ ਤੇ ਬਰਫ਼ ਢਲ ਕੇ ਪਾਣੀ ਬਣ ਜਾਂਦੀ ਏ, ਜਿਹਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋ ਜਾਏ, ਸੱਚੇ ਇੱਕ ਦਿਨ ਢਲ ਕੇ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਅੱਜ ਬੰਦਾ ਪੂਰਾ ਹੋ ਗਿਆ, ਸੰਪੂਰਨ ਹੋ ਗਿਆ, ਅੱਜ ਅਧੂਰਾ ਨਹੀਂ ਰਿਹਾ। ਦਾਸ ਕਈ ਵਾਰੀ ਬੇਨਤੀ ਕਰਦਾ, ਸਾਡੇ ਪੁਰਾਣੇ ਲਫ਼ਜ਼ ਬੜੇ ਸੋਹਣੇ ਸਨ ਪੰਜਾਬੀ ਦੇ। ਚਲੋ ਹੁਣ ਅਸੀਂ ਕਹਿੰਦੇ ਹਾਂ ਫਲਾਣਾ ਐਕਸਪਾਇਰ ਹੋ ਗਿਆ, ਉਹਦੀ ਡੈਥ ਹੋ ਗਈ, ਉਹ ਚਲਾਣਾ ਕਰ ਗਿਆ। ਮੈਨੂੰ ਯਾਦ ਹੈ ਸਾਡੇ ਪੰਜਾਬ ਦੇ ਪਿੰਡਾਂ 'ਚ ਕਹਿੰਦੇ ਸਨ ਫਲਾਣਾ ਬੰਦਾ ਅੱਜ ਪੂਰਾ ਹੋ ਗਿਆ। ਪੂਰਾ ਕਹਿੰਦੇ ਸਨ ਜੀ, ਅਸਲ 'ਚ ਪੂਰਾ ਇੱਕ ਯਾਤਰਾ ਸੀ। ਜਨਮ ਤੋਂ ਲੈ ਕੇ ਮੌਤ ਤੱਕ ਪੂਰਾ ਹੋਣਾ ਇੱਕ ਪ੍ਰੋਸੈਸ ਸੀ। ਅਸੀਂ ਸ਼ਬਦ ਜ਼ਰੂਰ ਵਰਤ ਦਿੰਦੇ ਹਾਂ ਕਿ ਫਲਾਣਾ ਬੰਦਾ ਪੂਰਾ ਹੋ ਗਿਆ ਹੈ। ਨਹੀਂ ਪਿਆਰਿਓ, ਪੂਰਾ ਕੋਈ ਬ੍ਰਹਮ ਗਿਆਨੀ ਹੁੰਦਾ। ਬੰਦਾ ਆਉਂਦਾ ਸਵਾਸਾਂ ਦਾ ਭਾਂਡਾ ਖਾਲੀ ਕਰਕੇ ਅਗਲੇ ਭਾਂਡੇ ਵਾਸਤੇ ਫਿਰ ਚੱਲ ਪੈਂਦਾ। ਪੂਰਾ ਇੱਕ ਅਵਸਥਾ ਹੈ। ਸਤਿਗੁਰੂ ਨੇ ਸ਼ਬਦ ਵਰਤਿਆ ਕਿ ਉਹ ਸੰਪੂਰਨ ਹੋ ਗਈ ਉਹਦੀ ਯਾਤਰਾ, ਉਹ ਅਭੇਦਤਾ ਵਿੱਚ ਹੈ। ਸਵਾਲ ਉੱਠੇਗਾ, ਕੀ ਅਭੇਦਤਾ ਵਾਲਾ ਦੁਬਾਰਾ ਸਰੀਰ ਲਏਗਾ? ਇੱਕ ਪ੍ਰਸ਼ਨ ਹੈ, ਕੀ ਅਭੇਦਤਾ ਵਾਲਾ ਦੁਬਾਰਾ ਸਰੀਰ ਲੈ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਮੁਖੋ, ਹਰ ਬੰਦਾ ਕਰਮ ਭੋਗਣ ਨਹੀਂ ਆਇਆ। ਅਸੀਂ ਆਏ ਹਾਂ, ਪਰ ਗੁਰੂ ਕਰਮ ਭੋਗਣ ਨਹੀਂ ਆਉਂਦਾ। ਦਾਸ ਨੇ ਕੱਲ ਵੀ ਅਰਜ਼ ਕੀਤੀ, ਅਸੀਂ ਸਾਰੇ ਕਥਾ ਕਰਦੇ ਹਾਂ, ਕਹਿੰਦੇ ਹਾਂ ਕਿਰਤ ਕਰਮ ਕੇ ਵਿਛੜੇ, ਕੀਤੇ ਹੋਏ ਕਰਮਾਂ ਕਰਕੇ ਵਿਛੜਿਆ। ਆਪ ਕਮਾਣਾ ਵਿਛੜੀ, ਮੇਰੇ ਕਰਮਾਂ ਨੇ ਮੈਨੂੰ ਵਿਛੋੜ ਦਿੱਤਾ। ਪਰ ਕੀ ਗੁਰੂ ਸਾਹਿਬਾਨ ਕਰਮਾਂ ਕਰਕੇ ਵਿਛੜੇ ਆਏ ਨੇ? ਪੰਜ ਤੱਤਾਂ ਦੇ ਸਰੀਰ ਵਿੱਚ ਗੁਰੂ ਵਰਤਿਆ। 10 ਜੋਤਾਂ ਵੈਗੁਰੂ 10 ਸਰੀਰਾਂ 'ਚ ਜੋਤ ਵਰਤੀ। ਕੀ ਗੁਰੂ ਕਰਮ ਭੋਗਣ ਆਇਆ? ਮੇਰੀ ਬੇਨਤੀ ਹੈ ਕਿ ਇਹ ਪਿਆਰੇ ਦੀ ਮਰਜ਼ੀ ਹੈ। ਗੁਰਮੁਖ ਕਦੀ ਵੀ ਕਰਮ ਭੋਗਣ ਨਹੀਂ ਆਉਂਦਾ। ਚੇਤੇ ਰੱਖਿਓ, ਗੁਰਮੁਖ ਜੇ ਸਰੀਰ ਧਾਰਨ ਕਰਦਾ ਤੇ ਕਰਮ ਕੱਟਣ ਵਾਸਤੇ ਆਉਂਦਾ ਹੈ। ਇਹਨੂੰ ਫਿਰ ਧਿਆਨ ਨਾਲ ਸੁਣਿਓ, ਅਸੀਂ ਇਸ ਅਦਬ ਨੂੰ ਜਾਣੀਏ। ਗੁਰੂ ਸਾਹਿਬ ਦਾ ਜੇ ਜ਼ਿਕਰ ਕਰੋਗੇ, ਸੰਪੂਰਨ ਹੋਏ ਮਹਾਂਪੁਰਖਾਂ ਦਾ ਜ਼ਿਕਰ ਕਰੋਗੇ, ਆ ਪਖੰਡੀ ਪਰਪੰਚੀ ਨਹੀਂ। ਪਰ ਕਰੀਏ ਕਿ ਅੱਜ ਜਦੋਂ ਕਿਤੇ ਪੂਰੇ ਗੁਰਮੁਖ ਦੀ ਵੀ ਗੱਲ ਕਰੀਏ ਤੇ ਅੱਧੀ ਸੰਗਤ ਦਾ ਧਿਆਨ ਪਖੰਡੀਆਂ ਵੱਲ ਚਲਾ ਜਾਂਦਾ ਵੀ ਅੱਜ ਤਾਂ ਇਹ ਵੇ। ਗੁਰੂ ਕਾਲ ਵੇਲੇ ਵੀ ਇਹ ਸੀ, ਘਬਰਾਇਆ ਨਾ ਕਰੋ। ਮੈਂ ਇਹ ਨਹੀਂ, ਮੈਂ ਪਖੰਡ ਨੂੰ ਉਤਸ਼ਾਹਿਤ ਕਰ ਰਿਹਾ। ਗੁਰੂ ਤੇਗ ਬਹਾਦਰ ਬੈਠਾ ਤੇ 22 ਉਹਦੇ ਤੋਂ ਪਹਿਲਾਂ ਮੰਜੀਆਂ ਲਾ ਕੇ ਬੈਠੇ ਨੇ। ਪਖੰਡੀ ਪਰਪੰਚੀ ਉਦੋਂ ਵੀ ਨੇ। ਪਰ ਮੇਰੀ ਬੇਨਤੀ ਹੈ ਕਿ ਅਸਲ 'ਚ ਗੁਰਮੁਖ ਗੁਰੂ ਸਾਹਿਬ ਜਦੋਂ ਸਰੀਰ ਧਾਰਨ ਕੀਤਾ, ਉਹ ਅਸਲ 'ਚ ਕਰਮ ਭੋਗਣ ਨਹੀਂ ਆਏ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਹੌਸਪੀਟਲ ਤੁਹਾਡੇ ਨੇੜੇ ਨੇ, ਇੱਥੇ ਹਸਪਤਾਲ ਵਿੱਚ ਹਰ ਬੰਦਾ ਬਿਮਾਰ ਨਹੀਂ ਜਾਂਦਾ। ਕਿ ਸਾਰੇ ਬਿਮਾਰ ਬੰਦੇ ਜਾਂਦੇ ਨੇ? ਕਿ ਸਾਰੇ ਬੰਦੇ ਰੋਗੀ ਐਕਸੀਡੈਂਟ ਹੋਏ ਉਹ ਜਾਂਦੇ ਨੇ? ਨਹੀਂ ਪਿਆਰਿਓ, ਬਿਮਾਰ ਬੰਦੇ ਪਹੁੰਚਦੇ ਨੇ ਮੇਰਾ ਇਲਾਜ ਹੋ ਜਾਏ। ਜਿਸ ਦਰਵਾਜ਼ੇ ਵਿੱਚੋਂ ਐਂਬੂਲੈਂਸ ਹੌਸਪੀਟਲ 'ਚ ਜਾਂਦੀ, ਜਿਹੜਾ ਬੰਦਾ ਮੁਸ਼ਕਲ ਨਾਲ ਸਾਹ ਲੈ ਰਿਹਾ ਹੈ,
ਉਸੇ ਦਰਵਾਜ਼ੇ ਵਿੱਚੋਂ ਡਾਕਟਰ ਦੀ ਗੱਡੀ ਵੀ ਜਾਂਦੀ ਹੈ। ਦਰਵਾਜ਼ਾ ਉਹੀ ਹੈ। ਜਿਸ ਐਮਰਜੈਂਸੀ ਵਿੱਚੋਂ ICU ਕਹਿੰਦੇ ਆਪਾਂ ਨਾ ਅੱਜ ਕੱਲ੍ਹ, ਜਿਸ ਦਰਵਾਜ਼ੇ ਵਿੱਚੋਂ ਇੱਕ ਰੋਗੀ ਨੂੰ ਸਟਰੈਕਚਰ ਤੇ ਲਟਾ ਕੇ ਲਿਜਾਂਦੇ ਨੇ, ਉਸੇ ਦਰਵਾਜ਼ੇ ਵਿੱਚੋਂ ਡਾਕਟਰ ਨਿਕਲਦਾ ਹੈ, ਉਹ ਵੀ ਅੰਦਰ ਜਾ ਰਿਹਾ ਹੈ। ਆਪਾਂ ਕਹੀਏ ਵੀ ਹਰ ਅੰਦਰ ਜਾਣ ਵਾਲਾ ਬੰਦਾ ਰੋਗੀ ਹੈ? ਚੇਤੇ ਰੱਖੋ, ਜਿਹੜਾ ਬਿਮਾਰੀ ਨਾਲ ਪੀੜਤ ਹੈ ਉਹਦਾ ਵੀ ਦਰਵਾਜ਼ਾ ਹੋਵੇ, ਡਾਕਟਰ ਦਾ ਦਰਵਾਜ਼ਾ ਵੀ ਹੋਵੇ। ਡਾਕਟਰ ਤਾਂ ਅੰਦਰ ਆਇਆ ਜਿਹੜਾ ਰੋਂਦਾ ਪਿਆ ਮੈਨੂੰ ਖੁਸ਼ੀ ਦੇ ਸਕਾਂ। ਮੈਂ ਬੇਨਤੀ ਕਰਾਂਗਾ, ਸੰਸਾਰ ਤਾਂ ਇੱਕ ਹੌਸਪੀਟਲ ਹੈ, ਇੱਥੇ ਬੜੇ ਬਿਮਾਰ ਆਉਂਦੇ ਨੇ, ਪਰ ਗੁਰੂ ਤਾਂ ਵੈਦ ਬਣ ਕੇ ਬਿਮਾਰਾਂ ਦਾ ਇਲਾਜ ਕਰਨ ਆਉਂਦਾ ਹੈ। ਅਸੀਂ ਕਹਾਂਗੇ ਡਾਕਟਰ ਬਿਮਾਰ ਹੋ ਗਿਆ, ਹੌਸਪੀਟਲ ਗਿਆ ਜੀ ਉਹ। ਯਾਦ ਰੱਖਿਓ, ਸਾਡਾ ਕੋਈ ਜੀ ਹੌਸਪੀਟਲ ਹੋਵੇ, ਅਸੀਂ ਉਹਦਾ ਹਾਲ ਪੁੱਛਣ ਜਾਂਦੇ ਹਾਂ, ਪਰ ਡਾਕਟਰ ਦੀ ਫੈਮਿਲੀ ਤਾਂ ਰੋਜ਼ ਨਹੀਂ ਪੁੱਛਣ ਜਾਂਦੀ ਹੈ ਹਾਲ ਕੀ ਹੈ, ਉਹ ਤਾਂ ਰੋਜ਼ ਹੌਸਪੀਟਲ ਜਾਂਦਾ। ਇਸ ਕਰਕੇ ਬਾਣੀ 'ਚ ਸੁਣੋ, ਇਹ ਕੋਈ ਆਪਣੇ ਕੋਲੋਂ ਸ਼ਬਦ ਨਹੀਂ। ਮਹਾਰਾਜ ਕਹਿੰਦੇ ਨੇ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਕਰਮ ਭੋਗਣ ਨਹੀਂ ਆਏ, ਉਹ ਪਰਉਪਕਾਰ ਕਰਨ ਆਏ ਨੇ। ਸਾਦੀ ਰਹਿ ਸਮਾਏ, ਉਹ ਸਾਡੇ ਵਿੱਚ ਵਿਚਰਦੇ ਵੀ ਸਮਾਏ ਹੋਏ ਨੇ। ਉਹਨਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਇਹ ਹੈ ਸੁਭਾਉ। ਉਹਦਾ ਮਨੋਰਥ ਕਰਮ ਭੋਗਣਾ ਨਹੀਂ, ਉਹ ਕਾਹਦੇ ਲਈ ਆਇਆ ਜੀ? ਜਨ ਆਮਨ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਫਿਰ ਬੇਨਤੀ ਧਿਆਨ ਨਾਲ ਸੁਣਿਓ ਕਿ ਸੰਪੂਰਨਤਾ ਕੀ ਹੈ। ਅਸੀਂ ਆਉਂਦੇ ਹਾਂ ਮਨੁੱਖਾਂ ਦੇ ਹੀ ਮਿਲੀ, ਪੂਰਾ ਕੋਈ ਟਾਵਾਂ ਹੁੰਦਾ, ਬਾਕੀ ਤਾਂ ਮਰਨੇ ਆ। ਬਾਕੀ ਤਾਂ ਸੱਚ ਇਹ ਵੇ ਜਿਹਨੂੰ ਅਸੀਂ ਕਹਿੰਦੇ ਆ ਇੰਨੇ ਸਾਲ ਜ਼ਿੰਦਗੀ ਜੀ ਕੇ ਗਿਆ। ਮੈਂ ਤਾਂ ਕਹਿਣਾ ਹੁੰਨਾ, ਜਿੰਨੇ ਨਾਮ ਨਹੀਂ ਜਪਿਆ ਉਹਨੂੰ ਮਤ ਕਹੋ ਇੰਨੇ ਸਾਲ ਜ਼ਿੰਦਗੀ ਜੀ ਕੇ ਗਿਆ। ਉਹਦੇ ਬਾਰੇ ਇਹੀ ਕਹਿਣਾ ਚਾਹੀਦਾ, ਇਹਨੂੰ ਮਰਦਿਆਂ ਨੂੰ ਇੰਨੇ ਸਾਲ ਲੱਗੇ। ਜ਼ਿੰਦਗੀ ਥੋੜਾ ਜੀਏ ਨਹੀਂ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਫਿਰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਕਹਿੰਦੇ ਨੇ, ਜਿਹੜਾ ਸਾਦੀ ਰਹਿ ਸਮਾਏ, ਇਹ ਮੈਂ ਚਲੋ ਕਹਿ ਕੇ ਚੱਲ ਪਿਆ ਅੱਗੇ, ਪਰ ਨਹੀਂ, ਇੱਕ ਅਵਸਥਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹੁਣ ਕੀ ਹੋਇਆ? ਬ੍ਰਹਮ ਦੀਸੈ ਬ੍ਰਹਮ ਸੁਣੀਐ, ਨਾਨਕ ਆਸ਼ ਕਾਢੀਐ, ਸਾਦੀ ਰਹਿ ਸਮਾਏ। ਉਹਦਾ ਵੇਖਣਾ ਵੀ ਪ੍ਰਭੂ ਨੂੰ ਦੇਖਣਾ ਹੈ, ਤੇ ਚੇਤਾ ਰੱਖਿਓ ਉਹਦਾ ਸੁਣਨਾ ਵੀ ਪ੍ਰਭੂ ਦਾ ਸ਼ਬਦ ਸੁਣਨਾ, ਕਿਉਂਕਿ ਉਹ ਸਮਾਇਆ ਹੋਇਆ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, ਦੂਜਾ ਲੱਗਿਆ ਜਾਏ। ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ, ਆਪ ਕਾਰਨ ਕੀਆ। ਕਰਨ ਵਾਲਾ ਵੀ ਉਹ, ਭੋਗਣ ਵਾਲਾ ਵੀ ਉਹ, ਕਰਨ ਵੀ ਤੇ ਕਾਰਨ ਵਾਲਾ ਵੀ ਉਹ। ਆਪ ਕਾਰਨ ਕੀਆ, ਬਿਨਵੰਤ ਨਾਨਕ ਸਈ ਜਾਣੇ, ਜਿਨੀ ਹਰਸ ਪੀਆ। ਜਿਨ੍ਹਾਂ ਨੇ ਆਪ ਨੂੰ ਮਾਣਿਆ। ਮੇਰੀ ਬੇਨਤੀ ਹੈ, ਸਾਦਗੀ ਰਹਿ ਸਮਾਏ ਦੇ ਅਰਥ ਕੀ ਨੇ? ਕਿ ਹਰ ਵੇਲੇ ਗੁਰਦੁਆਰੇ ਬੈਠਾ ਰਹਿੰਦਾ, ਹਰ ਵੇਲੇ ਧਰਮ ਸਥਾਨ ਤੇ ਬੈਠਾ ਰਹਿੰਦਾ। ਇਸ ਨੁਕਤੇ ਨੂੰ ਸੁਣੋ। ਅਸੀਂ ਘਰ ਵੀ ਗੱਲ ਕਰ ਰਹੇ ਸੀ ਕਿ ਨਾਮ ਸਭ ਦੇ ਅੰਦਰ ਹੈ। ਇਹ ਵੀ ਇੱਕ ਬੇਨਤੀ ਹੈ, ਕੋਈ ਐਸਾ ਨਹੀਂ ਜਿਹਦੇ 'ਚ ਨਾਮ ਨਹੀਂ। ਬੰਦਿਆਂ ਦੀ ਗੱਲ ਛੱਡੋ, ਇਹ ਸਪੇਸ 'ਚ ਮੈਨੂੰ ਦੱਸੋ ਕਿਹੜੀ ਥਾਂ ਜਿੱਥੇ ਰੱਬ ਦਾ ਨਾਮ ਨਹੀਂ? ਜੇਤਾ ਕੀਤਾ ਤੇਤਾ ਨੋ, ਵਿਣ ਨਾਮੈ ਨਾਹੀ ਕੋ ਥਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਨੂੰ ਦੱਸੋ ਕਿਹੜੀ ਥਾਂ ਜਿੱਥੇ ਨਹੀਂ ਹੈ। ਤੋ ਸਹੀ ਲਖੈ ਜੋ ਕੋਈ, ਮਹਾਰਾਜ ਕਹੇ ਹੈ ਵੇ ਪਰ ਵੇਖਣ ਨੂੰ ਨਹੀਂ। ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ ਕਿ ਦੇਖੋ ਕੋਈ ਥਾਂ ਐਸੀ ਨਹੀਂ ਜਿਹਨੂੰ ਮਨਮੁਖ ਕਹਿੰਦੇ ਹੋ ਉਹਦੇ ਵਿੱਚ ਵੀ ਨਾਮ ਹੈ। ਜਿਹਨੂੰ ਸਾਖਤ ਕਹਿੰਦੇ ਆ ਉਹਦੇ ਵਿੱਚ ਵੀ ਉਹ ਅੰਸ਼ ਹੈ। ਪਰ ਦੁੱਖ ਇਸ ਚੀਜ਼ ਦਾ ਹੈ ਕਿ ਜ਼ਮੀਨ ਤੇ ਬੈਠਾ ਪਾਣੀ ਤੋਂ ਬਿਨਾਂ ਤੜਫ ਕੇ ਮਰ ਜਾਂਦਾ ਹੈ, ਕਿਉਂਕਿ ਜ਼ਮੀਨ ਦੀਆਂ ਮਿੱਟੀ ਦੀਆਂ ਪਰਤਾਂ ਪਾਣੀ ਨੂੰ ਪ੍ਰਗਟ ਨਹੀਂ ਹੋਣ ਦਿੰਦੀਆਂ। ਸਾਖਤ ਅੰਦਰ ਵੀ ਉਹਦਾ ਅੰਸ਼ ਹੈ, ਪਰ ਵਾਸ਼ਨਾ ਦੀਆਂ ਪਰਤਾਂ ਇੰਨੀ ਕੁ ਜੰਮੀਆਂ ਪਈਆਂ ਨੇ, ਉਹਨੂੰ ਜਾਣ ਹੀ ਨਹੀਂ ਸਕਦਾ। ਸਾਦੀ ਰਹਿ ਸਮਾਏ ਕੀ ਹੈ? ਅਸਲ 'ਚ ਗੁਰੂ ਸਾਨੂੰ ਉਹਦੇ ਵਿੱਚ ਸਮਾਉਣ ਵਾਸਤੇ ਆਇਆ ਹੈ। ਭਾਵੇਂ ਅਸੀਂ ਸ਼ਬਦ ਵਰਤਨੇ ਆ ਜੀ, ਗੁਰੂ ਸਾਹਿਬ ਜੋਤੀ ਜੋਤ ਸਮਾਏ, ਮੈਂ ਕਹਿੰਦਾ ਉਹ ਤਾਂ ਖੁਦ ਹੀ ਜੋਤ ਸਵਰੂਪ ਸਨ ਜੀ।
ਉਹ ਖੁਦ ਹੀ ਨਿਰੰਕਾਰ ਦੀ ਜੋਤ ਜਿਹੜਾ ਆਕਾਰ ਬਣਾਇਆ ਉਹ ਗੁਰੂ ਨਾਨਕ ਸਾਹਿਬ ਨੇ। ਅਸਲ 'ਚ ਹਜ਼ੂਰ ਇਸ ਆਤਮਾ ਨੂੰ ਪਰਮਾਤਮਾ ਵਿੱਚ ਸਮਾਉਣ ਦੇ ਲਈ ਜਦੋਂ ਨਾਮ ਦੀ ਦਾਤ ਬਖਸ਼ਦੇ ਨੇ, ਅਖਰੀ ਨਾਮ ਇਸ ਕਰਕੇ ਜਪਣਿਆ ਕਿ ਉਸ ਨਾਮ ਤੱਕ ਇੰਨੇ ਕੁ ਪਹੁੰਚ ਜਾਈਏ ਕਿ ਜਿਹੜਾ ਅੰਦਰ ਨਾਮ ਪਰਮਾਤਮਾ ਨੇ ਪੈਦਾ ਕੀਤਾ ਉਹ ਪ੍ਰਗਟ ਹੋ ਜਾਏ। ਪਿਆਰਿਓ, ਜਦੋਂ ਅੰਦਰ ਨਾਮ ਪ੍ਰਗਟ ਹੋ ਜਾਏ, ਗੱਲਾਂ ਕਰਦਾ ਹੋਇਆ ਵੀ ਸਮਾਇਆ ਰਹਿੰਦਾ ਹੈ, ਕੰਮ ਕਰਦਾ ਵੀ ਸਮਾਇਆ ਰਹਿੰਦਾ ਹੈ। ਮੈਂ ਇਹਦਾ ਅਰਥ ਇਹ ਨਹੀਂ ਕਰ ਲਗਾ ਕਿ ਜਿਹੜਾ ਪ੍ਰੇਮੀ ਹੈ ਸਾਦੀ ਰਹਿ ਸਮਾਏ ਦਾ ਅਰਥ ਉਹ ਦੁਨੀਆ ਤੋਂ ਵੱਖ ਹੋ ਗਿਆ। ਨਾਮ ਜਪ ਜਪ ਕੇ ਉਹਦੇ ਅੰਦਰ ਇੰਨੀ ਕੁ ਬਖਸ਼ਿਸ਼ ਵਰਤ ਗਈ। यही कारण कि समाए हुए बंदे, कबीर साहब ने क्या, अब तो जाए चढ़े सिंहासन मिले है सारंग पानी, साधी रह समाए। राम कबीरा एक भैं है को ना सके पछानी। कहते लोगों को समझ नहीं पैनी, इन्होंने अजे भी उन्होंने जलाए का पुत्र कही जाने। नामदेव जी ने शब्द वरत्या कि नामे नारायण ना ही भेद। नामदेव ते नारायण विच कोई फर्क नहीं, पर हर बंदे नूं समझ नहीं पई कि नामदेव जी नूं देख के जिहड़ा अत दा नज़दीकी है उन्हें भी शब्द कह दिता, सारा दिन कपड़े सीना कपड़े रंगना, कदों तू रब नाल जुड़ेगा, तेनू माया ने ठग लिया। वो कहंदा नहीं भलिया, तू मेरे बाहर दे शरीर नूं देखना पर अंदरों मैं कदी साईं तो विछड़िया ही नहीं। उहदे च समाया खा। नामा माया मोहिया, कबीर साहब दे शलोक ने। तरलोचन कह रहा तेनू माया ने ठग लिया। नामा माया मोया कहे तलोचन मीत, काहे छीपो छाइल है राम ना लावो चीत। अगे कहते ने नामा कहे तलोचना, मुख ते राम संभाल, हाथ पाँव कर काम सब चीत। निरंजन नाल जेड़ा परमात्मा दा आशिक है, महाराज कहते नानक आशिक कांडियां सादगी रहे समाए। किमें समाए? गुरु नानक साहब का एक बचन है जी कि लोयन रत्ते लोयनी। इन्हां तुकां दे अर्थ मैं जरूर करांगा। प्यारे नूं अखां देखण ते अखां रत्तियां ना जान। लोयन रत्ते लोयनी दो शब्द ने, लोयन ते लोयनी। कहंदे जिहड़ा साधी रह समाए उहदे नेत्रां विच भी खमारी है। जिवें अपने प्यारे दियां अखां नूं देख के, फिर सुनियो मैं इनू वाश नाल अर्थ ना करियो, अखां दी नाल मुहब्बत दा बड़ा रिश्ता जे। सियाणे लोग तां कहिंदे ने अखां असल च बंदे दे अंदर दा चेहरा ने, बोल इहदे अंदर दा चेहरा ने। अखां विच जदों अखां मिलदियां ने, सुनो मैं फिर अर्ज करांगा, धियां भैणां मातावां बैठियां ने, मैं तां अर्ज कीती सी इश्क मजाजी ते इश्क हकीकी दियां गल्लां कुछ मिल गईयां। नेत्रां च नेत्र मिले, नेत्रां दी भी अपनी बोली हुंदी है, अखां दे अपने बोल ने। गुरु साहब कहंदे ने इश्क मजाजी वाले दियां अखां च अखां मिलियां, ओदी रात नींद उड़ गई। कहंदे ने जदों मेरियां अखां मेरे प्यारे च मिलियां, इहदे विच नाम दी खुमारी आ गई। लोयन रत्ते लोयनी, मेरियां अखां प्यारे महबूब दे अखां च मिल गईयां। लोयन रत्ते लोयनी कन्नी सुरत समाए। लोग कहते ने खामोशी है, कहते ने मेरिया तक कन्ना विच भी आवाज़ां पे मारदा है, उहदा शब्द सुनाई दे रहे। लोयन रत्ते लोयनी कन्नी सुरत समाए, जीव रसायन चूनड़ी। ये सादी रह समाए दे अर्थ की ने? जीव रसायन, रसायन का अर्थ है रसां दा घर। इत्थे अर्थ करांगे परमात्मा दा नाम। चूनड़ी का अर्थ कईयां ने अर्थ किया जी, चूनड़ी का अर्थ हीरे की कनी जिवें चमकदी है, नहीं। चूनड़ी का अर्थ है चूसना चुंगना। साधी रह समाए, अखां च अखां मिल गईयां, कन्नां च ओहदे बोल समा गए। लोको मेरे बुल मीटिया होया नूं बाबा जी कहंदे ने मत समझो कि मेरी जीव कोई हरकत नहीं करती, मेरी जीव तां प्यारे महबूब दे नाम नूं चूसदी पई है। जीव रसायन चुनड़ी, रत्ती लाल लवाए, अंदर मुश्क च घोले, अंदर ओहदे नाम दी सुगंधी, अंदर मुश्क च घोलिया, कीमत कही ना जाए। मैं अर्ज करांगा जेड़े समाए हुए ने उन्हां दी बोल ने कि जो तुम गिरवर तो हम मोरा, कि तेनू मैं प्यार करना ना, तू पहाड़ बन, प्यार ही करना है तेनू। ये देखो मैं सोचना बहाना ही कोई नहीं रहा।
कोई बंदा कह सकता हुण तां पहाड़ बड़ी दूर ते, वो कहंदे तू पहाड़ बन, मैं मोर बन के तेनू देख के पहला पांगा। साधी रह समाए, तू दीवा बन, मैं बत्ती बन के विच सड़ांगा। सच एवे तू चंद बन, मैं चकोर बन के सारी रात देखांगा। तू तीरथ ते चला जा, मैं तेरे कोल यात्री बन के पहुंच जावांगा, क्योंकि तेरे तो बिना मैं रह नहीं सकता। ये शब्द चलो सारे पढ़दे। साची प्रीत हम तुम स्यों जोरी, साधी रह समाई। साची प्रीत हम तुम स्यों जोरी, तुम स्यों जोर अवर संग जोरी। दूजा लगे जाए तोड़ दिती। साची प्रीत हम तुम स्यों जोरी, तुम स्यों जोर अवर संग तोरी। जो तुम गिरवर तो हम मोरा, तो हम मोरा। अर्थ मैं कर चुका। जो तुम चंद तो हम भै हैं चकोरा। जो तुम दीवरा तो हम बाती। जो तुम तीरथ तो इत्थे जाति दर थे यात्री। जो तुम तीरथ तो हम जाति। क्यों? क्योंकि साची प्रीत हम तुम स्यों तोरी। नानक आशिक कांडियां साधी रह समाए। हुण उस महापुरुख नूं देखो, कहंदे मेरी पूरी बॉडी च प्यारा समा गया। चित सिमरन करूं, नैन अवलोकनों, सरवण बाणी सो जस पूर राखूं। साधी रह समाए। इहदे च देखो किहड़ी इंद्रिया, किहड़ा अंदर है जिहड़ा नाम तो वख होवे। चित्त तो सिमरन करना, अखां नाल देखना, मन नूं सच एवे भवरा बना के तेरे चरण कमला जुड़िया। चित्त सिमरन करूं, नैन अवलोकनूं, सरवण बाणी सो जस पूर राखूं। मन सो मद कर करूं, चरण हिरदय धरूं। रसन अमृत राम नाम भाखूं। मेरी प्रीत गोबिंद स्यों जिन घटै। नानक आशिक कांडियां साधी रह समाए। मेरी प्रीत गोबिंद स्यों जिन घटै। क्यों जी? कहते मैं तो मोल महंगी लई, जी सटै अपनी जिंद दे बदले प्रीत खिदी। मैं इत्थे तां रुकिया, थोड़ा जिहा जोर दिता सी कि प्यारा प्रेमी ते प्यारे च एक दिन फर्क नहीं रहिंदा। एक एक प्रमाण लांगा, ज़्यादा नहीं। तो मेरी तकरीबन इच्छा हुंदी है, खब्बे सज्जे मेरे अंदर गया कथा करदे मेरे अंदर नूं सोका पैंदा। मैं सच्ची गल गुरु साहब की हजूरी च कहना। उंज गल्लां जिन्नियां मेरा ख्याल है जिन्नियां किताबां पढ़ छड़ियां ने दुनिया दीयां गल्लां दियां, क्योंकि फिर भी मैं अखीर ते कहना ये गल्लां तां असीं नैट तो भी पढ़ लांगे। आओ गुरु ग्रंथ साहिब च टुब्बी मारो, ये सड़दियां नूं ठंड दिंदा है। इहनूं महबूब नूं प्यार किवें करिए? मैं इस गल ते हुण आपां किवें प्यार करिए? चलो प्रमाण तां दई गए। गुरु अंगद देव जी नूं एक वारी सिखां पुछया सी, महाराज बाणी बाणी दी की महिमा है? ते सतगुरु ने कहा, कहन लगे जदों जंगल नूं अग लगदी है तुहानूं पता है मिरख की करदा है, हरन की करदा है? कहंदे सतगुरु जदों जंगल नूं अग लग जाए, चेते रखियो हरन नूं अर्थ कविक दा बड़ी छेती पता लगदा है। जदों भुचाल आउणा होवे ना, उदों हरन दौड़दा है, उहनूं पता है कोई हलचल होण लगी है। पर जदों जंगल नूं अग लगदी है, इक्को दम हरन दौड़ के जेड़ा नेड़े पानी है जंगल नूं छड्ड के पानी च जा वड़दा है। उहनूं पता है ये मैनूं बचा लेगा। कहंदे ने जंगल नूं अग लगे, हरन दौड़ के पानी च वड़दा है, उहनूं जंगल दी अग नहीं साड़दी। जदों वासना दी अग तपदी होवे, भज के गुरु दी बाणी विच वड़ जाओ, तुहानूं वासना नहीं साड़ सके, क्योंकि बाणी च ये बख्शिश है। फिर मैं अर्ज करांगा कि जिहड़े समाए ने वो प्यारे दे विच उन्हां दी अभेदता की है। इन्हां लफ्ज़ां नूं पखंडियां नाल जोड़ के अर्थ ना करियो। नानक आशिक कांडियां साधी रह समाए। जिहड़े समाए होए ने संत, एक अंदर दी अवस्था है संत, दवाई रब दी, बिल्कुल कपड़े दा नां नहीं जे। हो सकदा इत्थे इन्ने आर्मी दे सिंह बैठे आ, हुण तां इह भी कहण लग पए जी ये तां अंग्रेज़ां दी एक साजिश सी, ये सारे संत आर्मी चों क्यों आए ने? ये नवीं शुरली छड्ड दित्ती साडे बंदियां। बाबा अतर सिंह आर्मी चों आए, बाबा करम सिंह होती मरदान वाले आर्मी चों ने। बड़े मैं चलो सारियां दे नां की लैणे, क्यों? बंदगी करन लई दो चीज़ां बड़ियां जरूरी ने, एक डिसिपलिन ते फेथ। याद रखियो,
ਡਿਸਿਪਲਨ ਤੇ ਫੇਥ ਇੱਕ, ਤੇ ਦੂਜੀ ਇਮਾਨਦਾਰੀ। ਜਦੋਂ ਇਸ ਜੌਬ 'ਚ ਕੋਈ ਜਾਂਦਾ ਇਹ ਗੱਲ ਵੱਖਰੀ ਕਿ ਹੁਣ ਹਵਾ ਕੀ ਚੱਲ ਪਈ। ਉਹਦੇ ਕੋਲ ਦੋ ਚੀਜ਼ਾਂ ਸਨ, ਇੱਕ ਅਨੁਸ਼ਾਸਨ ਤੇ ਭਰੋਸਾ, ਤੇ ਦੂਜੀ ਇਮਾਨਦਾਰੀ। ਅੱਧਾ ਅੰਦਰ ਤਾਂ ਫੌਜੀ ਦਾ ਤਿਆਰ ਇਸੇ ਨਾਲ ਹੋ ਜਾਂਦਾ ਹੈ। ਅਗਲੀ ਗੱਲ ਫਿਰ ਇਹੋ ਜਿਹੇ ਹਿਰਦਿਆਂ ਤੇ ਰੱਬ ਜਦੋਂ ਵਰਸਦਾ ਹੈ ਨਾ, ਚੇਤੇ ਰੱਖਿਓ ਫਿਰ ਇੰਨੀ ਕਮਾਈ ਵਾਲੇ ਪੈਦਾ ਹੁੰਦੇ ਨੇ, ਉਹਨਾਂ ਨੂੰ ਜਗਤ ਨਮਸਕਾਰਾਂ ਕਰਦਾ ਹੈ। ਮੇਰੀ ਅਰਜ਼ ਹੈ, ਲਫ਼ਜ਼ ਸੁਣਿਓ, ਸੰਤ ਬਿਲਕੁਲ ਬਾਹਰ ਦੀ ਪੱਗ ਦਾ ਨਾਮ ਨਹੀਂ, ਮੈਂ ਇਹ ਕੋਈ ਗੁੱਸਾ ਵੀ ਨਾ ਕਰੇ, ਪਰ ਮੈਂ ਵੈਸੇ ਇੱਕੋ ਗੱਲ ਕਹਿਣਾ, ਬੜਾ ਕੁਝ ਮੈਂ ਸੁਣਨਾ ਵੀ ਇਸ ਬਾਰੇ, ਬਹੁਤ ਕੁਝ ਮੈਨੂੰ ਕਿਹਾ ਵੀ ਜਾਂਦਾ ਹੈ, ਕੋਈ ਸ਼ੱਕ ਨਹੀਂ, ਪਰ ਮੈਂ ਕਹਿਣਾ ਕਿ ਪਖੰਡੀ ਬਹੁਤ ਹੋ ਸਕਦੇ ਨੇ, ਪਰ ਗੁਰੂ ਦੇ ਸ਼ਬਦ ਦੇ ਸੰਧਾਤ ਨੂੰ ਖੰਡਨ ਨਾ ਕਰੋ। ਬੰਦਗੀ ਕਰਨ ਵਾਲੇ ਪਹਿਲਾਂ ਵੀ ਸਨ, ਅੱਜ ਵੀ ਕਹਿਣ ਤੇ ਅਗਾਂ ਵੀ ਰਹਿਣਗੇ, ਪਰ ਬੰਦਗੀ ਵਾਲਿਆਂ ਦੀ ਭੀੜ ਨਹੀਂ ਹੁੰਦੀ। ਚਲੋ ਹੁਣ ਸਾਰੇ ਅਸੀਂ ਕਹਿਣ ਲੱਗ ਪਏ ਫਲਾਣਾ ਸਮਾਜ ਬਣ ਗਿਆ, ਗਿਆਨੀਆਂ ਦੀ ਯੂਨੀਅਨ ਬਣ ਗਈ, ਦੂਜਿਆਂ ਦੀ। ਉਹ ਨਹੀਂ, ਕਮਾਈ ਵਾਲਿਆਂ ਦੀਆਂ ਭੀੜਾਂ ਨਹੀਂ ਹੁੰਦੀਆਂ। ਕਮਾਈ ਵਾਲਾ ਇੱਕ ਅੱਧਾ ਹੁੰਦਾ ਹੈ, ਪਰ ਪਿੱਛੋਂ ਭੀੜਾਂ ਲੱਗ ਜਾਂਦੀਆਂ ਨੇ ਉਹਨਾਂ ਦੇ ਥਾਵਾਂ ਤੇ। ਜਗ ਮੈਂ ਉੱਤਮ ਕਾਢੀਆਂ, ਵਿਰਲੇ ਕਈ ਕੇਖ ਹੈ, ਸਾਰੇ ਨਹੀਂ। ਸੰਤ ਇੱਕ ਅੰਦਰ ਦੀ ਅਵਸਥਾ ਹੈ। ਇਸ਼ਕ ਤੋਂ ਸ਼ੁਰੂ ਹੁੰਦਾ ਹੈ ਸੰਤ, ਤੇ ਇੱਕ ਦਿਨ ਅਭੇਦਤਾ ਵੀ ਜਾ ਪਹੁੰਚਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਕਿ ਸੰਤ ਤੇ ਅਨੰਤ ਇੱਕ ਦਿਨ ਹੋ ਜਾਣ, ਸਾਧੀ ਰਹਿ ਸਮਾਏ। ਹਰ ਜਨ ਤੇ ਖਰੀ ਇੱਕ ਹੋ ਜਾਣ, ਸਾਧੀ ਰਹਿ ਸਮਾਏ। ਸੇਵਕ ਔਰ ਸੁਆਮੀ ਇੱਕ ਹੋ ਜਾਣ, ਸਾਧੀ ਰਹਿ ਸਮਾਏ। ਸਿੱਖ ਤੇ ਗੁਰੂ ਇੱਕ ਹੋ ਜਾਏ, ਸਾਧੀ ਰਹਿ ਸਮਾਏ। ਜੇ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਇੱਕ ਹੋ ਜਾਏ ਤੇ ਸਾਧੀ ਰਹਿ ਸਮਾਏ। ਇਹ ਅੰਦਰ ਦੀ ਅਭੇਦਤਾ ਹੈ। ਬਾਣੀ 'ਚ ਬਚਨ ਨੇ, ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸਾਧੀ ਰਹਿ ਸਮਾਏ ਦੇ ਸਿਰ ਵਰਤ ਕਰ ਰਹੇ। ਜਿਹੜਾ ਇਸ ਗੱਲ ਨੂੰ ਸਮਝਦਾ ਉਹ ਹੀ ਸੂਝਵਾਨ ਹੈ। ਕੌਣ? ਸੰਤ ਅਨੰਤ ਅੰਤਰ ਨਾਹੀ। ਸੰਤ ਔਰ ਅੰਤ ਅਨੰਤ ਮੈਂ ਅੰਤਰ ਨਹੀਂ। ਉਹ ਜਦੋਂ ਇਸ਼ਕ ਕਰਦਾ ਕਰਦਾ ਅਭੇਦ ਹੋ ਗਿਆ, ਸੰਤ ਔਰ ਅਨੰਤ ਇੱਕ ਹੋ ਗਏ। ਬਾਣੀ 'ਚ ਇੱਕ ਬਚਨ ਹੁੰਦਾ ਹੈ, कबीर पानी हुआ तो क्या भया, सीरा ताता होए, हर जन ऐसा चाहिए जैसा खरी होए। पर किमें होए? गुरु तेग बहादुर कहंदे ने, जो प्राणी निस दिन भजै, रूप राम ते जान सदी रह समाए। रूप राम ते जान कहन लगे, हर जन हर अंतर नहीं, नानक साची मान। मेरी बेनती है, हर जन ते खरी एक हो गए। गुरु साहब कहते हैं, हर का सेवक सोहर जेया, साधी रह समाए। हर का सेवक सोहर जेया, भेद न जानो मानस देखा। जो जल तरंग उठे बहु भांति, फिर सल्लै सल समाएंदा। पानी की बूंद जिवें पानी समा गई। महाराज जी कहते हैं कि जिहड़ा बंदगी करता है, इश्क करन वाला उहदे च समा जाता है, उहदे तो बिना रह नहीं सकता। मैं अर्ज करांगा, ਅਸੀਂ ਤੁਕਾਂ ਜਿਹੜੀਆਂ ਪੜ੍ਹੀਆਂ ਉਹਦੇ ਅਰਥ ਜ਼ਰੂਰੀ ਨੇ ਵਿਚਾਰ ਦੇ ਨਾਲ। ਪਹਿਲੀ ਤੁਕ ਸੀ ਇਹ, ਕੱਲ ਵੀ ਮੈਂ ਅਰਜ਼ ਕੀਤੀ ਸੀ, ਇਹਨੂੰ ਇਹ ਲਫ਼ਜ਼ ਨਹੀਂ ਪੜ੍ਹਨਾ, ਜਿਵੇਂ ਇਹ ਸਰੀਰਾ ਮੇਰਿਆ, ਇਹ ਮਨ ਹਰ ਜੀ ਧਿਆਏ ਤੂੰ, ਇਹ ਖਾਂ ਬੋਲਣਾ ਹੈ। ਇਹ ਥੱਲੇ ਔਂਕੜ ਨਹੀਂ ਲੱਗੀ, ਇਹੋ ਨਹੀਂ ਪੜ੍ਹਨਾ। ਇਹ ਕਨੇਹੀ, ਕੱਕੇ ਨੂੰ ਸਿਹਾਰੀ ਹੈ, ਕਨੇਹੀ ਕੱਲੀ ਉਹ ਸਿਹਾਰੀ ਬੋਲਣੀ ਹੈ। ਕਨੇਹੀ ਆਸ਼ਕੀ, ਆਸ਼ਕੀ ਦਾ ਅਰਥ ਮੁਹੱਬਤ, ਪ੍ਰੇਮ। ਆਸ਼ਕ ਅਸਲ 'ਚ ਲਫ਼ਜ਼ ਇਹ ਅਰਬੀ ਦਾ ਜੀ, ਪੰਜਾਬੀ ਦਾ ਨਹੀਂ, ਸੰਸਕ੍ਰਿਤ ਦਾ ਨਹੀਂ। ਅਰਬੀ ਦਾ ਅਸਲ 'ਚ ਲਫ਼ਜ਼ ਹੈ ਆਸ਼ਿਕ। ਇੱਥੇ ਸਤਿਗੁਰੂ ਨੇ ਜਿਹੜੇ ਸ਼ਬਦ ਵਰਤੇ ਇਹ ਅਰਬੀ ਦਾ, ਤੇ ਆਸ਼ਕੀ ਜਿਹੜਾ ਫਾਰਸੀ ਦਾ ਰੂਪ ਹੈ, ਮੂਲ ਸ਼ਬਦ ਇਹ ਅਰਬੀ 'ਚੋਂ ਆਇਆ। ਇਹ ਕਨੇਹੀ ਆਸ਼ਕੀ, ਇਹ ਕਿਹੋ ਜੀ ਮੁਹੱਬਤ, ਕਿਹੋ ਜਿਹਾ ਪਿਆਰ। ਦੂਜਾ ਇਹਦਾ ਪਾਠ ਜੱਜੇ ਤੇ ਦੁਲਾਵਾਂ ਬੋਲਣੀਆਂ ਨੇ, ਇੱਕ ਲਾ ਨਹੀਂ ਬੋਲਣੀ। ਮੈਂ ਅੱਜ ਵੀ ਬੈਠਿਆ ਸੀ, ਗੱਲ ਕਰ ਰਿਹਾ ਸੀ ਕਿ ਸ਼ੁੱਧ ਉਚਾਰਨ ਤੋਂ ਬਿਨਾਂ ਸਮਝ ਨਹੀਂ ਪੈਣੀ ਬਾਣੀ ਦੀ। ਦੂਜਾ ਅੱਗੇ ਮਹਾਰਾਜ ਕਹਿੰਦੇ ਨੇ, ਲੱਗਾ ਗੱਗੇ ਤੇ ਵੀ ਦੁਲਾਵਾਂ ਨੇ। ਜਾਏ, ਇਹ ਕਨੇਹੀ ਆਸ਼ਕੀ। ਦੂਜਾ ਲੱਗਾ ਜਾਏ,
ਇਹ ਕਿਹੋ ਜੀ ਆਸ਼ਕੀ, ਕਿਹੋ ਜੀ ਮੁਹੱਬਤ। ਇਹਦੇ ਬੂਹੇ ਅੱਗੇ ਆ ਕੇ ਰੋਣਾ ਤੇਰੇ ਤੋਂ ਬਿਨਾ ਹੈ ਕੋਈ ਨਹੀਂ, ਤੇ ਬਾਹਰ ਨਿਕਲਦਿਆਂ ਸਾਰ ਕਿਸੇ ਹੋਰ ਨਾਲ ਯਾਰੀ ਪਾ ਲੈਣੀ। ਉਹ ਕਾਹਦਾ ਆਸ਼ਕ ਜਿਹੜਾ ਦੂਜੇ ਭਾਵ ਚਲਾ ਗਿਆ। ਕੱਲ੍ਹ ਦੀ ਵਿਆਖਿਆ ਕੀਤੀ ਰਾਤ। ਇਹ ਕਿਨੇ ਕੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਡੀਆਂ। ਇਹ ਬਿੰਦੀ ਬੁਲਾਣੀ ਹੈ ਜੀ, ਕੱਕੇ ਤੋਂ ਬਾਅਦ ਕੰਨਾ, ਕੰਨੇ ਉੱਤੇ ਬਿੰਦੀ। ਕਾਢੀਆਂ ਪਾਠ ਨਹੀਂ ਕਰਨਾ। ਕਾਢੀਆਂ ਪਾਠ ਕਰੋਗੇ ਅਰਥ ਹੋ ਜਾਣਗੇ ਕੱਢਣਾ, ਤੇ ਕਾਂਡੀਆਂ ਪਾਠ ਕਰੋਗੇ ਇਹਦਾ ਅਰਥ ਹੋਵੇਗਾ ਆਖਿਆ ਜਾਂਦਾ ਹੈ। ਹੁਣ ਜਿਵੇਂ ਅਸੀਂ ਇੱਕ ਉਦਾਹਰਨ ਲਈ ਵੀ ਤਕਰੀਬਨ ਮੈਂ ਅਰਜ਼ ਕੀਤੀ ਸੀ 75% ਆਸਾ ਕੀ ਵਾਰ ਦਾ ਉਚਾਰਨ ਗਲਤ ਕੀਤਾ ਜਾਂਦਾ ਕੀਰਤਨ 'ਚ, ਕਿਉਂਕਿ ਲਾਵਾਂ ਦੁਲਾਵਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇੱਕ ਔਂਕੜ, ਇੱਕ ਲਾਂ ਦੁਲਾਂ ਕਿਤੇ ਗਲਤ ਬੋਲ ਦਿੱਤੀ, ਸਾਰੇ ਅਰਥ ਗਲਤ ਹੋ ਜਾਣੇ। ਦਾਸ ਇਹ ਪਿਛਲੇ ਦਿਨੀ ਬੋਲ ਕੇ ਵੀ ਆਇਆ, ਜਿਵੇਂ ਅੱਜ ਬਜ਼ੁਰਗਾਂ ਪੁੱਛਿਆ ਸੁਣੀਏ ਕਿ ਸੁਣਿਆ, ਉੱਥੇ ਸੁਣਿਆ ਐਵੇਂ ਸੁਣੀਏ ਤੇ ਹੈ ਨਹੀਂ। ਮੰਨੇ ਤੇ ਮੰਨੇ, ਅਸੀਂ ਕਹਿੰਦੇ 4 ਪੌੜੀਆਂ ਮੰਨੇ ਦੀਆਂ ਆ ਗਈਆਂ, ਬਿਲਕੁਲ ਝੂਠ। 3 ਪੌੜੀਆਂ ਮੰਨੇ ਦੀਆਂ, 1 ਪੌੜੀ ਮੰਨੇ ਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਨੰਨੇ ਤੇ ਲਾਂ ਲੱਗੀ ਹੈ, ਉਹਦੇ ਅਰਥ ਨੇ ਜਿਸ ਨੇ ਮੰਨ ਲਿਆ ਹੈ। ਮੰਨੇ ਸੁਰਤ ਹੋਵੇ ਮਨ ਬੁੱਧ, ਇਹਦਾ ਅਰਥ ਹੈ ਜਿਹੜਾ ਆਪਣੀ ਜ਼ਿੰਦਗੀ 'ਚ ਮੰਨ ਲਏਗਾ। ਕੀ ਮੰਨ ਲੈ ਜੀ? ਹੁਣ ਦੇਖੋ ਫਿਰ ਸੁਣੋ। ਹਾਂ, ਅਖੀਰਲੀਆਂ 4 ਪੌੜੀਆਂ 2 ਤੁਕਾਂ ਇੱਕੋ ਨੇ। ਕੀ ਮੰਨ ਲੈ? ਕਹਿੰਦੇ ਨੇ ਐਸਾ ਨਾਮ ਨਿਰੰਜਨ। ਨਿਰੰਜਨ ਪਾਠ ਨਹੀਂ ਕਰਨਾ, ਨੰਨੇ ਨੂੰ ਸਿਹਾਰੀ ਬੋਲਣੀ ਹੈ। ਨਿਰੰਜਨ, ਨਿਰ ਦਾ ਅਰਥ ਰਹਿਤ, ਅੰਜਨ 2 ਸ਼ਬਦ ਨੇ। ਨਿਰ ਅੰਜਨ, ਅੰਜਨ ਦਾ ਅਰਥ ਕਾਲਕ ਸੁਰਮਾ, ਤੇ ਨਿਰ ਦਾ ਅਰਥ ਰਹਿਤ। ਨਿਰ ਅੰਜਨ ਦਾ ਅਰਥ ਹੈ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ, ਇਹ ਬੇਨਤੀ ਸੁਣਿਓ, ਜੇ ਕੋ ਮਨ, ਮਨ ਨਹੀਂ ਪੜਨਾ, ਟਿੱਪੀ ਬੋਲਣੀ ਹੈ, ਅਰਥ ਗਲਤ ਹੋ ਜਾਣਗੇ। ਜੇ ਕੋ ਮਨ, ਅਸੀਂ ਕਹਿੰਦੇ ਹਾਂ ਫਲਾਣੇ ਨੇ ਮੇਰੀ ਗੱਲ ਮੰਨ ਲਈ, ਮੈਂ ਕਹਿੰਦਾ ਮੇਰਾ ਮਨ ਕੋਈ ਨਹੀਂ ਜੇ ਲੱਗਦਾ ਪਿਆ। ਫਿਰ ਸੁਣੋ, 2 ਚੀਜ਼ਾਂ ਨੇ ਨਾ। ਇਹਨੇ ਗੱਲ ਮੰਨ ਲਈ ਤੇ ਮੇਰਾ ਮਨ ਨਹੀਂ ਲੱਗਦਾ। ਹੁਣ ਦੋਨਾਂ 'ਚ ਫਰਕ ਹੈ। ਮਨ ਦਾ ਅਰਥ ਹੈ ਮੰਨਣਾ, ਤੇ ਮਨ ਦਾ ਅਰਥ ਹੈ ਅੰਦਰ ਦੀ ਵਿਚਾਰਾਂ ਦੀ ਪੋਟਲੀ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਆਪਣੇ ਅੰਦਰ ਮਨ ਜਾਣੇ। ਮਨ ਕੋਏ, ਜਿਹੜਾ ਆਪਣੇ ਮਨ ਕਰਕੇ ਮੰਨ ਜਾਏ ਪਿਆਰਿਓ, ਉਹੀ ਇਸ ਅਵਸਥਾ ਤੇ ਪਹੁੰਚੇਗਾ। ਹੁਣ ਆਸਾ ਕੀ ਵਾਰ ਜਿਹੜੇ ਇਹ ਹੋ ਸਕਦਾ ਕਈਆਂ ਨੂੰ ਕੁਛ ਗੱਲ ਲੱਗੇ ਜਿਹੜੇ ਬਾਣੀ ਨਹੀਂ ਪੜ੍ਹਦੇ, ਪਰ ਇਹ ਸਾਡੀ ਸਮੱਸਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੋਸ਼ ਇੰਨੀਆਂ ਭਾਸ਼ਾਵਾਂ ਦਾ ਭੰਡਾਰਾ ਹੈ। ਮੈਂ ਤਾਂ ਕਈ ਵਾਰੀ ਕਹਿੰਦਾ ਪਿਆਰਿਓ, ਕਿਤੇ ਸੁਣਨ ਵਾਲਾ ਸਰੋਤਾ ਹੋਵੇ, ਇੱਕ ਇੱਕ ਸ਼ਬਦ ਵਿੱਚ ਬਾਬੇ ਨੇ ਬਹੁਤ ਕੋਈ ਟਿਕਾ ਦਿੱਤਾ। ਅੱਜ ਮੈਂ ਗੱਲ ਰਿਪੀਟ ਕਰਨ ਲੱਗਾ। ਇਹ ਜਦੋਂ ਪੌੜੀ ਆਈ ਨਾ ਜੀ, ਕਥਾ ਕਰਦਿਆਂ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਹੈ। ਇਹ ਲਫ਼ਜ਼ ਓਮੀ ਆਇਆ, ਤੇ ਹਰ ਟੀਕਾਕਾਰ ਨੇ ਲਿਖਿਆ ਓਮੀ ਦਾ ਅਰਥ ਅਨਪੜ੍ਹ। ਉਹ ਓਮੀ ਦਾ ਅਰਥ ਜਿਹਨੂੰ ਅੱਖਰਾਂ ਦਾ ਗਿਆਨ ਕੋਈ ਨਹੀਂ, ਨਿਰ ਅੱਖਰਾ। ਮੇਰੇ ਮਨ 'ਚ ਹੈ ਵੀ ਕਿਤੇ ਸੰਗਤ ਓਮ ਲਫ਼ਜ਼ ਤੋਂ ਓਮੀ ਨਾ ਮੰਨ ਜਾਏ। ਕਈਆਂ ਬੰਦਿਆਂ ਨੂੰ ਵਿਚਾਰੇ ਨਾ ਸ਼ਬਦ ਕੁਝ ਹੋਰ ਹੁੰਦਾ, ਆਪਣੀ ਪੰਜਾਬੀ ਦੇ ਅਰਥ ਹੀ ਕਰੀ ਜਾਂਦੇ ਆ, ਅਰਥ ਕੁਝ ਹੋਰ ਹੁੰਦੇ ਨੇ ਉਹਦੇ। ਮੇਰੇ ਮਨ 'ਚ ਆ ਵੀ ਇਹ ਵੀ ਖੁੱਲ੍ਹਾ ਉੜਾ। ਬਸ ਬਾਣੀ 'ਚ ਸਿਰਫ ਪੂਰੇ ਗੁਰੂ ਗ੍ਰੰਥ ਸਾਹਿਬ 'ਚ 2 ਵਾਰੀ ਓਮੀ ਤੇ ਓਮੀਆਂ ਇਸ ਪੌੜੀ 'ਚ ਆਇਆ, ਬਾਕੀ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਇਆ। ਵੀ ਕਈਆਂ ਮੈਂ ਹੁਣ ਵੀ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ, ਕਈਆਂ ਦੇ ਮਨ 'ਚ ਆ ਜਾਣਾ ਵੀ ਓਮ ਲਫ਼ਜ਼ ਤੋਂ ਬਣਿਆ ਓਮੀ। ਅਰਥ ਸਭ ਨੇ ਇਹ ਕੀਤੇ ਅਨਪੜ੍ਹ। ਪਰ ਮੇਰੀ ਇੱਕ ਉਤਸੁਕਤਾ ਸੀ ਵੀ ਮੈਂ ਇਹ ਲੱਭਾਂ ਵੀ ਇਹ ਅਨਪੜ੍ਹ ਕਿਵੇਂ ਬਣ ਗਿਆ, ਇਹ ਕਿਹੜੀ ਭਾਸ਼ਾ 'ਚੋਂ ਸ਼ਬਦ ਆਇਆ। ਬਸ ਸਤਿਗੁਰੂ ਤੋਂ ਵਾਰਨੇ ਜਾਈਏ। ਮੈਂ ਕਹਿੰਦਾ ਫਾਰਸੀ ਵੀ ਵਿੱਚੇ, ਸੰਸਕ੍ਰਿਤ ਵੀ ਵਿੱਚੇ, ਬ੍ਰਿਜ ਭਾਸ਼ਾ ਵੀ ਵਿੱਚੇ, ਸੰਸਕ੍ਰਿਤੀ ਵੀ ਵਿੱਚੇ, ਆ ਤੁਹਾਡੀ ਮਰਾਠੀ ਵਿੱਚੇ। ਪਹਿਲਪੁਰੀਏ ਪੁੰਡਰਕਵਨਾ ਤਾਂਚੇ ਖੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਨਾਚੰਤੀ, ਇਹ ਮਰਾਠੀ ਜੀ। ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾਚਾ ਭਰਮੀਆਂ ਚਾ ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜੀਓ।
एक शब्द हुंदा जी, घणो 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 सद लोड़ है, बिन लैणे कैठे पायो री। ये राजस्थानी है। हुण असीं तां जदों पाठ करना यही पढ़ना, घणो 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 सद लोड़ है बिन लैणे। जे राजस्थानियों नूं पुछो, कहेगा घणो 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 सद लोड़ है बिन लैणे कैठे पायो री। जदों तुसीं किते झंग दे इलाके वाले नूं पुछो, मैं कहना ओए इहनूं बापू नूं पढ़ो, ओए तुहाडी सारियां दी बोली इहदे च जे। तू चौ सज्जन मैडिया डेई सिस उतार, नैन महंजे तरस दे कद पस्सी दीदार। लैंदी आ गई जी सारी। मैं फिर अर्ज करांगा, मेरे मन च आया, ये मेरा विशा नहीं वैसे भी, उम लफ्ज ओमी लफ्ज अनपढ़ सारे कह रहे हैं। फिर एक सूझवान विद्वान दे शब्द भाई वीर सिंह मैं कह दिया ना, क्यों लुकाना। वो कहते ने असल च उम लफ्ज अरबी का है। कित्थों लफ्ज चुनिया तो कित्थे फिट करता बाबा जी ने, किन्ना वड्डा। असल च वो तो आप निराकार है ना जी। निराकार दे आकार का नाम गुरु नानक साहिब है। अरबी पुछो फारस, वो उंज कईयां दे मन च आएगा। असी सारे कहने, असी भी कथा करते हैं जी, गोपाल पांधे ने पढ़ाई, पंडित ब्रिजनाथ ने संस्कृत पढ़ाई, मौलवी कुतुबुद्दीन ने फारसी पढ़ाई, सारे कहने हैं। हो सकता है तुसी मेरी अनपढ़ता समझो, पर सच ये जे जिदी जोत गुंगे ते बोले दे सिर ते रख के छड़ी गीता दे अर्थ करांदी, ओनू किदी पढ़ाई दी लोड़ है। मैं तां क्या हो सकता पढ़े लिखे मेरी इस गल नूं कहण भी ये आप नहीं पढ़िया होना तां ही कहंदा। तलीम लवो, पर जिथे गुरु ग्रेस वरते उत्थे दुनिया की तलीम का भोग पै जांदा है। ये उम लफ्ज अरब दा है, अरबी दा है। उम लफ्ज का अखरी अर्थ अनपढ़ नहीं हैगा। जे लुगात पढ़ोगे, चलो आप डिक्शनरी कहने, शब्दकोश कहने, आ फारसी विच लुगात कहंदे। जे उम लफ्ज नूं तुसी उन्हां दे कोश च पढ़ोगे, उम लफ्ज का अर्थ है माँ, अनपढ़ नहीं। उम का अर्थ है माँ। ये लफ्ज तां प्रचलित होया कि जेड़ा बच्चा अपनी माँ की कुख चो जन्म होया, बाप की मौत हो गई, उन्होंने किसी ने पढ़ाया ना, वो बेचारा दर दर ते धक्के खांदा रहा, उन्होंने एक अखर भी ना बोलना आया। उन्होंने कहते सन ओमी। ओमी का अर्थ जिहो जिहा माँ ने जम्मिया हो जी मर गया, निरअखरा। देखो कित्थों शब्द लिया। इस तरह मैं बेनती करा, हुण जिवें आसा की वार च असीं पढ़ने, लख सुरती लख ज्ञान ध्यान, पढ़िए पाठ पुराण। औंकड़ लगी छोटे ऊ की मात्रा जी। लख सुरतन संग्राम रन में छुटे प्राण, लफ्ज एक औंकड़ ही है ना जी। लख सुरती लख ज्ञान ध्यान, पढ़िए पाठ पुराण। जे औंकड़ नहीं बोलोगे एडे अनर्थ होणगे। पढ़िए पाठ पुराण पढ़ांगे दा अर्थ पुराणा दा अर्थ साह। पुराण का अर्थ 18 पुराण हिंदुइज्म के ग्रंथ। रन में छुट्टे प्राण, जे ओनू पुराण पढ़ांगे तो सच्ची गल बड़ी धक्का होगा। रन में छुट्टे प्राण का अर्थ है मैदाने जंग विच ओदे प्राण निकल गए। हुण प्राण ते पुराण एक औंकड़ का फर्क अर्थां दे अनर्थ करेगा। फिर मेरी बेनती, मैं तां ये थोड़ा जिहा अर्ज कर रहा, इत्थे दूजा लगे जाए, कहते ओनू मत आशिक कहो। ये कादी आशिकी, कादा प्यार, जिहड़ा दूजा लगे जाए। नानक आशिक कांडिए, कांडिए आखे जाते ने। किन्हां नूं आखिया जाता है आशिक? महाराज कहते ने कि असल च कि वो आशिक सद ही रह समाए, रहे नहीं पढ़ना, रह सद ही दर ते सदीव ही। आशिक होवे जिहड़ा सदा अपने महबूब विच समाया रहिंदा, सद ही रह समाया। हुण अगली गल सुनियो, चंगे चंगे नहीं पढ़ना, गग्गे ते दुलावां ने। चंगे चंगा कर मन्ने, मन्ने नहीं। चंगे चंगा कर मन्ने, मंदा मंदा होए। ए बेवफा बंदे लिए अर्थ ने।
ਚੰਗਾ ਚੰਗਾ ਕਰ ਮੰਨੇ, ਇਹਦਾ ਅਰਥ ਜਦੋਂ ਮੇਰਾ ਕੋਈ ਕੰਮ ਚੰਗਾ ਹੋ ਗਿਆ, ਮਨੋ ਕਲਪਿਤ ਮੇਰਾ ਕੰਮ ਹੋ ਸਕਦਾ, ਰੱਬ ਦੀ ਨਜ਼ਰ 'ਚ ਉਹਨੇ ਕਿੱਡਾ ਵੱਡਾ ਦੁੱਖ ਦੇਣਾ ਹੋਵੇ। ਕੱਲ ਪੁੱਤਰ ਦੀ ਦਾਤ ਮਿਲ ਗਈ, ਚੰਗਾ ਹੈ, ਇਹ ਕੀ ਪਤਾ ਵੱਡੇ ਹੋ ਕੇ ਇੰਨੀ ਮੁਸੀਬਤ ਖੜੀ ਕਰ ਦੇਣੀ। ਆਹ ਕੰਮ ਮੇਰਾ ਚੱਲ ਗਿਆ, ਫਲਾਣੀ ਥਾਂ ਤੇ ਜਾ ਰਿਹਾ, ਹੋ ਸਕਦਾ ਉਹ ਮੇਰੇ ਲਈ ਮੁਸੀਬਤ ਹੋਵੇ। ਪਰ ਜੋ ਮਨੋ ਕਲਪਿਤ ਚੰਗਾ ਚੰਗਾ ਕਰ ਮੰਨੇ, ਚੰਗਾ ਇਹਦਾ ਅਰਥ ਜਦੋਂ ਮੇਰਾ ਕੋਈ ਕੰਮ ਮੇਰੇ ਮਨ ਨੂੰ ਲੱਗਦਾ ਚੰਗਾ ਹੋ ਗਿਆ, ਥਾਂ ਥਾਂ ਤੇ ਕਹਿਣਾ ਮੇਰਾ ਗੁਰੂ ਬੜਾ ਚੰਗਾ ਜੇ। ਫਿਰ ਸੁਣਿਓ, ਚੰਗਾ ਇਹਦਾ ਅਰਥ ਜੋ ਮੇਰਾ ਕੰਮ ਚੰਗਾ ਹੋਇਆ, ਚੰਗਾ ਕਰ ਮੰਨੇ। ਜਦੋਂ ਕੋਈ ਆਪਣੇ ਫਾਇਦੇ ਦੀ ਗੱਲ ਬਣ ਗਈ, ਉਦੋਂ ਕਹਿ ਦਿੱਤਾ ਗੁਰੂ ਬੜਾ ਚੰਗਾ ਜੇ, ਰੱਬ ਬੜਾ ਚੰਗਾ ਜੇ, ਜਪਜੀ ਸਾਹਿਬ ਪੜਿਆ ਆਹ ਮਿਲ ਗਿਆ, ਹੱਥੀ ਸੇਵਾ ਕੀਤੀ ਆਹ ਮਿਲ ਗਿਆ। ਮੰਦਾ ਹੋਏ, ਜਿੱਦਨ ਆਪਣਾ ਕੋਈ ਕੰਮ ਮੰਦਾਦਾਰ ਤੇ ਵਿਗੜ ਗਿਆ, ਮਾੜਾ ਹੋ ਗਿਆ, ਉਦਨ ਕਹਿਣਾ ਮੈਂ ਗੁਟਕੇ ਗੁਰਦੁਆਰੇ ਛੱਡ ਆਇਆ, ਮੈਂ ਕੋਈ ਨਹੀਂ ਬਾਣੀ ਪੜ੍ਹਨੀ, ਮੇਰਾ ਕਿਹੜਾ ਰੱਬ ਨੇ ਸਵਾਰਿਆ। ਬਾਬਾ ਜੀ ਕਹਿੰਦੇ ਝੂਠਿਆ ਤੂੰ ਆਸ਼ਕ ਨਹੀਂ, ਤੂੰ ਵਪਾਰੀ ਹੈ। ਤੇਰਾ ਕੰਮ ਸੌਰ ਜਾਏ ਤੇ ਰੱਬ ਚੰਗਾ, ਤੇਰਾ ਕੰਮ ਵਿਗੜ ਜਾਏ ਤੇ ਮੈਂ ਨਹੀਂ ਬੰਦਗੀ ਕਰਨੀ। ਤੇ ਉਂਝ ਬੰਦਾ ਇੰਨਾ ਚਲਾਕ ਜੇ, ਜਿੰਨੇ ਚੰਗੇ ਕੰਮ ਨੇ ਉਹ ਆਪਣੇ ਖਾਤੇ ਪਾਉਂਦਾ, ਜਿੰਨੇ ਮਾੜੇ ਨੇ ਰੱਬ ਦੇ ਖਾਤੇ ਪਾਉਂਦਾ। ਕੀ ਗੁਰਦੁਆਰੇ 'ਚ ਜਿੱਥੇ ਵੀ ਜਾਓਗੇ ਤੁਸੀਂ, ਕਿਤੇ ਵੀ ਕੌਬ ਕਰੋ, ਚੰਗਾ ਕੰਮ ਆਪਣੇ ਕੋਲ ਹੋ ਜਾਏ, ਜਿੱਥੇ ਜਾਏਗਾ ਪੂਰੀ ਕਥਾ ਕਰੀ ਜਾਏਗਾ, ਮੈਂ ਆਹ ਕੀਤਾ ਆਹ ਕੀਤਾ। ਤੇ ਜੇ ਮਾੜਾ ਹੋ ਜਾਏ, ਇੱਕ ਤਾਂ ਕਹੇਗਾ ਇਹ ਤੇ ਰੱਬ ਨੂੰ ਹੀ ਮਨਜ਼ੂਰ ਇਸ ਤਰ੍ਹਾਂ ਸੀ। ਇਹਦਾ ਮਤਲਬ ਰੱਬ ਜਿਹੜਾ ਮਾੜੇ ਕੰਮ ਹੀ ਕਰਦਾ। ਗੁਰੂ ਸਾਹਿਬ ਦੀ ਦੇਖੋ ਉਡਾਰੀ ਕੈਸੀ। ਉਹ ਕਹਿੰਦੇ ਜੇ ਤੁਸੀਂ, ਕਿਉਂਕਿ ਮੈਂ ਇਸ ਤੁਕ ਦੇ ਅਰਥ ਕਰਨੇ, ਥੋੜਾ ਜਿਹਾ ਟਾਈਮ ਤੁਹਾਡਾ ਅੱਜ ਲੈਣਾ ਹੈ, 15-20 ਮਿੰਟ ਲਾਂਗਾ, ਤੇ ਕਾਹਲੇ ਨਾ ਪਿਆ ਜੇ। ਆ ਸਾਰੀ ਸਮੱਸਿਆ ਅੱਜ ਸਾਡੇ ਲੋਕਾਂ ਦੀ, ਕਿਉਂਕਿ ਅਸੀਂ ਦਿਲੋਂ ਇਸ਼ਕ ਨਹੀਂ ਕਰਦੇ ਪਏ, ਅਸੀਂ ਵਪਾਰ ਕਰਨੇ ਆ। ਜੇ ਇੱਥੋਂ ਮੇਰਾ ਬਿਜ਼ਨਸ ਚੱਲ ਜਾਏਗਾ, ਮੈਂ ਇੱਥੇ ਵੀ 40 ਦਿਨ ਆ ਜਾਵਾਂਗਾ। ਜੇ ਮੈਨੂੰ ਕਿਸੇ ਪਖੰਡੀ ਦੇ ਡੇਰੇ ਤੇ ਜਾ ਕੇ ਅਨਮਤ ਦੇ ਮੰਤਰ ਪੜ੍ਹਨੇ, ਮੈਂ ਉਹ ਵੀ ਪੜ੍ਹ ਲਾਂਗਾ, ਮੇਰਾ ਕੰਮ ਚੱਲਣਾ ਚਾਹੀਦਾ। ਉਹ ਪ੍ਰੇਮੀ ਨਹੀਂ ਹੋ ਸਕਦਾ, ਪ੍ਰੇਮੀ ਸੌਦੇਬਾਜ਼ ਨਹੀਂ ਹੁੰਦਾ। ਫਰੀਦਾ ਜਾਂ ਲੱਭ ਤਾਂ ਨਿਉ ਕਿਹਾ, ਲਾਲਚ ਤੇ ਪ੍ਰੇਮ ਇਕੱਠੇ ਨਹੀਂ। ਯਾਦ ਰੱਖਿਓ, ਲਾਲਚ ਤੇ ਪਾਪ ਇਕੱਠੇ ਹੁੰਦੇ ਆ, ਪ੍ਰੇਮ ਤੇ ਕੁਰਬਾਨੀ ਇਕੱਠੀ ਹੁੰਦੀ ਹੈ। ਮੈਂ ਫਿਰ ਦੋਨੋਂ ਸ਼ਬਦ ਦੁਹਰਾ ਦੇਣਾ, ਲਾਲਚ ਤੇ ਪ੍ਰੇਮ ਲਫ਼ਜ਼ ਕਦੀ ਢੁਕਦੇ ਹੀ ਨਹੀਂ। ਲਾਲਚ ਤੇ ਪਾਪ ਇਕੱਠੇ ਰਹਿਣਗੇ, ਪ੍ਰੇਮ ਤੇ ਕੁਰਬਾਨੀ ਇਕੱਠੀ ਰਹੇਗੀ। ਜਿੱਥੇ ਲਾਲਚ ਹੋਵੇਗਾ, ਲਾਲਚ ਪਾਪ ਕਰਨ ਤੋਂ ਬਿਨਾ ਪੂਰਾ ਨਹੀਂ ਹੁੰਦਾ। ਜਿੱਥੇ ਪ੍ਰੇਮ ਹੋਵੇ, ਉੱਥੇ ਕੁਰਬਾਨੀ ਤੋਂ ਬਿਨਾ ਗੱਲ ਸਿਰੇ ਨਹੀਂ ਲੱਗਦੀ। ਬਾਬਾ ਜੀ ਨੇ ਕਿਹਾ ਲੱਭ ਪਾਪ ਦੋਏ ਰਾਜਾ ਮਹਿਤਾ, ਜਿੱਥੇ ਲਾਲਚ ਉੱਥੇ ਪਾਪ ਨੂੰ ਖਲੋਣਾ ਪਏਗਾ, ਕਿਉਂਕਿ ਲੱਭ ਦੀ ਗੱਲ ਹੀ ਨਹੀਂ ਬਣਨੀ ਪਾਪ ਤੋਂ ਬਿਨਾ। ਹੁਣ ਇਹ ਤਾਂ ਲਾਲਚ ਹੈ ਨਾ। ਫਰੀਦਾ ਜਾਂ ਲੱਭ ਤਾਂ ਨਿਉ ਕਿਹਾ, ਲੱਭ ਤਾਂ ਕੂੜਾ ਨੇ, ਕਿਚਰ ਝੱਟ ਲੰਘਾਈਆ ਛੱਪਰ ਟੁੱਟੇ। ਮੈਂ ਫਿਰ ਬੇਨਤੀ ਸੁਣੋ, ਚੰਗਾ ਚੰਗਾ ਕਰ ਮੰਨੇ, ਚੰਗਾ ਹੋ ਗਿਆ ਤੇ ਰੱਬ ਬੜਾ ਚੰਗਾ ਜੀ, ਮੇਰਾ ਗੁਰੂ ਬੜਾ ਚੰਗਾ। ਮੰਦਾ ਹੋਏ, ਜਿੱਦਨ ਮਾੜਾ ਕੰਮ ਹੋ ਗਿਆ ਉਦਨ ਮਾੜਾ ਦਾ ਮਾੜਾ ਜੀ। ਬਿਲਕੁਲ ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਮਨਮੁਖ ਬਿਰਤੀ। ਤੁਸੀਂ ਜ਼ਿੰਦਗੀ 'ਚ ਕਿਸੇ ਬੰਦੇ ਦਾ ਫਾਇਦਾ ਕੀਤਾ ਹੋਵੇ ਨਾ, ਕਰੀ ਜਾਓ। ਮੰਨ ਲਓ ਆਹ ਵੀ ਉਹਦਾ ਸਾਰੇ ਕੰਮ ਕਰੀ ਜਾਓ, ਉਹ ਉਸ ਸਮੂਹ ਨਾਲ ਤੁਹਾਡੀਆਂ ਸਿਫਤਾਂ ਕਰੇਗਾ ਵੀ ਮੇਰੇ ਲਈ ਤਾਂ ਰੱਬ ਹੈ ਜੀ, ਮੇਰੇ ਲਈ ਤਾਂ ਸਭ ਕੁਝ ਹੈ। ਇੱਕ ਦਿਨ ਤੁਸੀਂ ਹੱਥ ਪਿੱਛੇ ਖਿੱਚ ਲਓ। ਚੇਤੇ ਰੱਖਿਓ, ਜਿਸ ਮੂੰਹ ਨਾਲ ਗੱਲਾਂ ਕਰਦਾ ਥਾਂ ਥਾਂ ਤੇ ਛੱਜ 'ਚ ਪਾ ਕੇ ਛੱਟੇਗਾ, ਏਦੂ ਮਾੜਾ ਬੰਦਾ ਹੀ ਕੋਈ ਨਹੀਂ ਜੇ, ਕਿਉਂਕਿ ਉਹਦੇ ਮੁਤਾਬਕ ਨਹੀਂ ਨਾ ਕੰਮ ਹੋਇਆ। ਇਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਜੀ, ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਨ ਕਦੇ ਨਾ ਪਾਇਨ ਬੰਦ। ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਗੰਢ ਦਰ ਤੇ ਮਿਲਣਗੇ ਆ ਕੇ। ਖਾਣ ਪਾਣ ਨੂੰ ਦਿਓਗੇ, ਤੁਹਾਨੂੰ ਫੋਨ ਕਰਨਗੇ, ਮਿਲਣਗੇ। ਤੁਸੀਂ ਕਦੀ ਦੇਖਿਆ ਹੋਣਾ, ਜਿਸ ਬੰਦੇ ਨੂੰ ਕੰਮ ਹੋਵੇ ਉਹ ਰੋਜ਼ ਫੇਰੇ ਮਾਰਦਾ ਹੈ, ਕੰਮ ਨਿਕਲ ਜਾਏ 6 ਮਹੀਨਿਆਂ ਬਾਅਦ ਵੀ ਕਦੀ ਕਾਲ ਨਹੀਂ ਕਰਦਾ। ਸਤਿਗੁਰੂ ਕਹਿੰਦੇ ਨੇ ਇਹ ਮੁਹੱਬਤ ਨਹੀਂ, ਇਹ ਸਵਾਰਥ ਹੈ। ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਜਿਸ ਜ਼ਬਾਨ ਨਾਲ ਤੁਹਾਨੂੰ ਚੰਗੇ ਕਹਿੰਦੇ, ਉਸ ਜ਼ਬਾਨ ਨਾਲ ਗਾਲਾਂ ਕੱਢਣਗੇ ਜਿੱਦਨ ਉਹਨਾਂ ਦਾ ਕੰਮ ਨਹੀਂ ਹੋਵੇਗਾ। ਉਹ ਮੁਹੱਬਤ ਨਹੀਂ ਹੁੰਦੀ। ਗੁਰੂ ਸਾਹਿਬ ਕਹਿੰਦੇ ਜੇ ਚੰਗਾ ਹੋ ਗਿਆ ਤੇ ਰੱਬ ਚੰਗਾ, ਜੇ ਮੰਦਾ ਹੋ ਗਿਆ ਤੇ ਰੱਬ ਮਾੜਾ। ਚੰਗਾ ਚੰਗਾ ਕਰ ਮੰਨੇ, ਮੰਦਾ ਹੋਏ ਤੇ ਸਤਿਗੁਰੂ ਕਹਿੰਦੇ ਨੇ
कि भाई सज्जनों आशिक यो ना आखिए, इन्हों प्यारे ना कहो, इन्हों प्रेमी ना कहो। कौन? जे लेखै वरतै सोए सोए दर थे, वो आशिक स्वार्थी। जेड़ा बंदा प्रेम करके लेखे करदा है वो बंदा प्रेमी नहीं हो सकता। चेते रखियो असी भी इश्क नहीं करते, ज्यादातर गिनती साडी भी लेख ही करने हैं भी इन्ने अखंड पाठ साहब रखा दिते, साडा काम क्यों नहीं होया? मैं तो इन्ने रुपये ला बैठा, मैं इन्ने भी हजूर साहब टिकट लैके गया, अब बड़े सानू इस तरह टक्कर दे जी। असी एक एक पैसे का जे हिसाब रखांगे, गुरु साहब कहते झूठिया तू प्रेमी है नहीं, तू व्यापारी है, तू गिनतियां मिनतियां च पै गए। आशिक ए ना आखिए जे लेख है वरतै सोए, वो कदा चित भी आशिक नहीं जेड़ा लेखे च पैंदा है। आओ मैं बेनती करांगा, मैं नैगेटिव नहीं बोलांगा, मैं अपने गुरु दे इश्क की गल करनी चाहना। चंगा हो जाए तां भी ओदा मनो, मंदा हो जाए तो तां भी ओदा मनो। सुनो, जे कोई चीज़ मिल जाए तो अरदास करो मैं लायक नहीं, तू तरस करके दे दी। जे कोई चीज़ ना मिले तो अरदास करो मैं एदा पात्र नहीं सा, तां ही तू नहीं दी। बड़ा सौखा है मनना, बड़ा जिंद सौखी रहेगी जी, एवें कल्पी जाएंगे। फिर बेनती, जे मिल जाए तो शुक्र करो कि तेरा कीता जातो ना ही मैनू जोग कीतो ही, मैं निर्गुण यारे को गुण ना ही आपे तरस प्योई। जे चला जाए तो शुक्र करके को दाता सच्ची मुच्ची में दे लायक नहीं सी, तू चंगा ही कीता। गुरु ग्रंथ साहब ने ऐसी मुहब्बत नूं किते थां नहीं दिती। चंगे वेले कहना भी ठीक पाठ रखाने ने, ये करना है वो करना है, माड़ा हो जाए तो नितनेम छड़ जाने। गुरु ग्रंथ साहब च पुछो गुरु रामदास नूं, उन्हां दा शब्द मैं पढ़ांगा तुहानूं सब नूं चेते वे। वो शब्द है जी, कोई आन मिलावे मेरा प्रीतम प्यारा, आ है जी इश्क। कोई आन मिलावे मेरा प्रीतम प्यारा, को तिस पै आप विचाई, दर्शन हर देखन कहताई, कृपा करे ता सतगुरु मिले हर हर नाम त्याई। जे सुख देह ता तुझा आराधी, दुख पी तुझा त्याई। दुख च नहीं मैं तेरा सिमरन छड़ना। जे सुख दे ता तुझा आराधी, दुख पी तुझा त्याई। जे भुख दे ता इतकी राजा, दुख विच सुख मनाई। आ है जी नानक आशिक काढ़िए साधी रह समाए। फिर बेनती है, जे सुख दे ता तुझा आराधी, दुख पी तुझा त्याई। जे भुख दे ता इतकी राजा, दुख विच सुख मनाई। तन मन काट काट सब अरपी विच अग्नि आप जलाई। पखा फेरी पानी ढेवा ढोवा, लेखा वरतै नहीं। पखा फेरी पानी ढोवा, जो देवै सो खाई। नानक गरीब ढह पया द्वारे, साधी रह समाए। नानक गरीब ढह पया द्वारे, हर मेल लिखो वड्याई। गुरु ग्रंथ साहब च यही कारण, जदों सुख दियां दातां मिठियां लगदियां ने, मैं अर्ज करांगा मिठे दा संबंध तां जीभ नाल है ना जी। कोई चीज़ खाने मिठी, पर गुरु ग्रंथ साहब कहते हैं जदों कोई रब नूं मुहब्बत करदा है, वो तत्ती तवी ते बैठ के भी कहता जिहो जी मिठास इहो इत्थे आई, इहो जिहा मिठा किते नहीं। तेरा किया मीठा लग है। क्यों? क्योंकि प्यारा, मैं बेनती करांगा बड़ा औखा जे कहना, सानू जन्म वेले वधाई प्रवान है, सानू मौत दी सा प्रवान नहीं। सानू अपनी जय जयकार प्रवान है, सानू अपना अपमान प्रवान नहीं। सानू उस्तत प्रवान है, सानू निंदिया स्वीकार नहीं। पर रब दे प्यारिਆਂ ਨੂੰ पुछ के देखो, कहता नहीं अब हम चली ठाकुर पे हार, जब हम शरण प्रभु की आई, राख प्रभु भावें मार। लोकन की चतुराई उपमा ते बैसंतर जार, कोई भला कहो कोई परवाह नहीं। सच्ची गल जे मैं तुहानूं होर बेनती करा, जदों ठोकरां वजदियां ने ना, उदों गुरु बड़ा प्यारा लगता है। सच उदों निराश ना हो, जिन्नी ठोकर वजे उन्ना समझो गुरु चंगा लगन लग पिया है, उन्हें तरस किया है।
ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਛੋਟਾ ਜਿਹਾ ਨਿਆਣਾ ਬਾਹਰ ਖੇਡਦਾ ਹੈ, ਮਿੱਟੀ 'ਚ ਖੇਡਦਾ ਪਿਆ, ਮਾਂ ਆਵਾਜ਼ਾਂ ਮਾਰੇ ਧਿਆਨ ਨਹੀਂ ਦਿੰਦਾ। ਜਦੋਂ ਖੇਡਦੇ ਕੋਈ ਬੱਚੇ ਨੂੰ ਕੋਈ ਜਾਨਵਰ, ਕੋਈ ਕੀੜਾ, ਕੋਈ ਸੱਪ ਦਿਸੇ, ਇੱਕੋ ਦਮ ਨਿਆਣਾ ਦੌੜ ਕੇ ਮਾਂ ਦੀਆਂ ਲੱਤਾਂ ਨੂੰ ਕੁੱਟ ਕੇ ਪਕੜਦਾ ਹੈ। ਜੇ ਉਹ ਨਾ ਦਿਸਦਾ ਤੇ ਮਾਂ ਦੀਆਂ ਲੱਤਾਂ ਨਾ ਘੁੱਟ ਕੇ ਪਕੜਦਾ। ਜਦੋਂ ਮੁਸੀਬਤ ਆਉਂਦੀ ਉਦੋਂ ਗੁਰੂ ਦੇ ਚਰਨ ਘੁੱਟ ਕੇ ਪਕੜਨ ਦਾ ਸਵਾਦ ਹੀ ਕੁਝ ਵੱਖਰਾ ਹੈ। ਮੈਂ ਤਾਂ ਬੇਨਤੀ ਕਰਾਂਗਾ, ਇਸ ਸਾਡੀ ਸਮੱਸਿਆ, ਅਸੀਂ ਇਹ ਕਹੀ ਜਾਂਦੇ ਹਾਂ ਗੁਰੂ ਨੂੰ ਪਿਆਰ ਕਰ ਤੈਨੂੰ ਇੱਜ਼ਤ ਮਿਲੇਗੀ, ਗੁਰੂ ਨੂੰ ਪਿਆਰ ਕਰ ਤੈਨੂੰ ਆ ਮਿਲੇਗਾ। ਉਹ ਮੈਂ ਕਹਿੰਦਾ ਇਹ ਵੀ ਦੱਸੋ ਤੇਰੇ ਅੰਦਰ ਦੀ ਅਵਸਥਾ ਇੰਨੀ ਕੁ ਉੱਚੀ ਹੋ ਜਾਏਗੀ, ਗੁਰੂ ਨੂੰ ਪਿਆਰ ਕਰੇਗਾ, ਗੁਰੂ ਖੁਦ ਪੁੱਤਰਾਂ ਦੀ ਲਾਸ਼ ਕੋਲੋਂ ਲੰਘਦਾ ਹੈ ਤੇ ਮੁਸਕਰਾ ਕੇ ਨਿਕਲ ਜਾਂਦਾ। ਮੈਂ ਤੁਹਾਡਾ ਧਿਆਨ ਥੋੜਾ ਜਿਹਾ ਲਿਜਾਣਾ ਚਾਹੁੰਦਾ ਆਪਣੇ ਕਲਗੀ ਵਾਲੇ ਪਿਤਾ ਵਾਲੇ ਪਾਸੇ। ਪਿਆਰਿਓ, ਉਹਨੇ ਲੇਖਾ ਕੀਤਾ ਕੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਆਸ਼ਿਕ ਹੋਵੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਆਸ਼ਿਕ ਦੀ ਅਵਸਥਾ ਹੈ, ਇਹ ਮ੍ਰਿਤਕ ਦੀ ਅਵਸਥਾ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾਂ ਕੈ ਲੋਹ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਇਹ ਅਭੇਦਤਾ ਦੀ ਅਵਸਥਾ ਹੈ। ਇਸੇ ਨੂੰ ਗੁਰੂ ਨੇ ਕਿਹਾ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਵਾਹਿਗੁਰੂ ਅੱਗੇ ਅਰਦਾਸ ਕਰੋ, ਦਾਤਾ ਸੁਰਤ ਦੇ ਦੇਖੋ ਜੀ। ਇਹ ਅਵਸਥਾ ਜੇ ਕਿਤੇ ਆ ਜਾਏ, ਕਿਰਪਾ ਕਰੀ ਤੂੰ ਅੰਦਰ ਥਿੜਕਣ ਨਾ ਦਈ। ਸਭ ਕੁਝ ਚਲਾ ਜਾਏ ਪਰ ਤੇਰੇ ਪ੍ਰਤੀ ਇਹ ਸ਼ਰਧਾ ਨਾ ਪੈਦਾ ਹੋਵੇ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਮੈਂ ਸੋਚਣਾ ਗੁਰੂ ਗ੍ਰੰਥ ਸਾਹਿਬ 'ਚ ਮੈਂ ਵੀ ਹੁਣ ਕਥਾ ਕਰੀ ਜਾਂਦਾ ਵਾਂ, ਤੁਸੀਂ ਪ੍ਰਭਾਵਿਤ ਹੋ ਰਹੇ ਹੋ, ਇਮੋਸ਼ਨਲ ਹੋ ਰਹੇ ਹੋ, ਪਰ ਸੱਚੀ ਗੱਲ ਜੇ ਅਰਦਾਸ ਕਰੋ, ਜੋ ਸਟੇਜ ਤੇ ਕਹਿ ਰਿਹਾ ਜੇ ਮੇਰੇ ਨਾਲ ਬੀਤੇ ਤੇ ਮੈਂ ਹੰਢਾ ਲਵਾਂ। ਇੱਕ ਬਚਨ ਹੈ ਮਹਾਰਾਜ ਦਾ, ਕਹਿਨ ਕਹਾਵਨ ਕੋ ਕਉ ਕੇਤੇ, ਕਹਿਨ ਕਹਾਵਨ ਕੋ ਕਈ ਕੇਤੇ ਕੇਤੈ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਬੇਤੈ। ਜਿਹੜਾ ਤਤ ਅਵਸਥਾ ਨੂੰ ਜਾਣਦਾ, ਉਹ ਸ਼ਬਦ ਵਰਦਾ ਹੈ ਕਿ ਦੁੱਖ ਨਾਹੀ ਸਭ ਸੋਖੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਇਹ ਕਿੱਡੀ ਉੱਚੀ ਅਵਸਥਾ ਹੋਵੇਗੀ ਜੀ। ਕਹਿੰਦਾ ਕੋਈ ਦੁੱਖ ਨਹੀਂ ਸੋਖੇ, ਕੋਈ ਬੁਰਾ ਨਹੀਂ, ਸਭ ਭਲਾ ਹੋ ਰਿਹਾ ਹੈ। ਇਸੇ ਕਰਕੇ ਗੁਰੂ ਨਾਨਕ ਦੀ ਗੁਰਮਤਿ ਨੇ ਸਭ ਤੋਂ ਪਹਿਲਾਂ ਇਨਸਾਨ ਨੂੰ ਸਮਝਾਇਆ, ਤੂੰ ਕਲਪਨਾ ਤਾਂ ਹੈ ਕਿਉਂਕਿ ਤੈਨੂੰ ਦੁੱਖ ਸੁੱਖ ਪ੍ਰਭਾਵਿਤ ਕਰਦੇ, ਨਹੀਂ ਕਲਪੇਗਾ ਜੇ ਇਹ ਕਹੇਗਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਚੋਜੀ ਪ੍ਰੀਤਮ, ਮੈਂ ਸਿਰਫ ਬੇਨਤੀ ਕਰਾਂਗਾ ਕਿਉਂਕਿ ਅਗਲੇ ਮਹੀਨੇ 'ਚੋਂ ਦਿਨ ਆ ਰਹੇ ਨੇ, ਅਸੀਂ ਹਰ ਸਾਲ ਮਨਾਉਂਦੇ ਸਾਂ ਜਾ ਕੇ, ਪਰ ਤੁਹਾਨੂੰ ਸਭ ਨੂੰ ਪਤਾ ਹੈ ਪੰਜਾਬ ਦੇ ਜੋ ਹਾਲਾਤ ਬਣ ਗਏ, ਇਹ 'ਚ ਕੋਈ ਸ਼ੱਕ ਨਹੀਂ, ਭਾਵੇਂ ਟੀਵੀ ਤੇ ਕਥਾ ਚੱਲਣੀ ਹੈ। ਮੈਂ ਇੱਕੋ ਅਰਦਾਸ ਕਰਨਾ, ਦਾਤਾ ਜੇ ਕਥਾ ਕਰਾਣੀ ਹੈ ਕਿਸੇ ਦੀ ਗੁਲਾਮੀ ਨਾ ਕਰਾਈ, ਭਾਵੇਂ ਪ੍ਰਧਾਨ ਦਾ ਵੀ ਪ੍ਰਧਾਨ ਕਿਉਂ ਨਾ ਹੋਵੇ। ਗੁਲਾਮੀ ਨਾਲੋਂ ਘਰ ਬਹਿ ਜਾਣਾ ਚੰਗਾ ਹੈ। ਇਹ ਸਤਿਗੁਰੂ ਹੰਕਾਰ ਦੇ ਬੋਲ ਨਹੀਂ। ਮੈਂ ਕਦੀ ਕਿਸੇ ਨੂੰ ਹੇਟ ਨਹੀਂ ਕੀਤੀ, ਯਤਨ ਕਰਨਾ ਕਦੀ ਕਥਾ 'ਚ ਮੈਂ ਕ੍ਰਿਟੀਸਾਈਜ਼ ਨਹੀਂ ਜ਼ਿਆਦਾ ਕਰਦਾ, ਪਰ ਜਿੱਥੇ ਪੰਥ ਦੀ ਗੱਲ ਚੱਲੇ, ਯਾਰੋ ਲੰਗਰ ਲਿਜਾਂਦੇ ਬੰਦਿਆਂ ਨੂੰ ਗੋਲੀਆਂ ਮਾਰ ਦੇਣੀਆਂ, ਮੇਰਾ ਅੰਦਰ ਕਲਪ ਉੱਠਿਆ ਉੱਧਰ। ਮੈਂ ਦਰਬਾਰ ਸਾਹਿਬ ਜੋ ਕਿਹਾ ਤੁਸੀਂ ਸੁਣਿਆ ਸਭ ਨੇ, ਪਰ ਜਦੋਂ ਮੈਨੂੰ ਕਿਹਾ ਕਥਾ ਨਹੀਂ ਕਰਨੀ, ਮੈਨੂੰ ਇਕਬਾਲ ਦਾ ਇੱਕ ਸ਼ੇਰ ਚੇਤੇ ਆਇਆ। ਉਹ ਕਹਿੰਦਾ, ਐ ਤਿਆਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ। उर्दू समझ वालों पता है, ऐ तैयारे लाहूती उस रिज्क से मौत अच्छी जिस रिज्क से आती हो परवाज में कोताही। ये अर्थ की ने, पिंजरे च एक पंछी है, सोने का पिंजरा ते सोने की कटोरी च पिंजरे च पाण वाले ने दाने पाए ने,
ਤੇ ਬਾਹਰੋਂ ਆਜ਼ਾਦ ਘੁੰਮਣ ਵਾਲਾ ਪੰਛੀ ਆਇਆ। ਪਿੰਜਰੇ ਵਾਲੇ ਨੇ ਕਿਹਾ ਵੇਖ ਸਵਾਦ ਬਾਹਰ ਤੁਰਿਆ ਫਿਰਨਾ। ਅਸੀਂ ਬੈਠੇ ਨਾ ਆਰਾਮ ਨਾਲ, ਸੋਨੇ ਦਾ ਪਿੰਜਰੇ, ਸੋਨੇ ਦੀ ਕਟੋਰੀ, ਨਾਲੇ ਸਾਨੂੰ ਦੌੜਨਾ ਹੀ ਨਹੀਂ ਪੈਂਦਾ, ਸਾਡਾ ਦਾਣਾ ਆਪਣੇ ਆਪ ਆ ਜਾਂਦਾ। ਬਾਹਰ ਖਲੋਤੇ ਨੇ ਕਿਹਾ ਲਾਹਨਤ ਇਹੋ ਜਿਹੇ ਪਿੰਜਰੇ ਤੇ ਜਿੱਥੇ ਗੁਲਾਮੀ ਦੇ ਦਾਣੇ ਚੁੰਦੇ ਹੋ, ਬਾਹਰ ਨਿਕਲਿਓ, ਤੁਹਾਡੇ ਖੰਭਾਂ ਦੀ ਉਡਾਰੀ ਮਰ ਗਈ ਏ। ਮੈਂ ਇਹਨਾਂ ਦਾਣਿਆਂ ਨਾਲੋਂ ਖੰਭਾਂ ਨੂੰ ਤਰਜੀਹ ਦਿਆਂਗਾ ਜਿਹੜੇ ਖੰਭ ਉਡਾਰੀ ਵਿੱਚ ਮਰਦੇ ਨਹੀਂ। ਇਹਦਾ ਅਰਥ ਹੈ ਇਹ ਤਾਯਾਰੇ ਲਾਹੂਤੀ, ਉੱਡਣ ਵਾਲੇ ਪੰਛੀ, उस रिज़्क़ से मौत अच्छी जिस रिज़्क़ से आती हो परवाज़ में कुताही। पर अर्ज़ में तुहानू जिहड़ी करनी चाहना, दरअसल असी हर साल करदे सी, ऐतकी नहीं कर रहे। सिर्फ एक जगह संगत बहुत कह रही करांगे ज़रूर। गुरु घर किसी दे बाप दे रजिस्टर्ड कराए नहीं, बंदे आउणगे तुर जाणगे, गुरु रामदास दा निशान सब झुलदा रहेगा। ये किहड़ा जम्मिया? बेनती है, पर ईरखा वस होके कभी मैं कथा नूं निंदिया नहीं बनावांगा। जे मैं निंदिया बनावांगा मेरा अंदर सुक जाएगा। कई बार कोई सज्जन कहते फलानी गल बोलो, नहीं नहीं, जिथे बोलन की लोड़ है उत्थे बोलो, तो इन्ना को बोलो तुहाडे बोलन नाल दुनिया ते असर होवे। पर जिहड़ी मैं बेनती करनी चाहना, अगला दसंबर का महीना आ गया, 6 पोह तो लैके 13 पोह तक मेरी बेनती जे तुहानू ना विआह रखा करिए ना दिनां च। 6 पोह तो 13 पोह दियां रातां बस गुरु गोबिंद सिंह ते मां गुजरी दे नाल तुरियो। हालां मैं कथा बहुत साल पहला इत्थे करके गया, मैनूं याद है, पर मैं अज बेनती कर लगा, जे चंगा कर दिता गुरु गोबिंद सिंह दा तां भी तेरा, जे मेरे पुत्तां नूं शहादत मिली, सिखां नूं शहादत मिली, मैं तां भी तेरा। तर्क नहीं करांगा। असल च मैनूं लगदा है गुरु गोबिंद सिंह दी जिंदगी दा एक एक स्टैप खालसे पंथ वास्ते एक ग्रंथ है। इनू ध्यान नाल पढ़ के चुल मैं इस स्टैप च तेनू की दसना चाहना। मैं तो यह भी कहा कि साडे इस हिंदुस्तान च लोग नदियां तो मंगते हैं, है ना जी। वो कहते हैं मैनू गंगा मैया आ दई, गोदावरी मैया आ दई, मैनू फलानी आ दई। मेरा गुरु दाता है जी, वो जदों खेडदा सी उन्हें गंगा के पानी नू सोने दे कंगण दे दिते। जदों नदेड़ आया उन्हें क्या ले लोकी तेरे तो मंगते ने, मैं तेनू हीरे ते नगीने दे जाना। गुरु मंगता नहीं, गुरु दाता है। मैं कहना एडी वड्डी आस्था भाई नंद लाल जी दी। वो कहते ने कातरे खरकार गुरु गोबिंद सिंह, बेकसारा यार गुरु गोबिंद सिंह। ये अर्थ ने कादरे खरकार जिन्नी किरत की है, सब किरत दे करते दा नाम गुरु गोबिंद सिंह है। बेकसारा यार गुरु गोबिंद सिंह, जिदा कोई यार नहीं, वह यार है गुरु गोबिंद सिंह। वो साडा बाप इन्ना वड्डा, सानू किसी की परवाह की। हमारा ठाकुर सब ते उच्चा। मेरे सतगुरु आनंदपुर साहिब तो चले, मैं इस करके शब्द लिया है भी इनू सुनो। असी इस बिरती नू सिखो, मन चों मिटाइए। अरदास करो जे माड़ा हो जाए तां भी गुरु नू जरूर चेते करो, गुरु नू छड्डो ना। जे नहीं काम बनिया तां की, फिर भी आओ भांडे मांजो, फिर भी आओ उत्थे। मैं सच्ची गल जिद्दन दा मैं दरबार साहिब आया, मैनू गुरु रामदास बड़े मिठे लगन लग पे। अगे मैं महीने बाद जाता सा, मैं 10 दिन बाद जाना, मैनू सोहना लगन लग पे मेरा महबूब। ये हौमे दे शब्द नहीं मैं कह रहा, वाहिगुरू जी। सतगुरु गुरु गोबिंद सिंह महाराज सवेरे पुत्र शहीद होने ने, लालां दे कोलों लंघदे ने, शब्द की कहंदे ने। ते मैं इस करके उस नज़म नूं कहना चाहना जिहड़ा अल्लाह यार खां जोगी आपां कहने आ, उस दी नज़म नूं पूरा 100 साल हो गया। 2015 च 1915 च उन्हें नज़म लिखी सी, 1913 शुरू की, 15 च मुकम्मल हुई। हर प्रचारक, हर विद्वान, हर लिखारी उन्होंने कोट करता है, पर खेद सिखां ने उन्होंने याद भी नहीं किया। तेन 100 साल हो गए ने तेरी सिफत लिखिया हुई, एक सदी हुई है इस साल च। 1915 च उन्हें लिखी सी, शहीदां ने वफा गंजे शहीदां, उर्दू च। ਉਹਦੇ ਚੋਂ लिखता है कि गुरु गोबिंद सिंह
ਜਦੋਂ ਰਾਤ ਨੂੰ ਬੈਠੇ ਨੇ, ਤੁਸੀਂ ਮਹਿਸੂਸ ਕਰੋ, ਇਹਨੂੰ ਕੱਲੀ ਇਹ ਪੱਤ ਕਹਾਣੀ ਨਹੀਂ ਕਿਸੇ ਫਿਲਮ ਦੀ। ਇਹਨੂੰ ਮਹਿਸੂਸ ਕਰੋ ਜਿਹਦੇ 5 ਕਿਲੇ ਹੋਣ, ਜਿਹਦੇ ਸਿਰ ਤੇ ਹਾਥੀ ਚੌਰ ਕਰਦਾ ਹੋਵੇ, ਜਿਹਦੇ ਚਰਨਾਂ ਦਾ ਜੋੜਾ ਹੀ ਲੱਖਾਂ ਰੁਪਈਆਂ ਦਾ ਹੋਵੇ, ਜਿਹਦੀ ਕਲਗੀ ਵਿੱਚ ਕਰੋੜਾਂ ਰੁਪਈਆਂ ਦੀ ਹੀਰੇ ਜੜੇ ਹੋਣ। ਅੱਜ ਉਸ ਗੁਰੂ ਕੋਲ ਸ਼ਾਮ ਨੂੰ ਰੋਟੀ ਨਹੀਂ, ਪ੍ਰਸ਼ਾਦਾ ਨਹੀਂ। ਅੱਜ ਜ਼ਮੀਨ ਤੇ ਬੈਠਾ ਗੁਰੂ। ਇਹ ਸਾਨੂੰ ਸਮਝਾਉਣ ਲਈ ਸਿੱਖਾ ਕਿ ਤੂੰ ਜੇ ਆਸ਼ਿਕ ਬਣਿਆ ਹੈ ਤੇ ਮਹਿਬੂਬ ਤੇ ਸ਼ੱਕ ਨਾ ਕਰੀ। ਉਹ ਮਹਿਲ ਦੇਵੇ ਤੇ ਤਾਂ ਵੀ ਅੰਮ੍ਰਿਤ ਵੇਲੇ ਗਾਈ, ਉਹ ਤੈਨੂੰ ਮਾਛੀਵਾੜੇ ਦਾ ਸੱਥਰ ਦੇ ਦੇ ਤੇ ਤਾਂ ਵੀ ਅੰਮ੍ਰਿਤ ਵੇਲੇ ਗਾਈ, ਛੱਡੀ ਨਾ ਉਹਨੂੰ। उस विद्वान ने लिखा कि जब 1.5 घड़ी रात गुजरी जिक्र खुदा में, खैमे से निकल आए सरकार खवा में। बस उर्दू दे लफ्ज ने, इन्हां दे अर्थां दी लोड़ नहीं है। जब 1.5 घड़ी रात गुजरी जिक्र खुदा में, खैमे से निकल आए सरकार खवा में। कदमों से टहलते थे मगर दिल था दुआ में। बोले ऐ खुदावंद, बोले ऐ खुदावंद, खुश हूं तेरी रजा में। करतार से कहते थे गोया रूबरू होकर, कल जाऊंगा मैं चमकौर से सुरखरू होकर। मैं तेरा हूं, मेरे बच्चे भी तेरे हैं मौला। आज शुक्र प्यारियो, नानक आशिक कांडिया सादी रहे समाए। मैं तेरा हूं, मेरे बच्चे भी तेरे हैं मौला। थे तेरे, हैं तेरे, रहेंगे तेरे दाता। जिस हाल में रखे वही खालक है अच्छा। आ मैं गल कहनी चाहना, जिस हाल में रखे, आशिक ये ना आखी है जे लेखे वर्ता सोए। जिस हाल में रखे वही खालक है अच्छा। जुज शुक्र के आने का जुबां पर नहीं शिकवा। अगले बचन की कहे, बच्चियां नू देख के, लाला नू देख के, वो प्यारिओ विआहण वाला पुत्र होवे, सोहने केस दाड़ी, दूसरा पुत कोल पिया होवे, बाप दा जिगरा एडा वड्डा। मैं तां ही कहना, जदों कहना पैंदा ना, सिखो बीबियो बच्चियो केस रखो। मैं कह जरूर देना, पर मेरा अंदर लानत पांदा नहीं होए। गुरु गोबिंद सिंह दे खून दे तुबके वेख के भी जे सानू समझ नहीं पई ते कदों समझ पाएगी। मेरी कथा की करेगी। दोनों जवान पुत्र जी कोल पै ने, हजूर लंघदिया कहंदे ने, बेटा सुत्या, बेटा थे 4 हो अब 2 ही। थे 4 हो अब 2 ही। साहिर, साहिर दा अर्थ सुबह। थे 4 हो अब 2 ही। साहिर ये भी ना होंगे, हम शुक्र करेंगे अगर ये भी ना होंगे। मैं रब्बा तेनू उलामत तेरा, तू मेरा यार है। तू मैनू तोड़ के क्या सी, मैं अपना सुत तोए नवाजा। ते जे पुत्र ही प्यो नू उलामे देन लग पे, पुत कादा, तू मेरा बाप है, मैं तेरा पुत्र हाँ। जिथे पुत्र नू रखेगा मैं उस तरह ही रहांगा। प्लीज सुनो, कादी मित्रता जी। अब बंदे बड़े टक्कर दे सानू जी। मैं आ होया मैं छड़ दिता, आ होया मैं छड़ दिता। मैं कहना तेरे छड्डन नाल गुरु ग्रंथ साहिब दा प्रकाश होना बंद नहीं हो जाना, तेरा नुकसान होना है। गुरु नू मुहब्बत करिए, सानू सब नू पता है। मैं फिर दोहरा देना उस शब्द, क्योंकि इदू वड्डी मैनू कोई मिसाल नहीं सी लभदी पई कि चंगे नू चंगा ते मंदे नू मंदा कह देना। आशिका दा जेड़ा चंगे नू कह भी तेरा ते मंदे नू कह तां भी तेरा। साहब ने शब्द वरते, अगर ये भी ना होंगे तो शुक्र करेंगे, अगर ये भी ना होंगे। तो फिर तोड़ दिया कि क्या कहने लगे, बेटा ख्वाहिश है, बाबा जुझार सिंह जी, ख्वाहिश है तुम्हें तेग चलाते हुए देखें, हम आंख से तुम्हें बरशी खाते हुए देखें। पुत्रा नू मैडल मिलते तो मापिया ने देखे ने, डिग्रियां मिलदियां मापे देखते जे। वो सिखो, तुहाडा बापू है जिहड़ा पुत्र दे कलेजे तो उतरदी हुई बरशी नू अखां नाल देखदा है। एडा वड्डा सिदक किहदे कोलों वेखा। हजूर ने उस मुसीबत में भी ये नहीं कहा
ਤੇ ਉਹਨਾਂ ਦੀ ਰਚਨਾ ਖਿਆਲ ਪਾਤਸ਼ਾਹੀ 10ਵੀਂ। ਮਿੱਤਰ ਪਿਆਰੇ ਨੂੰ ਉਹ ਖਿਆਲ ਦਾ ਅਰਥ ਥਾਟ ਨਹੀਂ, ਖਿਆਲ ਦਾ ਅਰਥ ਫੁਰਨਾ ਨਹੀਂ, ਖਿਆਲ ਇੱਕ ਗਾਇਕੀ ਹੈ। ਜਿਵੇਂ ਰਾਗ ਨੇ ਨਾ ਕਿ ਰਾਗ ਦੀ ਸੂਝ ਵਾਲਿਆਂ ਨੂੰ ਪਤਾ ਹੈ ਖਿਆਲ ਇੱਕ ਗਾਇਕੀ ਹੈ। ਖਿਆਲ ਪਾਤਸ਼ਾਹੀ 10ਵੀਂ ਕੀ ਜੀ, ਕੁਛ ਵੀ ਨਹੀਂ ਅੱਜ ਕੋਲ। ਪੋਹ ਦੀ ਰਾਤ, ਗਰਮ ਕੱਪੜਾ ਕੋਈ ਨਹੀਂ, ਪੈਰਾਂ 'ਚ ਜੋੜਾ ਨਹੀਂ, ਘੋੜਾ ਨਹੀਂ, ਤੇ ਟਿੰਡ ਦਾ ਸਰਾਣਾ ਕਰਕੇ ਪਿਆ ਪ੍ਰੀਤਮ। ਠੰਡੀ ਰੁਮਕਦੀ ਖਵਾ ਹੱਡੀਆਂ ਨੂੰ ਚੀਰਦੀ, ਤੇ ਮੇਰਾ ਮਹਿਬੂਬ ਪਿਆਰਾ ਸਤਿਗੁਰੂ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਿਉਂ ਲੋਕੀ ਸਮਝਣਗੇ ਅੱਜ ਇਹਦੇ ਕੋਲ ਬਸਤਰ ਨਹੀਂ, ਅੱਜ ਕਿਲਾ ਨਹੀਂ, ਅੱਜ ਭੋਜਨ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣ ਪਿਆਰਿਆ, ਮੈਂ 70 ਤੇ ਬੈਠਾ ਵਾਂ ਪਰ ਤੂੰ ਮੇਰੇ ਨਾਲ ਖੈਂ। ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਈ ਖੰਜਰ ਪਿਆਲਾ, ਤੇਰੇ ਤੋਂ ਬਿਨਾ ਮਹਿਲ ਇਸ ਤਰ੍ਹਾਂ ਨਹੀਂ ਜਿਵੇਂ ਨਾਗਾਂ ਦਾ, ਸੱਪਾਂ ਦਾ ਨਿਵਾਸ ਹੋਵੇ। ਸੂਲ ਸੁਰਾਈ ਖੰਜਰ ਪਿਆਲਾ, ਦੁਨੀਆ ਦੇ ਐਸ਼ੋ ਆਰਾਮ ਦੀਆਂ ਚੀਜ਼ਾਂ ਖੰਜਰ ਨੇ। ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਮਾੜਾ ਨਹੀਂ ਚੰਗਾ ਹੈ। ਫੁਰਮਾਨ ਤੇਰਾ ਸਿਰ ਉੱਪਰ, ਫਿਰ ਨਾ ਕਰਤ ਵਿਚਾਰ। ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਤੇ ਨਿਸਤਾਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਜ਼ ਧਰੋ ਕੇ ਪਿਆਰ। ਇਹ ਸੋਖੇ ਮਹਾਰਾਜ ਕਹਿੰਦੇ ਨੇ ਉਹਨੂੰ ਆਸ਼ਕ ਮਤ ਕਹੋ, ਜਿਹੜਾ ਹਿਸਾਬ ਕਿਤਾਬ ਕਰਦਾ ਵੀ ਆਹ ਮਿਲੇਗਾ ਤੇ ਪੜਾਂਗਾ, ਆਹ ਮਿਲੇਗਾ ਤਾਂ ਨਹੀਂ। ਸਤਿਗੁਰੂ ਸ਼ਬਦ ਕਹਿ ਰਹੇ ਨੇ, ਸਾਹਿਬ ਨੇ ਕਿਹਾ ਆਸ਼ਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਹੁਣ ਅਗਲਾ ਬਚਨ ਆਇਆ, ਮਹਾਰਾਜ ਜੀ ਉਹ ਮੱਥੇ ਤੇ ਇੰਨੇ ਟੇਕਦਾ ਪਰ ਕਰਮਾ ਇੰਨੀ ਕਰਦਾ। ਸਤਿਗੁਰੂ ਇਸੇ ਸ਼ਲੋਕ ਨਾਲ ਜੋੜ ਕੇ ਅੱਗੇ ਕਹਿੰਦੇ ਨੇ, ਸਲਾਮ ਜਵਾਬ ਮਹੱਲਾ ਦੂਜਾ ਸ਼ਲੋਕ। ਇਹ ਸ਼ਲੋਕ ਇਹਦੀ ਵਿਆਖਿਆ ਕਰ ਰਿਹਾ ਅਗਲੇ ਪਹਿਲੇ ਸ਼ਲੋਕ ਦੀ। ਸਲਾਮ ਦਾ ਅਰਥ ਹੈ ਨਮਸਕਾਰ, ਜਵਾਬ ਦਾ ਅਰਥ ਹੈ ਹੁਕਮ ਅਦੂਲੀ। ਮੱਥੇ ਵੀ ਟੇਕਦਾ ਮੰਨਦਾ ਵੀ ਕੋਈ ਨਹੀਂ। ਸਲਾਮ ਜਵਾਬ ਦੋਵੇਂ ਕਰੇ। ਵਾਹਿਗੁਰੂ ਜੀ ਇੱਥੇ ਫਿਰ ਬੇਨਤੀ ਕਰਾਂ, ਦੋਵੇਂ ਕਰੇ ਰਾਰਾ ਇੱਕ ਲਾਂ। ਸਲਾਮ ਜਵਾਬ ਦੋਵੇਂ ਕਰੇ। ਅਗਲਾ ਬਚਨ ਮੁੰਡੋ, ਮੁੱਢੋ ਨਹੀਂ ਪੜਨਾ, ਟਿੱਪੀ ਪੜਨੀ। ਮੁੰਡੋ ਕੁੱਥਾ, ਕੁੱਥਾ ਦਾ ਅਰਥ ਭੁੱਲਿਆ ਵਿਸਰਿਆ। ਜਿਹੜਾ ਬੰਦਾ ਮੱਥੇ ਵੀ ਟੇਕਦਾ ਤੇ ਗੱਲ ਵੀ ਨਹੀਂ ਮੰਨਦਾ, ਸਲਾਮ ਵੀ ਕਰਦਾ ਤੇ ਜਵਾਬ ਵੀ ਦੇਈ ਜਾਂਦਾ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਉਹ ਮੁੰਡ ਤੋਂ ਹੀ ਕੁੱਤਾ ਉਹ ਖੁੱਸ ਗਿਆ ਜਾਂ ਭੁੱਲ ਗਿਆ। ਜਿਹੜਾ ਬੰਦਾ ਸਵਾਲ ਜਵਾਬ ਕਰਦਾ, ਬਾਬਾ ਜੀ ਕਹਿੰਦੇ ਉਹ ਮੁੱਢ ਤੋਂ ਹੀ ਭੁੱਲਾ, ਉਹਦੀ ਗੱਲ ਕੀ ਕਰਨੀ। ਤੇ ਮਹਾਰਾਜ ਆਖਰ ਮੱਥੇ ਦਾ ਕੋਈ ਨਾ ਕੋਈ ਪੁੰਨ ਤਾਂ ਮਿਲੂਗਾ, ਟੇਕਦਾ। ਮਹਾਰਾਜ ਕਹਿੰਦੇ ਨਹੀਂ ਨਾਨਕ ਦੋਵੇਂ ਕੂੜੀਆਂ। ਇਹਦਾ ਮੱਥਾ ਵੀ ਝੂਠਾ, ਇਹਦਾ ਜਵਾਬ ਵੀ ਝੂਠਾ। ਚੇਤੇ ਰੱਖਿਓ ਇਹ ਕੰਮ ਆਪਾਂ ਕਰਨੇ ਆ। ਮੱਥਾ ਟੇਕ ਕੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ। ਉਹਨੇ ਕਿਹਾ ਸਿੱਖਾਂ ਐਸਾ ਮਦ ਮੂਲੇ ਨਾ ਪੀਚੇ, ਜੇ ਕਾ ਪਾਰ ਵਸਾਏ ਦਾਰੂ ਨਾ ਪੀ। ਸਵੇਰੇ ਸੁਖਮਨੀ ਸਾਹਿਬ ਪੜ੍ਹਦਾ, ਸ਼ਾਮ ਨੂੰ ਬੋਤਲ ਖੋਲ ਕੇ ਬੈਠਾ ਹੁੰਦਾ। ਇਹ ਕੀ ਹੈ? ਕਈਆਂ ਨੂੰ ਹੋ ਸਕਦਾ ਮੇਰੀ ਗੱਲ ਚੰਗੀ ਨਾ ਲੱਗੇ। ਸਵੇਰੇ ਮੱਥਾ ਟੇਕ ਕੇ ਗੁਰੂ ਕਹਿੰਦਾ ਹੈ ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਵਾਹਿਗੁਰੂ ਜੀ ਸਾਡੇ ਪਾਪ ਨੂੰ ਬਖਸ਼ ਦੇਈ। ਅੱਖਾਂ ਸਾਰਾ ਦਿਨ ਕੀ ਕਰਦੀਆਂ? ਇਹ ਬੜੇ ਗਹਿਰੇ ਅਰਥ ਨੇ। ਸਵੇਰੇ ਗੁਰੂ ਕਹਿੰਦੇ ਨੇ ਮਿੱਥਿਆ ਨਾਹੀ ਰਸਨਾ ਪਰਸ, ਮੱਥਾ ਵੀ ਟੇਕ ਦਿੱਤਾ। ਤੇ ਉਹ ਕਹਿੰਦੇ ਨੇ ਪਾਠ ਵੀ ਕਰੇਨਾ ਵਾ, ਮੈਂ ਸੁਖਮਨੀ ਵੀ ਪੜ੍ਹੇਨਾ ਵਾ। ਉਹ ਕਹਿੰਦੇ ਹੁੰਦੇ ਸਨ ਸ਼ਬਦ ਪੁਰਾਣੇ, ਫਿਰ ਦੂਜਾ ਕੰਮ ਵੀ ਕਰਨਾ ਨਹੀਂ। ਪਿਆਰਿਓ ਸਲਾਮ ਜਵਾਬ ਦੇ ਅਰਥ ਬੜੇ ਗਹਿਰੇ ਨੇ। ਗੁਰੂ ਨੇ ਕਿਹਾ ਤੂੰ ਰਸਨਾ ਨਾਲ ਨਾਮ ਜਪੀ। ਮੱਥਾ ਟੇਕ ਕੇ ਸਵੇਰੇ ਸੁਣ ਰਿਹਾ ਕਿ ਰਸੀਆ ਰਸਨਾ ਜਪੀਐ ਏਕ ਨਾਮ, ਤੇ ਇੱਕ ਵਾਹਿਗੁਰੂ ਤਾਂ ਇੱਕ ਵਾਰੀ ਨਹੀਂ ਕਿਹਾ। ਜਪਨ ਦੀ ਥਾਂ ਜਿਹੜੇ ਜਪਦੇ ਨੂੰ ਤੋੜਨ ਤੁਰ ਪਈਏ ਤੋਂ ਮਕੈਨੀਕਲ ਰੈਪੀਟੇਸ਼ਨ ਹੈ। ਇਹ ਸ਼ਬਦ ਕਹਿਣ ਲੱਗ ਪਈਏ ਤੋਂ ਤੋਤਾ ਰਟਨ ਹੈ।
ਮੈਂ ਸਵੇਰ ਕੱਲ ਵੀ ਕਿਹਾ ਸੀ, ਅੱਧੇ ਬੰਦੇ ਭੱਜਣ ਨੂੰ ਪਹਿਲੇ ਤਿਆਰ ਬੈਠੇ। ਜੇ ਮੈਂ ਕਹਿ ਦਿਆਂ ਨਾ ਉਹ ਨਿਤਨੇਮ ਨਾ ਕਰੋ, ਛੱਡੋ ਪਰਾਂ, ਕੀ ਕਰਨਾ ਜੇ, ਇਹ ਰੋਜ਼-ਰੋਜ਼ ਕਰਦਿਆਂ ਕੀ ਹੋ ਜਾਏਗਾ। ਅੱਧਿਆਂ ਕੁ ਨੇ ਸਵੇਰੇ ਪਾਠ ਕਰਦਿਆਂ ਵਿੱਚੋਂ ਛੱਡਣਾ ਸ਼ੁਰੂ ਕਰ ਦੇਣਾ, ਕਿਉਂਕਿ ਪਾਣੀ ਨੂੰ ਉੱਚਾ ਚੁੱਕਣ ਵਾਸਤੇ ਮਿਹਨਤ ਲਾਣੀ ਪੈਂਦੀ ਏ। ਥੱਲੇ ਪਾਣੀ ਆਪਣੇ ਆਪ ਤੁਰ ਜਾਂਦਾ। ਜੀਵਨ ਨੂੰ ਡੇਗਣ ਵਾਸਤੇ ਜ਼ੋਰ ਨਹੀਂ ਲੱਗਦਾ, ਚੁੱਕਣ ਵਾਸਤੇ ਜ਼ਿੰਦਗੀ ਲੱਗਦੀ। ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕਿਆ, ਹੁਕਮਨਾਮਾ ਵੀ ਸੁਣ ਲਿਆ, ਪਰ ਮੰਨਿਆ ਤੇ ਕੋਈ ਨਹੀਂ ਨਾ। ਸਤਿਗੁਰੂ ਕਹਿੰਦੇ ਕਾਹਦਾ ਤੇਰਾ ਮੱਥਾ ਟੇਕਣਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਉਹਦਾ ਕੁਝ ਵੀ ਲੇਖੇ 'ਚ ਨਹੀਂ ਪੈਂਦਾ। ਪਰ ਇਸ ਪਵਿੱਤਰ ਬਚਨ ਨੂੰ ਸਵੇਰ ਦੀ ਕਥਾ 'ਚ ਆਪਾਂ ਵਿਚਾਰਾਂਗੇ। ਅੱਜ ਤੁਹਾਡੇ ਪੌਣੇ 2 ਘੰਟੇ ਲੈ ਗਿਆ, ਪਰ ਤੁਹਾਡਾ ਧੰਨਵਾਦ। ਮੈਂ ਤਾਂ ਜ਼ੋਰ ਇਸ ਗੱਲ 'ਤੇ ਲਾ ਰਿਹਾ ਸਾਂ ਕਿ ਗੁਰੂ ਨੂੰ ਪਿਆਰ ਕਰੀਏ, ਅਰਦਾਸ ਕਰੀਏ, ਦਾਤਾ ਤੂੰ ਹਰ ਹਾਲਤ 'ਚ ਪਿਆਰਾ ਲੱਗ, ਹਰ ਮੁਕਾਮ 'ਤੇ ਪਿਆਰਾ ਲੱਗ। ਮੈਨੂੰ ਯਾਦ ਹੈ ਇੱਕ ਵਾਰ ਅਰਜ਼ ਕੀਤੀ ਸੀ, ਉਹ ਨਿਆਣਿਆਂ ਨੂੰ ਸੁਣਾਉਂਦੇ ਸਨ ਅੰਗਰੇਜ਼ੀ ਦੀ ਪੋਇਮ ਕਿ ਫੁੱਟਪ੍ਰਿੰਟ, ਪੈਰਾਂ ਦੇ ਨਿਸ਼ਾਨ। ਉਹ ਗੋਰਾ ਕਹਿੰਦਾ ਮੈਨੂੰ ਸੁਣੋ ਪਈ ਰਾਤ ਸੁਪਨਾ ਆਇਆ, ਮੈਂ ਤੇ ਪਰਮਾਤਮਾ ਇਕੱਠੇ ਟੁਰੇ ਜਾਣੇ, ਤੇ ਦੋਨਾਂ ਦੇ ਪੈਰਾਂ ਦੇ ਨਿਸ਼ਾਨ ਨੇ। ਜ਼ਿੰਦਗੀ ਦੇ ਸਫ਼ਰ, ਬੱਚਿਆਂ ਵਾਲੀ ਕਹਾਣੀ ਹੈ ਵੈਸੇ, ਗੱਲ ਬੜੀ ਮੈਨੂੰ ਚੰਗੀ ਲੱਗੀ। ਇਕੱਠੇ ਚਲੇ ਜਾਂਦੇ ਆ, ਮੇਰੇ ਵੀ ਨਿਸ਼ਾਨ ਤੇ ਪਰਮਾਤਮਾ ਦੇ ਵੀ। ਕਹਿੰਦਾ ਮੈਂ ਜਦੋਂ ਸੁਪਨੇ 'ਚ ਪਿੱਛੇ ਝਾਤੀ ਮਾਰੀ, ਜ਼ਿੰਦਗੀ ਦੇ ਉਹ ਪੜਾਅ ਦੇਖੇ ਜਿਹਦੇ ਤੇ ਮੇਰੇ ਦੁੱਖ ਆਏ, ਉੱਥੇ ਮੇਰੇ ਹੀ ਪੈਰ ਰਹਿ ਗਏ, ਰੱਬ ਪੈਰ ਛੱਡ ਗਿਆ। ਉਹਦੇ ਪੈਰ ਹੈ ਹੀ ਨਹੀਂ, ਮੇਰੇ ਨਿਸ਼ਾਨ। ਉਹ ਲਿਖਦਾ ਹੈ ਕਿ ਮੈਂ ਰੱਬ ਨੂੰ ਸੁਪਨੇ 'ਚ ਕਿਹਾ ਵੀ ਤੂੰ ਕਿਹੜੀ ਮੇਰੇ ਨਾਲ ਵਫਾ ਕੀਤੀ। ਉਹ ਕਹਿੰਦਾ ਵੀ ਮੈਂ ਇੱਕ ਤੇਰਾ ਮਾੜਾ ਕੀ ਕੀਤਾ। ਕਹਿੰਦਾ ਇਕੱਠੇ ਚੱਲੇ, ਤੇਰੇ ਮੇਰੇ ਨਿਸ਼ਾਨ ਇਕੱਠੇ ਨੇ ਪੈਰਾਂ ਦੇ, ਜਿੱਥੇ ਮੇਰਾ ਦੁੱਖ ਆਇਆ ਤੂੰ ਵੀ ਸਾਥ ਛੱਡ ਗਿਆ, ਮੇਰੇ ਪੈਰ ਤੇਰੇ ਨਿਸ਼ਾਨ ਕਿੱਥੇ। ਉਹ ਹੱਸ ਕੇ ਕਹਿੰਦਾ ਪੁੱਤ ਤੈਨੂੰ ਸਮਝ ਕੇ ਨਹੀਂ, ਉਹ ਮੇਰੇ ਨਿਸ਼ਾਨ ਨੇ, ਤੇਰੇ ਨਹੀਂ। ਉਹ ਕਹਿੰਦਾ ਤੇਰੇ ਨਿਸ਼ਾਨ। ਕਹਿੰਦਾ ਗॉड ਨੇ ਕਿਹਾ ਹਾਂ ਬੇਟੇ ਮੇਰੇ ਨਿਸ਼ਾਨ ਨੇ, ਤੇਰੇ ਨਹੀਂ। ਕਹਿੰਦਾ ਮੇਰੇ ਕਿੱਥੇ ਗਏ। ਕਹਿੰਦੇ ਜਦੋਂ ਤੇਰੇ ਤੇ ਮੁਸੀਬਤ ਆਈ ਮੈਂ ਤੈਨੂੰ ਗੋਦੀ ਚੁੱਕ ਲੈਂਦਾ ਸੀ। ਤੇਰੇ ਨਿਸ਼ਾਨ ਤਾਂ ਰਹਿੰਦੇ ਜੇ ਥੱਲੇ ਲੱਗਦੇ। ਸੱਚ ਵੇ ਦੁੱਖ ਆਵੇ ਤੇ ਗੁਰੂ ਨਾਨਕ ਗੋਦੀ ਦੇ ਦਿੰਦਾ। ਪਰ ਨੇਮ ਨਾ ਛੱਡੋ ਜ਼ਿੰਦਗੀ 'ਚ, ਅਰਦਾਸ ਕਰੋ। ਕੱਲ ਨੂੰ ਸਵੇਰੇ ਇਹਦੇ ਨਾਲ ਫਿਰ ਸਤਿਗੁਰੂ ਕਹਿਣਗੇ ਇੱਕ ਕੰਮ ਕਰ, ਜਿਤ ਸੇਵਿਆਂ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਸਭ ਦਾ ਧੰਨਵਾਦ ਜੀ। ਜਿੰਨਾ ਜਾਣਾ ਗੁਰਮੁਖੋ ਤੁਸੀਂ ਜਾਓ, ਕਿਉਂਕਿ ਹੋ ਸਕਦਾ ਕਾਰੋਬਾਰ ਜਾਂ ਨੌਕਰੀਆਂ ਵਾਲੇ ਹੋਣ, ਤੇ 3 ਮਿੰਟ ਮੈਨੂੰ ਅਸੀਸ ਦੇ ਦਿਓ। ਸਾਰੇ ਨਾਮ ਜਪੋ। ਮੇਰੀ ਬੇਨਤੀ, ਕੋਈ ਵੀ ਰਸਨਾ ਜਿਹਨੇ ਕਦੀ ਨਹੀਂ ਜਪਿਆ ਉਹ ਵੀ ਉੱਚੀ ਜਪੋ। ਅੱਜ ਸੱਚ ਵੇ ਸੰਗਤ ਵਿੱਚ ਨਾਮ